ਤੇ ਮਹੀਨੇ ਦੇ ਪਹਿਲੇ ਸ਼ਨੀਚਰਵਾਰ ਨੂੰ ਹਮੇਸ਼ਾ ਦੀ ਤਰ੍ਹਾਂ ਜਹਾਨ ਹੈ ਇਸ ਨਾਰੇ ਤਹਿਤ ਬੱਚਿਆਂ ਦੇ ਬੜੇ ਆਲਾ ਡਾਕਟਰ ਗਵਰਨਮੈਂਟ ਰਜਿੰਦਰਾ ਹਸਪੀਟਲ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਹੈ, ਡਾਕਟਰ ਹਰਸ਼ਿੰਦਰ ਕੌਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ। ਜਗਤ ਭੈਣ ਦੇ ਨਾਲ ਜਿਹਨੂੰ ਪੁਕਾਰਿਆ ਜਾਂਦਾ ਹੈ ਤੇ ਅੱਜ ਜਗਤ ਭੈਣ ਨੂੰ ਹੱਕ ਮਾਰਦੇ ਹਾਂ। ਜਗਤ ਭੈਣ ਡਾਕਟਰ ਹਰਸ਼ਿੰਦਰ ਕੌਰ ਜੀ, ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗਹਿਰਾਈਆਂ 'ਚ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਨਿੱਘੀ ਫਤਿਹ। ਫਤਿਹ ਜੀ। ਹਮੇਸ਼ਾ ਕਈ ਵਾਰੀ ਮੇਰੇ ਮਨ 'ਚ ਬੜੇ ਸਵਾਲ ਆਉਂਦੇ ਆ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਬਾਅਦ। ਟਾਕ ਸ਼ੋ ਜਦੋਂ ਖਤਮ ਹੁੰਦਾ ਹੈ, ਫੋਨ ਲਾਈਨ ਜਿਹੜੀਆਂ ਨੇ ਹਮੇਸ਼ਾ ਰੁੱਝੀਆਂ ਹੁੰਦੀਆਂ ਨੇ ਤੇ ਬਾਅਦ ਦੇ ਵਿੱਚ ਸੁਨੇਹੇ ਆਉਂਦੇ ਨੇ ਕਿ ਇਸ ਵਿਸ਼ੇ ਤੇ ਗੱਲ ਕਰਿਓ, ਇਸ ਵਿਸ਼ੇ ਤੇ ਗੱਲ ਕਰਿਓ। ਅੱਜ ਵਿਸ਼ਾ ਮੇਰਾ ਨਹੀਂ ਹੋਏਗਾ, ਵਿਸ਼ਾ ਤੁਹਾਡਾ ਹੋਏਗਾ ਕਿ ਲੇਟੈਸਟ ਡਿਵੈਲਪਮੈਂਟ ਮੈਡੀਕਲ ਖੇਤਰ ਦੇ ਵਿੱਚ ਕੀ ਕੁਝ ਚੱਲ ਰਹੀ ਹੈ। ਕਿਉਂਕਿ ਪਿਛਲੇ ਦਿਨੀ ਇੱਕ ਸੱਜਣ ਦੇ ਘਰੇ ਗਏ, ਪਤਾ ਲੱਗਾ ਕਿ ਢਿੱਲੇ ਨੇ। ਮੈਂ ਕਿਹਾ ਕੀ ਹੋਇਆ? ਕਹਿੰਦੇ ਜੀ ਚੰਗੇ ਭਲੇ ਸੀ, ਕੈਂਸਰ ਹੋ ਗਿਆ। ਇੱਕ ਹੋਰ ਮਿੱਤਰ ਸਾਡੇ ਇੱਥੇ ਕਾਲਜ ਚਲਾਉਂਦੇ ਆ, ਆਪਣਾ ਐਜੂਕੇਸ਼ਨ ਸੈਂਟਰ ਚਲਾਉਂਦੇ ਆ, ਉਹਨਾਂ ਦਾ ਸੁਨੇਹਾ ਆਇਆ। ਉਹ ਕਹਿਣ ਲੱਗੇ ਕਿ ਮੈਂ ਰਨ ਕਰ ਰਿਹਾ ਪੂਰੇ ਕੈਨੇਡਾ ਦੇ ਵਿੱਚ। ਮੈਂ ਕਿਹਾ ਜੀ ਕਿਸ ਗੱਲੋਂ? ਕੈਂਸਰ ਅਵੇਅਰਨੈਸ ਲਈ। ਮੈਂ ਟਵਾਈਸ ਕੈਂਸਰ ਸਰਵਾਈਵਰ ਹਾਂ। ਪਹਿਲਾਂ ਹੋਇਆ, ਉਹਦਾ ਇਲਾਜ ਹੋ ਗਿਆ, ਐਤਕੀ ਫੇਰ ਮੈਨੂੰ ਕੈਂਸਰ ਹੋ ਗਿਆ ਤੇ ਕਾਫੀ ਚਿਰ ਮੈਂ ਢਿੱਲਾ ਰਿਹਾ, ਜਿਹਦੇ ਕਰਕੇ ਗੱਲ ਨਹੀਂ ਹੋਈ। ਹੁਣ ਮੈਂ ਬਿਲਕੁਲ ਕੈਂਸਰ ਫ੍ਰੀ ਹਾਂ ਤੇ ਇਸ ਕਰਕੇ ਮੈਂ ਪੂਰੇ ਕੈਨੇਡਾ ਦਾ ਦੌਰਾ ਕਰ ਰਿਹਾ। ਉਸ ਕਰਕੇ ਮੈਂ ਤੁਹਾਨੂੰ ਫੋਨ ਕੀਤਾ ਸੀ। ਸੋ ਅੱਜ ਮੈਂ ਚਾਹੁੰਦਾ ਕਿ ਕੈਂਸਰ ਦਾ ਵਿਸ਼ਾ ਹੀ ਕੋਈ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੀ ਐਕਸਪਰਟੀ ਹੈ। ਡਾਕਟਰ ਗੁਰਪਾਲ ਸਿੰਘ ਤੁਹਾਡੇ ਨਾਲ ਇੰਟਰਨਲ ਮੈਡੀਸਨ ਦੇ ਤੁਹਾਡੇ ਮਾਣਯੋਗ ਸਤਿਕਾਰਯੋਗ ਪਤੀ ਨੇ। ਇਹ ਸਾਰਾ ਕੁਝ ਤੁਸੀਂ ਹੰਡਾਇਆ, ਦੇਖਿਆ, ਪੇਸ਼ੈਂਟ ਦੇਖੇ ਨੇ। ਥੋੜਾ ਜਿਹਾ ਇਸ ਵਿਸ਼ੇ ਦੇ ਉੱਤੇ ਮੈਂ ਚਾਹੁੰਦਾ ਸੀ ਅੱਜ ਥੋੜੀ ਜਿਹੀ ਗੱਲਬਾਤ ਕੀਤੀ ਜਾਵੇ ਤੇ ਬਾਅਦ ਦੇ ਵਿੱਚ ਇੱਕ ਹੋਰ ਕੈਂਸਰ, ਗੈਂਗ ਰੂਪੀ ਕੈਂਸਰ ਜਿਹੜਾ ਸਾਡੇ ਪੰਜਾਬ ਦੇ ਵਿੱਚ ਫੈਲ ਰਿਹਾ ਹੈ, ਗੱਲਬਾਤ ਉਹਦੀ ਵੀ ਅਗਲੇ ਹਿੱਸੇ ਨਾਲ ਹੀ ਕਰਾਂਗੇ ਜੀ। ਜੀ ਭਾਜੀ, ਬਹੁਤ ਬਹੁਤ ਹੀ ਅਹਿਮ ਨੁਕਤਾ ਤੁਸੀਂ ਅੱਜ ਚੁੱਕਿਆ ਤੇ ਮੈਂ ਅੱਜ ਦੱਸਣੀ ਵੀ ਗੱਲ ਅਜਿਹੀ ਹੈ, ਸ਼ਾਇਦ ਮੈਨੂੰ ਲੱਗਦਾ ਕਿ ਅਜੇ ਤੱਕ, ਕਿਉਂਕਿ ਬਿਲਕੁਲ ਲੇਟੈਸਟ ਜਰਨਲ 'ਚ ਆਈ ਜੇ ਤੇ ਖੋਜ ਵੀ ਬੜੀ ਤਗੜੀ ਜੇ। ਉਹ ਵੀ ਜਿਹੜੀਆਂ ਹਰਬਲ ਦਵਾਈਆਂ ਜਾਂ ਦੇਸੀ ਦਵਾਈਆਂ ਕੈਂਸਰ ਦੇ ਮਰੀਜ਼ ਨਾਲੋਂ ਨਾਲ ਲੈ ਰਹੇ ਨੇ, ਉਹਦੇ 'ਚ ਰੱਤੀ ਕੁ ਜਰਾ ਸੁਣਿਓ, ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦਾ ਸਰਵੇਖਣ ਜੇ। ਉਹਨਾਂ ਨੇ ਕਿਹਾ ਕਿ ਲਗਭਗ 40% ਕੈਂਸਰ ਦੇ ਮਰੀਜ਼ ਪਿਛਲੇ 10 ਸਾਲਾਂ ਵਿੱਚ ਦੇਸੀ ਦਵਾਈਆਂ ਜਾਂ ਜਿਹੜੀਆਂ ਆਯੁਰਵੈਦਿਕ ਮੈਡੀਸਿਨਸ ਨਾਲੋਂ ਨਾਲ ਖਾ ਰਹੇ ਸਨ, ਜਿਨ੍ਹਾਂ ਵਿੱਚ ਵੱਧ ਪੜ੍ਹੇ ਲਿਖੇ, ਅਮੀਰ, ਇੰਟਰਨੈਟ ਨੂੰ ਆਧਾਰ ਮੰਨਣ ਵਾਲੇ ਜ਼ਿਆਦਾ ਮਰੀਜ਼ ਸਨ। ਇਹਨਾਂ ਵਿੱਚੋਂ ਬਹੁਤੇ ਉਹ ਸਨ ਜਿਹੜੇ ਕੈਂਸਰ ਦੀ ਸਰਜਰੀ, ਕੀਮੋਥੈਰੇਪੀ, ਰੇਡੀਓਥੈਰੇਪੀ ਦੇ ਨਾਲੋਂ ਨਾਲ ਲੈ ਰਹੇ ਸਨ। ਤੇ ਹੁਣ ਕਿਉਂ ਆਈ ਲੇਟੈਸਟ ਰਿਸਰਚ? ਇਹ 2019 ਤੋਂ ਜਿਹੜੀ ਉਹਨਾਂ ਨੇ ਕੰਪਲੀਟ ਕੀਤੀ ਸੀ, ਜਿਹੜੀ ਜਦੋਂ ਉਹ ਪਿਛਲੇ ਚਾਲੀ ਜਾਰੀ ਲਗਾਤਾਰ, ਉਹਦੀ ਜਦੋਂ ਹੁਣ ਕੰਪਲੀਸ਼ਨ ਕਰਕੇ ਪਬਲਿਸ਼ ਹੁਣ ਹੋਈ ਹੈ ਫਰਵਰੀ 2022 ਚ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ 83%, ਸੋਚ ਲਿਓ ਜਰਾ, 83% ਕੈਂਸਰ ਦੇ ਮਰੀਜ਼ ਨੇ ਜਿਹੜੇ ਦੇਸੀ ਦਵਾਈਆਂ ਜਾਂ ਕੋਈ ਹੋਰ ਜੜੀਆਂ ਬੂਟੀਆਂ ਐਲੋਪੈਥੀ ਟ੍ਰੀਟਮੈਂਟ ਦੇ ਨਾਲ ਹੀ ਲੈ ਲਈਆਂ ਨੇ। ਹੁਣ ਇਹਦੇ ਵਿੱਚ ਇੱਕ ਯੇਲ ਕੈਂਸਰ ਸੈਂਟਰ ਨੇ 10 ਸਾਲਾਂ ਦੀ ਖੋਜ ਬਾਅਦ ਸਪਸ਼ਟ ਕੀਤਾ ਜੇ, ਹੁਣ ਇਹ ਬਹੁਤ ਅਹਿਮ ਜੇ, ਕਿ ਜਿਹੜੇ ਕੈਂਸਰ ਦੇ ਮਰੀਜ਼ਾਂ ਨੇ ਤੁਰੰਤ ਆਪਰੇਸ਼ਨ, ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਕਰਵਾਉਣ ਦੀ ਥਾਂ ਪਹਿਲਾਂ ਦੇਸੀ ਟੋਟਕੇ ਅਜ਼ਮਾਏ, ਉਹਨਾਂ ਵਿੱਚ ਮੌਤ ਦਰ ਵੀਰੇ 30 ਤੋਂ 35% ਵਧੀ ਹੋਈ ਲੱਭੀ, ਵਕਤ ਤੋਂ ਪਹਿਲਾਂ ਕੂਚ ਕਰ ਗਏ। ਯਾਨੀ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਕੀਮੋ, ਰੇਡੀਓ
ਜਾਂ ਸਰਜਰੀ ਡਿਲੇ ਕਰਦੇ ਹੋ ਤੇ ਕੱਲੀ ਟੋਟਕਿਆਂ ਤੇ ਰਹਿ ਜਾਂਦੇ ਹੋ ਜਾਂ ਆਯੁਰਵੈਦਿਕ ਕੱਲੀ ਟ੍ਰੀਟਮੈਂਟ ਤੇ, ਤਾਂ ਇਹ ਮੌਤ ਦਰ ਬਹੁਤ ਵੱਧ ਜੇ, ਬੜੀ ਸਿਗਨੀਫੀਕੈਂਟ ਇਨਕਰੀਜ਼ ਹੈ। ਦੂਜੀ ਰਿਸਰਚ ਦਾ ਇੱਕ ਐਂਡ ਜੋ ਉਹਨਾਂ ਨੇ ਕੱਢਿਆ ਉਹ ਸੀ ਕਿ ਜਿਹੜੇ ਕੈਂਸਰ ਦੀਆਂ ਕੀਮੋਥੈਰੇਪੀ ਦੇ ਨਾਲੋਂ ਨਾਲ ਦੇਸੀ ਦਵਾਈਆਂ ਵਰਤ ਰਹੇ ਸਨ, ਉਹਨਾਂ ਵਿੱਚ ਜੋ ਇਹਨਾਂ ਨੇ ਰਿਸਰਚ ਰਾਹੀਂ ਸਾਬਤ ਕਰ ਦਿੱਤਾ ਹੈ ਕਿ ਬਥੇਰਿਆਂ ਨੂੰ ਕੈਂਸਰ ਦੀਆਂ ਦਵਾਈਆਂ ਦੇ ਮਾੜੇ ਅਸਰ, ਜੋ ਉਹਨਾਂ ਦੇ ਸਾਈਡ ਇਫੈਕਟ ਸੀ, ਬਹੁਤ ਜ਼ਿਆਦਾ ਲੱਭੇ, ਕਿਉਂਕਿ ਉਹਨਾਂ ਦੇ ਸਰੀਰ ਵਿੱਚ ਦੇਸੀ ਦਵਾਈਆਂ ਦਾ ਤੇ ਕੈਂਸਰ ਦੀਆਂ ਦਵਾਈਆਂ 'ਚ ਇੱਕ ਤਰੀਕੇ ਟਕਰਾਓ ਹੋਣ ਲੱਗ ਪਿਆ ਸੀ। ਸੋ ਉਹ ਅਸਰ ਦੀ ਕਾਟ ਕਰਨ ਲੱਗ ਪਏ ਸਨ। ਮੈਂ ਥੋੜੀ ਜੀ ਡਿਟੇਲ 'ਚ, ਜੇ ਤੁਸੀਂ ਇਜਾਜ਼ਤ ਦਿਓ ਤਾਂ, ਸਮਝਾਉਣਾ ਚਾਹੁੰਦੀ ਹਾਂ ਕਿ ਅਸਲ ਵਿੱਚ ਵਾਪਰਦਾ ਕੀ ਹੈ। ਜ਼ਰੂਰ ਜੀ। ਹੁਣ ਹੁੰਦਾ ਕੀ ਜੇ ਕਿ ਜਿਹੜੀ ਕੈਂਸਰ ਦੀ ਦਵਾਈ ਜਦੋਂ ਚੱਲਦੀ ਜੇ, ਨਾਲੋਂ ਨਾਲ, ਯਾਨੀ ਮੈਂ ਬਾਅਦ 'ਚ ਦੱਸਾਂਗੀ ਵੀ ਕਿ ਕਿਸ ਸਮੇਂ ਦੇਸੀ ਦਵਾਈਆਂ ਵਰਤੀਆਂ ਜਾਣ ਤੇ ਕਿਵੇਂ ਉਹਨਾਂ ਤੋਂ ਫਾਇਦਾ ਲਿਆ ਜਾਏ ਤੇ ਲੰਮੀ ਉਮਰ ਵੀ ਭੋਗੀ ਜਾ ਸਕਦੀ ਹੈ, ਕੈਂਸਰ ਦੀ ਰੀਕਰੈਂਸ ਵੀ ਘਟ ਸਕਦੀ ਹੈ। ਪਰ ਇਨੀਸ਼ੀਅਲ ਟ੍ਰੀਟਮੈਂਟ ਦੇ ਵਿੱਚ ਜੋ ਇਹ ਰਿਸਰਚ ਛਪੀ ਜੇ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਕੈਂਸਰ ਦੀਆਂ ਦਵਾਈਆਂ ਨੂੰ ਜਜ਼ਬ ਕਰਨ ਦੀ ਤਾਕਤ ਹੁੰਦੀ ਹੈ, ਜਾਂ ਸਰੀਰ ਵਿੱਚੋਂ ਜੋ ਰਸ ਨਿਕਲਦੇ ਨੇ ਜਿਨ੍ਹਾਂ ਨੇ ਉਹਨੂੰ ਹਜ਼ਮ ਕਰਨਾ ਹੈ, ਜਾਂ ਫਿਰ ਉਹ ਦਵਾਈ ਜਿਵੇਂ ਜਿਸ ਸੈੱਲ ਦੇ ਏਰੀਆ ਤੇ ਅਸਰ ਕਰਨਾ, ਅਟੈਚ ਹੁੰਦੀ ਹੈ, ਉੱਥੋਂ ਨੇ ਅਸਰ ਸ਼ੁਰੂ ਕਰਨਾ, ਇਹ ਜਿਹੜੀਆਂ ਦੇਸੀ ਦਵਾਈਆਂ ਨੇ ਉਹ ਸਰੀਰ ਦੀ ਇਮਿਊਨਿਟੀ ਵਧਾਉਣ ਦੇ ਨਾਲ ਉਹ ਸਗੋਂ ਸੈੱਲਾਂ ਨੂੰ ਸਖਤ ਜਾਨ ਬਣਾ ਦਿੰਦੀਆਂ, ਉਹਨੂੰ ਅਟੈਚ ਹੀ ਨਹੀਂ ਹੋਣ ਦਿੰਦੀਆਂ ਦਵਾਈ ਨੂੰ। ਤੇ ਉਹ ਉਹਨਾਂ ਦੇ ਇੱਕ ਹੁੰਦਾ ਜੇ CYP3A4, ਇਹ ਐਂਜ਼ਾਈਮ ਜਿਹਦਾ ਰੋਲ ਹੁੰਦਾ ਇਹ ਕੈਂਸਰ ਦੀ ਟ੍ਰੀਟਮੈਂਟ ਨੂੰ ਇਫੈਕਟਿਵ ਬਣਾਉਣ ਲਈ, ਉਹ ਦੇਸੀ ਦਵਾਈਆਂ ਨੂੰ ਦੇ ਕੇ ਦੇਖਿਆ ਗਿਆ ਕਿ ਇਸ ਐਂਜ਼ਾਈਮ ਨੂੰ ਖਤਮ ਹੀ ਕਰ ਦਿੰਦੀਆਂ। ਹੁਣ ਇਹਨਾਂ ਵਿੱਚ ਕਿਹੜੇ ਕਿਹੜੇ ਕੈਂਸਰ ਲਈ ਉਹਨਾਂ ਨੇ ਸਾਈਕਲੋਫਾਸਫਾਮਾਈਡ, ਪੈਕਲੀਟੈਕਸਲ, ਵਿਨਕ੍ਰਿਸਟੀਨ, ਵਿਨਬਲਾਸਟੀਨ, ਇਹ ਮੇਰਾ ਖਿਆਲ ਹੈ ਬਹੁਤ ਜਣੇ ਜਿਹੜੇ ਕੈਂਸਰ ਦੇ ਪੇਸ਼ੈਂਟਸ ਉਹਨਾਂ ਨੂੰ ਪਤਾ ਹੈ ਵੀ ਇਹ ਆਮ ਵਰਤੀਆਂ ਜਾਣ ਵਾਲੀਆਂ ਦਵਾਈਆਂ, ਉਹਨਾਂ ਵਿੱਚ ਇਹ ਅਸਰ ਹੀ ਸਿਰਫ ਇਸ ਐਂਜ਼ਾਈਮ ਰਾਹੀਂ ਦਿਖਾਉਂਦੀਆਂ ਨੇ। ਤਾਂ ਤੁਸੀਂ ਸਮਝ ਸਕਦੇ ਹੋ ਕਿ ਜੋ ਐਂਜ਼ਾਈਮ ਹੀ ਨਾ ਰਿਹਾ ਤੇ ਦਵਾਈਆਂ ਦਾ ਅਸਰ ਕਿਵੇਂ ਲਗਭਗ ਖਤਮ ਹੀ ਹੋ ਜਾਂਦਾ ਹੈ। ਸੋ ਕੈਂਸਰ ਪੂਰੀ ਸਪੀਡ ਤੇ ਵਧਣ ਲੱਗ ਜਾਂਦਾ, ਯਾਨੀ ਦੇਸੀ ਦਵਾਈ ਤੇ ਇਹ ਐਲੋਪੈਥਿਕ ਮੈਡੀਸਿਨ ਆਪਸ ਵਿੱਚ ਹੀ ਘੋਲ ਕਰਦੀਆਂ ਰਹਿ ਜਾਂਦੀਆਂ ਤੇ ਬੰਦਾ ਕੂਚ ਕਰ ਜਾਂਦਾ। ਹੁਣ ਇਹਦੇ ਵਿੱਚ ਇੱਥੋਂ ਤੱਕ ਦੇਖਿਆ ਗਿਆ ਕਿ ਜਿਹੜੇ ਪੇਨ ਕਿਲਰ ਓਪੀਓਇਡਸ ਦਿੱਤੇ ਜਾ ਰਹੇ ਸਨ, ਉਹਦਾ ਅਸਰ ਵੀ ਲਗਭਗ 1/3 ਕਰ ਦਿੱਤਾ ਇਹਨਾਂ ਨੇ ਦੇਸੀ ਦਵਾਈਆਂ ਨੇ, ਜਿਹਦੇ ਨਾਲ ਪੀੜ ਨੂੰ ਆਰਾਮ ਵੀ ਨਹੀਂ ਆਇਆ, ਚੀਕਾਂ ਮਾਰਦੇ ਮਰੀਜ਼ ਰਹਿ ਗਏ। ਇਹ ਚੀਜ਼ਾਂ ਇਸ ਰਿਸਰਚ ਵਿੱਚ ਸਾਹਮਣੇ ਆਈਆਂ ਨੇ। ਹੁਣ ਇਹਦੇ ਵਿੱਚ ਇੱਕ ਹੋਰ ਅਹਿਮ ਨੁਕਤਾ ਸੀ ਕਿ ਛਾਤੀ ਦੇ ਕੈਂਸਰ ਵਿੱਚ ਜੋ ਵਰਤੀਆਂ ਜਾ ਰਹੀਆਂ ਦਵਾਈਆਂ ਸੀ, ਉਹਦੇ ਵਿੱਚ ਇਹ ਸਾਰੀਆਂ ਦਵਾਈਆਂ ਦੀ ਟੁੱਟ-ਫੁੱਟ ਜਿਗਰ ਰਾਹੀਂ ਹੁੰਦੀ ਹੈ। ਹੁਣ ਇਹ ਦੇਸੀ ਦਵਾਈਆਂ ਦਾ ਕੰਮ ਸਾਰੇ ਦਾ ਸਾਰਾ ਹੀ ਜਿਗਰ ਦੇ ਰਾਹੀਂ ਹੁੰਦਾ, ਸੋ ਉਹਨਾਂ ਨੇ ਆਪਣਾ ਸਾਰਾ ਥਾਂ ਮੱਲ ਲਿਆ ਤੇ ਜਿਹੜਾ ਅਸਰ ਕੈਂਸਰ ਦੀਆਂ ਦਵਾਈਆਂ ਨੇ ਕਰਨਾ ਸੀ ਉਹ ਥਾਂ ਹੀ ਨਹੀਂ ਛੱਡੀ। ਸੋ ਉਹਦੇ ਨਾਲ ਕੈਂਸਰ ਦੀਆਂ ਦਵਾਈਆਂ ਦਾ ਅਸਰ ਹੋਇਆ ਨਹੀਂ, ਇਹਨਾਂ ਦੀ ਲੋੜੋਂ ਵੱਧ ਕੈਂਸਰ ਫੈਲਿਆ ਵੀ, ਛੇਤੀ ਮੌਤ ਦੇ ਮੂੰਹ 'ਚ ਗਏ। ਹੁਣ ਮੈਂ ਗੱਲ ਕਰਨਾ ਚਾਹਾਂਗੀ ਸਲੋਨ ਕੇਟਰਿੰਗ ਮੈਮੋਰੀਅਲ ਕੈਂਸਰ ਸੈਂਟਰ। ਮੇਰਾ ਖਿਆਲ ਹੈ ਕਿ ਇਸ ਤੋਂ ਤਗੜਾ ਕੋਈ ਦੁਨੀਆ ਭਰ 'ਚ ਨਹੀਂ ਹੈ ਜਿਹੜਾ ਕਹਿ ਸਕੀਏ ਕਿ ਉਹਨੇ ਜਿਸਨੇ ਨਾਮਣਾ ਖੱਟਿਆ ਹੋਏ ਰਿਸਰਚ ਦੇ ਬੇਸ ਤੋਂ, ਜਿਹਦੇ ਵਿੱਚ ਕਿਸੇ ਵੀ ਹਾਲ 'ਚ ਅਸੀਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਉਹਨਾਂ ਦੀ ਰਿਸਰਚ ਤੇ, ਕਿਉਂਕਿ ਮੈਕਸਿਮਮ ਨੰਬਰ ਆਫ ਕੇਸਿਸ ਨੇ ਤੇ ਮੈਕਸਿਮਮ ਐਕਸਪੋਜ਼ਰ ਹੈ। ਤੇ ਉਹ ਰਿਸਰਚ ਜਿਹੜੀ ਉਹਨਾਂ ਨੇ ਅਲਟੀਮੇਟਲੀ, ਜੇ ਕੋਈ ਤੁਸੀਂ ਚਾਹੋ ਉਹਨਾਂ ਦੀ ਵੈਬਸਾਈਟ ਤੇ ਇਹਦੀ ਵੀ ਕੋਈ ਦੇਖ ਸਕਦਾ ਹੈ ਕਿ ਉਹਨਾਂ ਨੇ ਕਿਸ ਤਰੀਕੇ ਵਾਰਨਿੰਗਸ ਵੀ ਜਾਰੀ ਕੀਤੀਆਂ ਨੇ ਕਿ ਭਈ ਤੁਸੀਂ ਦੇਸੀ ਦਵਾਈਆਂ ਨੂੰ ਜਦੋਂ ਕੈਂਸਰ ਦੀ ਟ੍ਰੀਟਮੈਂਟ ਚੱਲ ਰਹੀ ਜੇ, ਰੱਬ ਦਾ ਵਾਸਤਾ ਜੇ ਤੁਸੀਂ ਨਾ ਵਰਤੋ। ਤੇ ਮੈਂ ਭਾਜੀ ਅੱਗੋਂ ਦੱਸਣਾ ਵੀ ਚਾਹਾਂਗੀ ਜਿਨ੍ਹਾਂ 'ਚ ਕੁਝ ਖੁਰਾਕ ਜਿਹੜੀਆਂ ਆਪਾਂ ਪਹਿਲਾਂ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਦੱਸ ਚੁੱਕੇ ਹਾਂ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਖਾਣ ਨਾਲ ਕੈਂਸਰ ਨਾਲ ਜੰਗ ਵਿੱਢੀ ਜਾ ਸਕਦੀ ਹੈ, ਪਰ ਉਹ ਖਾਣੀਆਂ ਕਦੋਂ ਨੇ ਇਹਦੇ ਵਿੱਚ ਗੜਬੜ ਹੋ ਰਹੀ ਜੇ। ਕਿਉਂਕਿ ਇਸ ਵੈਬਸਾਈਟ ਜਦੋਂ ਖੋਲੋਗੇ ਤੁਸੀਂ, ਉਸ ਵੈਬਸਾਈਟ 'ਚ ਤੁਹਾਨੂੰ ਮਿਲੇਗਾ ਕਿ ਕਿਸ ਦਵਾਈ ਦਾ ਕਿਸ ਢੰਗ ਨਾਲ ਅਸਰ ਹੁੰਦਾ ਜੇ, ਤੇ ਉਸ ਅਸਰ ਨੂੰ ਛੇੜਛਾੜ ਕਿਵੇਂ ਕਰਦੀਆਂ ਨੇ ਦੇਸੀ, ਤੇ ਕਿਵੇਂ ਫਿਰ ਇਹ ਯਾਨੀ ਅਲਟੀਮੇਟ ਟੁਵਰਡਸ ਡੈਥ ਬੰਦੇ ਨੂੰ ਲੈ ਜਾਂਦੀਆਂ ਨੇ।
ਹੁਣ ਫਿਰ ਆਪਾਂ ਮਤਲਬ ਕਿਹੜੀਆਂ ਨਾ ਵਰਤੀਆਂ ਜਾਣ, ਥੋੜਾ ਜਿਹਾ ਮੈਂ ਉਹਦੇ ਬਾਰੇ ਦੱਸਣਾ ਚਾਹਾਂਗੀ ਕਿ ਜਿਹੜੇ ਸਾਡੇ ਕੋਲ ਇਹੋ ਜਿਹੇ ਉਹਨਾਂ ਨੇ ਰਿਪੋਰਟ ਕੀਤੇ ਵੀ ਆ ਬੰਦੇ ਇਸ ਤਰੀਕੇ ਕੋਈ ਹਿਮਾਲਿਆ ਤੋਂ ਲੈ ਕੇ ਆ ਜੜੀਆਂ ਬੂਟੀਆਂ ਤੋਂ ਬਣੀਆਂ ਦਵਾਈਆਂ ਵਰਤੀਆਂ, ਕਿਸੇ ਨੇ ਕੁਝ ਜਿਹੜੇ ਦੇਸੀ ਟੋਟਕੇ ਵਰਤੇ, ਹੁਣ ਉਹਨਾਂ ਨਾਲ ਕਿਸ ਤਰੀਕੇ ਮੌਤ ਵੀ ਛੇਤੀ ਹੋਈ, ਜਿਗਰ ਦਾ ਵੀ ਨੁਕਸਾਨ ਹੋਇਆ, ਕੈਂਸਰ ਦੀਆਂ ਦਵਾਈਆਂ ਦੇ ਸਾਈਡ ਇਫੈਕਟਸ ਵੀ ਵੱਧ ਹੋਏ। ਉਹਨਾਂ ਵਿੱਚ ਜੋ ਇੰਟਰਸਟਿੰਗ ਚੀਜ਼ ਸੁਣਿਓ, ਲੋੜੋਂ ਵੱਧ ਕੈਲਸ਼ੀਅਮ, ਖਿਆਲ ਕਰਿਓ ਜੋ ਮੈਂ ਦੱਸਣ ਲੱਗਿਆ, ਲੋੜੋਂ ਵੱਧ ਮੈਗਨੀਸ਼ੀਅਮ, ਲੋੜੋਂ ਵੱਧ ਆਇਰਨ, ਇੱਥੋਂ ਤੱਕ ਕਿ ਜ਼ਿੰਕੋ ਬਿਲੋਬਾ, ਯਾਨੀ ਅਸੀਂ ਉਹ ਦਵਾਈਆਂ ਗਿਣਦੇ ਆ ਜ਼ਿੰਕੋ ਬਿਲੋਬਾ ਕਿ ਉਮਰ ਲੰਬੀ ਕਰਨ ਦੀ ਇੱਕੋ ਇੱਕ ਦਵਾਈ ਜੇ। ਤੇ ਫਿਰ ਸੇਂਟ ਜੌਨ ਵੋਰਟ ਜਿਹੜੀ ਕਿ ਦਿਲ ਦੇ ਵਾਸਤੇ ਵੀ ਵਰਤੀ ਜਾਂਦੀ ਦਵਾਈ ਜੇ। ਹੁਣ ਇਹਨਾਂ ਦੇ ਨਾਲ ਰਿਸਰਚ ਕੀਤੀ ਉਹਨਾਂ ਨੇ, ਜਿਹੜੇ ਬੰਦੇ ਇਹ ਲੈ ਰਹੇ ਸਨ, ਸੁਣਾ ਕੇ ਵੀ ਭਾਈ ਮੈਗਨੀਸ਼ੀਅਮ ਬਹੁਤ ਵੱਧ ਖਾਣਾ ਚਾਹੀਦਾ, ਜਿਸ ਵਿੱਚ ਕਿ ਕੁਦਰਤੀ ਸਬਜ਼ੀਆਂ ਤੋਂ ਹੀ ਲੋੜੋਂ ਵੱਧ ਖਾਣ ਨਾਲ ਜੋ ਉਹਨਾਂ ਨੇ ਲਿਆ, ਜਾਂ ਦਵਾਈਆਂ ਲੋੜੋਂ ਵੱਧ ਖਾ ਲੀਆਂ ਵੀ ਫਿਰ ਕੀ ਹੋਇਆ, ਟੌਨਿਕ ਹੀ ਹੈ। ਇਹਦੇ ਵਿੱਚ ਜੀ ਉਹਨਾਂ ਨੇ ਹਰਬ ਕੈਂਸਰ ਡਰੱਗ ਇੰਟਰੈਕਸ਼ਨ ਖੋਜ ਪੱਤਰ ਦਾ ਨਾਮ ਹੈ, ਜੋ ਤੁਸੀਂ ਪੜ੍ਹ ਵੀ ਸਕਦੇ ਹੋ। ਉਸ 'ਚ ਸਪਸ਼ਟ ਲਿਖਿਆ ਦਿੱਤਾ ਹੈ ਕਿ ਇਹ ਦਵਾਈਆਂ ਨਾਲ ਅਸੀਂ ਕੈਂਸਰ ਦਾ ਵਿਗੜਨਾ ਵੱਧ ਵੇਖਿਆ ਗਿਆ ਜਦੋਂ ਅਜੇ ਇਲਾਜ ਜਾਰੀ ਸੀ। ਤੁਸੀਂ ਕੈਂਸਰ ਦੇ ਸੈੱਲਾਂ ਨੂੰ ਤਾਕਤ ਦੇ ਰਹੇ ਹੋ, ਨਾ ਕਿ ਸਰੀਰ ਨੂੰ। ਸੋ ਸਰੀਰ ਨੂੰ ਤੁਸੀਂ ਨਾ ਦਿਓ ਇਹੋ ਜਿਹੀਆਂ ਚੀਜ਼ਾਂ, ਕੈਂਸਰ ਦੇ ਸੈੱਲਾਂ ਨੂੰ ਫੈਲਣ ਤੋਂ ਰੋਕ ਲੈਣ ਦਿਓ, ਫਿਰ ਤੁਸੀਂ ਸਰੀਰ ਦੀ ਇਮਿਊਨਿਟੀ ਵਧਾਓ ਤੇ ਵਧੀਆ ਹੋਏਗਾ। ਕੈਂਸਰ ਦੀ ਟ੍ਰੀਟਮੈਂਟ ਵਿੱਚ ਛੇੜਖਾਨੀ ਨਾ ਕੀਤੀ ਜਾਏ। 83% ਜੋ ਕਰ ਰਹੇ ਨੇ, ਤੁਸੀਂ ਸਮਝ ਸਕਦੇ ਹੋ ਕਿੰਨਾ ਅੱਜ ਦੇ ਪ੍ਰੋਗਰਾਮ ਦਾ ਬੇਨਤੀ ਕਰ ਸਕਦੀ ਹਾਂ ਕਿ ਜੇ ਸ਼ੇਅਰ ਕਰ ਸਕੋ ਆਪਣੇ ਰਿਸ਼ਤੇਦਾਰਾਂ ਨਾਲ, ਜਾਂ ਉਹਨਾਂ ਨੂੰ ਦੱਸ ਸਕੋ, ਇਹ ਜਾਣਕਾਰੀ ਪਹੁੰਚਾ ਸਕੋ ਜਿਹੜੇ ਵੀ ਇਸ ਬਿਮਾਰੀ ਨਾਲ ਜੂਝ ਰਹੇ ਨੇ, ਕਿ ਡਿਊਰਿੰਗ ਟ੍ਰੀਟਮੈਂਟ ਰੱਬ ਦਾ ਵਾਸਤਾ ਜੇ ਚੀਜ਼ਾਂ ਨਾ ਕਰੋ। ਬਾਅਦ ਵਿੱਚ ਜ਼ਰੂਰ ਮੈਂ ਉਹ ਵੀ ਦੱਸਾਂਗੀ ਕਿਹੜੀਆਂ ਵਰਤਣ ਦੀ ਲੋੜ ਹੈ। ਹੁਣ ਸੇਂਟ ਜਿਹੜੀ ਜੌਨ ਵੋਰਟ ਹਰਬਲ ਮੈਡੀਸਿਨ ਬੂਟਿਆਂ ਤੋਂ ਦਵਾਈ ਬਣੀ ਹੈ। ਹੁਣ ਜਿਨਸੈਂਗ ਮੇਰਾ ਖਿਆਲ ਹੈ ਦੁਨੀਆ ਵਰਤੀ ਜਾਂਦੀ ਹੈ ਜੀ, ਸਾਨੂੰ ਤਾਕਤ ਚਾਹੀਦੀ ਹੈ ਉਹਦੇ ਵਾਸਤੇ। ਹੋਰ ਤਾਂ ਹੋਰ ਇੱਕ ਆਪਾਂ ਇਸ ਪ੍ਰੋਗਰਾਮ 'ਚ ਗੱਲ ਵੀ ਕੀਤਾ ਸੀ, ਡਰੈਗਨ ਫਰੂਟ, ਕੈਕਟਸ ਦਾ ਫਲ, ਇਹ ਬੜੇ ਇਫੈਕਟਿਵ ਨੇ ਕੈਂਸਰ ਦੇ ਸੈੱਲਾਂ ਨੂੰ ਫੈਲਣ ਤੋਂ ਰੋਕਣ ਲਈ। ਪਰ ਜਦੋਂ ਇਹ ਕੈਂਸਰ ਦੀ ਦਵਾਈ ਚੱਲ ਰਹੀ ਹੈ ਜੇ, ਕੀਮੋਥੈਰੇਪੀ ਦੇ ਦੌਰਾਨ ਦੇਣ ਨਾਲ ਇਹਨਾਂ ਦਾ ਅਸਰ ਕੀਮੋਥੈਰੇਪੀ ਡਰੱਗਸ ਦਾ 50% ਤੱਕ ਰਿਡਿਊਸ ਕਰ ਦਿੰਦੇ ਨੇ। ਯਾਨੀ ਕੈਂਸਰ ਸੈੱਲ ਮਾਰਨ ਦੀ ਥਾਂ ਤੇ ਉਹ ਦਵਾਈਆਂ ਨੂੰ ਹੀ ਖਤਮ ਕਰੀ ਜਾਂਦੇ ਨੇ, ਜੋ ਕਿ ਅਸੀਂ ਇਹ ਦਵਾਈਆਂ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਖਾਣ ਨਾਲ ਫਾਇਦਾ ਲੈ ਸਕਦੇ ਸਾਂ, ਉਹ ਅਸੀਂ ਚਾਰੇ ਪਾਸੇ ਹੀ ਆਪਣੇ ਆਪ ਨੂੰ ਖਤਮ ਕਰ ਲਿਆ। ਕਿਉਂਕਿ ਇਹ ਦਵਾਈਆਂ ਸਰੀਰ ਚੋਂ ਜਿਹੜਾ ਉਸ ਕੈਂਸਰ ਦੀਆਂ ਦਵਾਈਆਂ ਨੂੰ ਕੱਢਣ ਵਿੱਚ ਵੀ ਤੇਜ਼ੀ ਦਿਖਾਉਂਦੀਆਂ ਨੇ ਕਿ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਹੁਣ ਇੱਕ ਇਮੈਟਿਨਿਬ ਹੈ, ਇਸ ਦਵਾਈ ਨਾਲ, ਕੈਂਸਰ ਦੀ ਦਵਾਈ ਸੀ, ਇਹ ਪੇਸ਼ੈਂਟ ਨੇ ਆਪਣੇ ਆਪ ਹੀ ਨਾਲ ਹਰਬਲ ਦਵਾਈ ਸੇਂਟ ਜੌਨ ਵੋਰਟ ਲੈ ਲਈ ਕਿ ਮੈਂ ਇਸ ਤਰ੍ਹਾਂ ਦੇ ਨਾਲ ਛੇਤੀ, ਮੈਨੂੰ ਪਤਾ ਹੈ ਵੀ ਐਂਟੀ ਕੈਂਸਰ ਹੈ, ਮੈਨੂੰ ਫਰਕ ਪਾਏਗੀ, ਮੈਂ ਛੇਤੀ ਰਿਕਵਰ ਕਰ ਜਾਵਾਂਗਾ। ਤਾਂ ਉਹਦੇ ਵਿੱਚ ਜਦੋਂ ਟੈਸਟ ਕੀਤਾ ਗਿਆ ਤਾਂ ਉਹਦੇ ਵਿੱਚ 2 ਹਫ਼ਤਿਆਂ ਦੇ ਵਿੱਚ ਇਮੈਟਿਨਿਬ ਦਾ ਅਸਰ 42% ਤੱਕ ਘਟ ਗਿਆ ਸੀ। ਤੁਸੀਂ ਅੰਦਾਜ਼ਾ ਲਾ ਲਓ ਕਿ ਕਿਵੇਂ ਆਪ ਹੀ ਬੰਦਾ ਮੌਤ ਦੇ ਮੂੰਹ ਵੱਲ ਜਾਣ ਦੀ ਤਿਆਰੀ ਕਰ ਰਿਹਾ ਸੀ। ਇੰਨੀਆਂ ਇਹ ਕਈ ਵਾਰ ਖਤਰਨਾਕ ਹੋ ਜਾਂਦੀਆਂ ਨੇ। ਹੁਣ ਇੰਜੀ ਚਕੋਦਰਾ, ਵੀਰ ਚਕੋਦਰਾ ਕਮਾਲ ਦਾ ਐਂਟੀ ਕੈਂਸਰ ਜੇ। ਇਹਦੇ ਵਿੱਚ ਰਿਸਰਚ ਆ ਚੁੱਕੀ ਜੇ ਕਿਸ ਤਰੀਕੇ ਇਹ ਕੈਂਸਰ ਦੀਆਂ ਜਿਹੜੀਆਂ ਜੜ੍ਹਾਂ ਨੂੰ ਖਤਮ ਕਰ ਸਕਦਾ ਹੈ। ਸ਼ੁਰੂਆਤੀ ਦੌਰ ਵਿੱਚ ਕਾਫੀ ਇਫੈਕਟਿਵ ਹੈ। ਇਹਦੇ ਤੱਤ ਵਿੱਚ ਰਸ ਕੱਢ ਕੇ ਉਹ ਵੀ ਇਸ ਵੇਲੇ ਮਿਲਣ ਲੱਗ ਗਏ ਨੇ ਦਵਾਈ ਦੇ ਰੂਪ ਵਿੱਚ। ਸਿਰਫ ਇੱਕੋ ਇੱਕ ਖਰਾਬੀ ਜੇ ਕਿ ਚਕੋਦਰਾ ਜੇ ਤੁਸੀਂ ਕੈਂਸਰ ਦੀ ਟ੍ਰੀਟਮੈਂਟ ਦੇ ਨਾਲ ਲੈਣ ਲੱਗ ਗਏ ਹੋ ਤਾਂ ਇਹ ਵੀ ਉਹਦਾ ਕੈਂਸਰ ਦੀ ਦਵਾਈ ਦਾ ਅਸਰ 32 ਤੋਂ 42% ਘਟ ਜਾਂਦਾ। ਜੇ ਤੁਸੀਂ ਅੰਦਾਜ਼ਾ ਲਾ ਲਓ ਕਿ ਇਹੀ ਚਕੋਦਰਾ ਕੈਂਸਰ ਟ੍ਰੀਟਮੈਂਟ ਪੂਰੀ ਹੋਣ ਤੋਂ ਬਾਅਦ ਜੇ ਤੁਸੀਂ ਖਾਂਦੇ ਹੋ ਤਾਂ ਤੁਹਾਡੀ ਉਮਰ ਲੰਬੀ ਹੋ ਸਕਦੀ ਹੈ, ਕੈਂਸਰ ਦਾ ਰੀਕਰੈਂਸ ਘਟ ਸਕਦਾ ਹੈ।
ਰਿਕਵਰੀ ਬਾਡੀ ਦੀ ਛੇਤੀ ਹੁੰਦੀ ਜੇ, ਜਿਹੜੀ ਕਮਜ਼ੋਰੀ ਆ ਜਾਂਦੀ ਹੈ, weight gain, ਹਰ ਚੀਜ਼ ਵਿੱਚ, ਲਿਵਰ ਦੇ ਫੰਕਸ਼ਨਸ ਵਿੱਚ, ਕਿਡਨੀ ਫੰਕਸ਼ਨਸ ਵਿੱਚ, ਸਭ ਕੁਝ 'ਚ ਇੰਪਰੂਵਮੈਂਟ ਹੋ ਸਕਦੀ ਹੈ ਜੇ ਟ੍ਰੀਟਮੈਂਟ ਪੂਰੀ ਹੋਣ ਤੋਂ ਬਾਅਦ ਖਾਧਾ ਜਾਵੇ। ਹੁਣ ਇਹ ਅਸਲ 'ਚ ਚਕੋਦਰਾ ਬਹੁਤ ਕਿਸਮ ਦੀਆਂ। ਚਕੋਦਰਾ ਬਾਰੇ ਥੋੜੀ ਜਿਹੀ ਹੋਰ ਜਾਣਕਾਰੀ ਦਿਓ। ਚਕੋਦਰਾ ਚੀਜ਼ ਕੀ ਹੈ ਜੀ? ਚਕੋਦਰਾ ਇੱਕ ਕਿਸਮ ਦਾ ਤੁਸੀਂ ਮੌਸਮੀ ਦੀ ਫੈਮਿਲੀ ਦਾ ਹੀ ਹੁੰਦਾ ਜੇ, ਥੋੜੀ ਜਿਹੀ ਕੁੜੱਤਣ ਦੇ ਵਿੱਚ ਹੁੰਦਾ ਜੇ। ਇਹ ਯਾਨੀ ਥੋੜਾ ਵੱਡਾ ਵੀ ਸਾਈਜ਼ 'ਚ ਹੁੰਦਾ, ਜਿਵੇਂ ਸੰਤਰਾ, ਮੌਸਮੀ ਜਾਂ ਚਕੋਦਰਾ, ਇਹ ਸਾਰਿਆਂ ਦੀ ਇੱਕ ਕਿਸਮ ਦੇ ਵਿੱਚ ਹੀ ਇਹ ਅਸੀਂ ਇਹਨੂੰ ਗਿਣਦੇ ਹਾਂ। ਤਾਂ ਇਹਦੇ ਵਿੱਚ ਹੁਣ ਖਾਣ ਵਜੋਂ ਆਮ ਹੀ ਹੁਣ ਤਾਂ ਮਿਲ ਜਾਂਦਾ ਜੇ, ਜਿਹਨੂੰ ਪੋਮੈਲੋ, ਜੇ ਤੁਸੀਂ ਅੰਗਰੇਜ਼ੀ ਦਾ ਨਾਮ ਜਾਣਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਸੀਂ ਇਹ ਲੱਭ ਸਕਦੇ ਹੋ। ਸੋ ਇਹ ਚੀਜ਼ ਬਹੁਤ ਬਹੁਤ ਇਫੈਕਟਿਵ ਜੇ। ਇਹਦੀਆਂ ਖੋਜਾਂ ਆਪਾਂ ਫਿਰ ਅਗਲੀ ਪ੍ਰੋਗਰਾਮ 'ਚ, ਕਿਉਂਕਿ ਇਹ ਤਾਂ ਪੂਰਾ ਇੱਕ ਪ੍ਰੋਗਰਾਮ ਚਾਹੀਦਾ ਇਹਦੇ ਤੇ ਗੱਲ ਕਰਨ ਨੂੰ। ਚਕੋਦਰਾ ਜੋ ਕਿ ਅਸੀਂ ਹਲਕਾ ਜਿਹਾ ਬਾਅਦ ਵਿੱਚ ਕੁੜੱਤਣ ਆ ਜਾਂਦੀ ਹੈ ਜੇ ਤੁਸੀਂ ਕੱਟ ਕੇ ਰੱਖਦੇ ਹੋ, ਜੇ ਤਾਜ਼ਾ ਹੀ ਖਾ ਲਓ ਤਾਂ ਫਿਰ ਉਹਨਾਂ ਕੌੜਾ ਨਹੀਂ ਜਾਪਦਾ, ਮੌਸਮੀ ਵਰਗਾ ਹੀ ਹੁੰਦਾ ਜੇ। ਸਾਈਜ਼ ਵੱਡਾ ਜੇ, ਅਲੱਗ-ਅਲੱਗ ਕਲਰਸ ਵਿੱਚ ਜੇ, ਕੋਈ ਪੀਲਾ, ਕੋਈ ਲਾਲੀ ਦੇ ਵਿੱਚ, ਤੇ ਲਾਲੀ ਵਾਲੇ 'ਚ ਕਹਿੰਦੇ ਨੇ ਉਹਦੇ ਐਂਟੀ ਕੈਂਸਰ ਇਫੈਕਟਸ ਵੱਧ ਹੁੰਦੇ ਨੇ। ਇਹ ਇੱਕੋ ਇੱਕ ਫਲ ਜੇ ਜਿਹਦੀ ਡਾਕੂਮੈਂਟਡ ਲੈਬੋਰੇਟਰੀ ਸਾਡੇ ਕੋਲ ਐਵੀਡੈਂਸ ਹੈ ਕਿ ਕੈਂਸਰ ਸੈੱਲ ਨੂੰ ਇੰਨਾ ਕੁ ਦਬਾ ਦਿੰਦਾ ਕਿ ਰੀਕਰੈਂਸ ਰੇਟ ਘਟਾ ਦਿੰਦਾ। ਸੋ ਇਸ ਕਰਕੇ ਇਹਨੂੰ, ਇਹਦੀ ਦਵਾਈਆਂ ਇਸ ਵੇਲੇ ਅਵੇਲੇਬਲ ਹੋ ਗਈਆਂ ਨੇ, ਇਹਦੇ ਵਿੱਚੋਂ ਜੋ ਕੱਢਦੇ ਨੇ ਨਾਇਰੋਜਨ ਜਾਂ ਸਾਰੇ ਰਸਾਂ ਦੀ, ਜਿਹੜੀਆਂ ਕੈਂਸਰ ਦੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਨੇ, ਪਰ ਟ੍ਰੀਟਮੈਂਟ ਪੂਰੀ ਹੋਣ ਤੋਂ ਬਾਅਦ। ਹੁਣ ਇਹਦੇ ਵਿੱਚ ਇੱਕ ਥੋਮ ਦੀ ਗੱਲ ਦੱਸਦੇ ਹਾਂ। ਜਿਹੜੀ ਇੱਕ ਛਾਤੀ ਦੇ ਕੈਂਸਰ ਜੋ ਵਧੇ ਹੋਏ ਸਨ, ਉਹਨਾਂ ਵਿੱਚ ਜੋ ਕੈਂਸਰ ਦੀਆਂ ਦਵਾਈਆਂ ਖਾ ਰਹੀਆਂ ਸਨ, ਕਿਉਂਕਿ ਥੋਮ ਵੀ ਐਂਟੀ ਕੈਂਸਰ ਬੜਾ ਤਗੜਾ ਜੇ, ਇਹ ਦੇਖਿਆ ਗਿਆ ਕਿ ਜਿਹੜੀਆਂ ਔਰਤਾਂ ਨਾਲੋਂ ਨਾਲ ਥੋਮ ਖਾਣਾ ਸ਼ੁਰੂ ਹੋ ਗਈਆਂ ਸਨ, ਜਦੋਂ ਅਜੇ ਦਵਾਈ ਚੱਲ ਰਹੀ ਸੀ, ਖਾਸ ਤੌਰ ਤੇ ਡੋਸੀਟੈਕਸਿਲ, ਤਾਂ ਉਹਦੀ ਮਾਤਰਾ ਬਲੱਡ ਵਿੱਚੋਂ, ਬਲੱਡ ਲੈਵਲ 35% ਘਟ ਗਈ। ਇਸ ਕਰਕੇ ਇੱਕ ਵਾਰਨਿੰਗ ਜਾਰੀ ਕੀਤੀ ਗਈ ਕਿ ਭਾਈ ਜੀ ਤੁਹਾਨੂੰ ਤਾਂ ਆਮ ਹੀ ਗੱਲ ਲੱਗਦੀ ਜੇ, ਪਰ ਰੱਬ ਦਾ ਵਾਸਤਾ ਜੇ, ਜਿਹੜੀਆਂ ਐਂਟੀ ਕੈਂਸਰ ਕੁਦਰਤੀ ਖਾਣੇ ਨੇ, ਇਹ ਕੈਂਸਰ ਦੀ ਟ੍ਰੀਟਮੈਂਟ ਦੌਰਾਨ ਨਾ ਖਾਦੇ ਜਾਣ, ਕਿਉਂਕਿ ਉਹ ਕੈਂਸਰ ਦੀ ਸਗੋਂ ਦਵਾਈਆਂ ਨੂੰ ਨਾਸ ਮਾਰ ਦਿੰਦੇ ਨੇ, ਉਹਨੂੰ ਅਸਰ ਨਹੀਂ ਹੋਣ ਦਿੰਦੇ, ਗਲਤ ਸਮੇਂ ਬਾਡੀ ਇਮਿਊਨਿਟੀ ਵਧਾ ਦਿੰਦੇ ਨੇ, ਜਿਹੜੀ ਸਗੋਂ ਕੈਂਸਰ ਦੇ ਸੈੱਲਾਂ ਨੂੰ ਵਧਾ ਦਿੰਦੀ ਹੈ। ਤੁਸੀਂ ਹੈਰਾਨ ਹੋਵੋਗੇ, ਇਹ ਵਾਰਨਿੰਗ ਸਲੋਨ ਕੇਟਰਿੰਗ ਸੈਂਟਰ 'ਚ ਇਹ ਵੀ ਵੈਬਸਾਈਟ ਤੇ ਲੱਭ ਜਾਏਗੀ ਕਿ ਇੱਕ ਜੀ ਜੜੀ ਬੂਟੀ ਕੋਈ ਜਿਹੜੀ ਇਹ ਖਾਂਦੇ ਨੇ ਨਾ ਏਸ਼ੀਅਨਸ, ਜਿਹਦਾ ਨਾਮ ਅਦਰਕ ਹੈ, ਉਹਨੂੰ ਲੱਗਦਾ ਉਹਨਾਂ ਨੂੰ ਵੀ ਕੁਝ ਵੀ ਨਹੀਂ, ਪਰ ਜਦੋਂ ਅਸੀਂ ਕੈਂਸਰ ਦੇ ਲਈ ਆਪਰੇਸ਼ਨ ਕਰਦੇ ਹਾਂ, ਜੇ ਰੈਗੂਲਰ ਤੌਰ ਤੇ ਅਦਰਕ ਵੀ ਖਾ ਰਹੇ ਨੇ, ਜੇ ਰੱਤਾ ਵਾਸਾ ਉਹਦੇ ਤੋਂ ਵੱਧ ਖਾ ਲੈਣ, ਤਾਂ ਪੋਸਟ ਜਿਹੜੀ ਸਰਜੀਕਲ ਬਲੀਡਿੰਗ ਕਈ ਵਾਰ 3 ਤੋਂ 4 ਦਿਨ ਤੱਕ ਵਗਦੀ ਰਹਿ ਸਕਦੀ ਹੈ। ਸੋ ਵਾਧੂ ਅਦਰਕ, ਥੋਮ ਨਾ ਖਾਦੇ ਜਾਣ। ਜੇ ਤੁਸੀਂ ਥੋੜੀ ਮਾਤਰਾ 'ਚ ਸਾਰੀ ਪੂਰੀ ਸਬਜ਼ੀ 'ਚ 1 ਜਾਂ 2 ਤੁਰੀਆਂ ਪਾ ਰਹੇ ਹੋ ਤਾਂ ਠੀਕ ਹੈ, ਅਦਰਵਾਈਜ਼ ਇਹ ਵੀ ਅਵੋਇਡ ਕਰ ਲਵੋ ਡਿਊਰਿੰਗ ਕੈਂਸਰ ਟ੍ਰੀਟਮੈਂਟ। ਥੋਮ, ਅਦਰਕ ਵੀ ਨਾ ਵਰਤੇ ਜਾਣ ਤਾਂ ਬਹੁਤ ਵਧੀਆ ਜੇ। ਚਕੋਦਰਾ ਤਾਂ ਬਿਲਕੁਲ ਹੀ ਨਹੀਂ। ਹੁਣ ਦੱਸਣਾ ਚਾਹਾਂਗੀ ਮਸਾਲੇ ਜਾਂ ਬੀਜ ਕਿਹੜੇ ਠੀਕ ਨਹੀਂ ਨੇ। ਇੱਕ ਮਿੰਟ ਜੀ। ਹਾਂਜੀ ਭੈਣ ਜੀ, ਥੋਮ ਅਦਰਕ ਤੋਂ ਬਾਅਦ ਆਪਾਂ ਹੋਲਡ ਕਰਦੇ ਹਾਂ ਥੋੜੇ ਚਿਰ ਲਈ, ਕਿਉਂਕਿ ਬ੍ਰੇਕ ਦਾ ਸਮਾਂ ਹੋ ਗਿਆ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਉਣ ਦਾ ਯਤਨ ਕੀਤਾ ਹੈ। ਮੈਨੂੰ ਕਾਫੀ ਜ਼ਿਆਦਾ ਮੈਸੇਜ ਆ ਰਹੇ ਨੇ ਕਿ ਪਹਿਲਾਂ ਲੋਕੀ ਚੁਕੰਦਰ ਸਮਝ ਰਿਹਾ ਸੀ, ਪਰ ਹੁਣ ਸ਼ਾਇਦ ਇੰਗਲਿਸ਼ ਦੇ ਵਿੱਚ ਇਹਦਾ ਨਾਮ ਗ੍ਰੇਪ ਫਰੂਟ ਤਾਂ ਨਹੀਂ, ਜਿਹਨੂੰ ਕਹਿੰਦੇ ਗ੍ਰੇਪ ਫਰੂਟ। ਆਪਾਂ ਇੰਝ ਕਰਦੇ ਹਾਂ ਜੀ, ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਬਿਲਕੁਲ ਬਿਲਕੁਲ ਭਾਜੀ ਗ੍ਰੇਪ ਫਰੂਟ ਹੈ, ਗ੍ਰੇਪ ਫਰੂਟ ਹੀ ਹੈ। ਜਿੱਥੇ ਇੱਕ ਗੱਲ ਰੋਕੀ ਸੀ, ਉਸ ਤੋਂ ਅੱਗੇ ਮਸਾਲਿਆਂ ਤੇ ਆਉਣ ਤੱਕ ਗੱਲ ਅੱਗੇ ਸ਼ੁਰੂ ਕਰੀਏ ਜੀ। ਜੀ ਭੈਣ ਜੀ। ਜੀ ਬਿਲਕੁਲ ਭਾਜੀ, ਅਲਫਾਲਫਾ ਹੁੰਦਾ ਜੇ, ਫਿਰ ਉਸੇ ਤਰ੍ਹਾਂ ਚੈਸਟ ਬੈਰੀ, ਤੁਸੀਂ ਹੈਰਾਨ ਹੋਵੋਗੇ, ਲੌਂਗ, ਸੋਇਆਬੀਨ, ਫਲੈਕਸ ਬੀਜ, ਇਹ ਸਾਰਿਆਂ ਵਿੱਚ
ਖੋਜ ਦੇ ਉੱਤੇ ਮੈਂ ਫਿਰ ਕਲੀਅਰ ਕਰਦੇ ਆ ਵੀਰੇ, ਮੇਰਾ ਖਿਆਲ ਆਪਾਂ ਬਹੁਤ ਵਾਰ ਹਰ ਇੱਕ ਨੂੰ ਦੱਸ ਚੁੱਕੇ ਆ ਕਿ ਅਸੀਂ ਜਿੰਨੀ ਵੀ ਗੱਲ ਕੀਤੀ ਹੁੰਦੀ ਹੈ ਸਿਰਫ ਖੋਜਾਂ ਤੇ ਆਧਾਰਿਤ ਹੈ, ਜੋ ਨਿਰੰਤਰ ਵਗਦਾ ਦਰਿਆ ਜੇ। ਕੱਲ ਨੂੰ ਇਸ 'ਚ ਕੋਈ ਨਵੀਂ ਹੋਰ ਚੀਜ਼ ਐਡ ਹੋ ਜਾਏ ਜਾਂ ਕਿਸੇ ਚੀਜ਼ ਦੇ ਅਗੇਂਸਟ ਚੀਜ਼ ਆ ਜਾਏ ਕਿ ਇਹ ਨਹੀਂ ਹੈ ਜਾਂ ਕੁਝ ਵੀ ਹੋ ਸਕਦਾ, ਤਬਦੀਲੀਆਂ ਇਹਦੇ 'ਚ ਆਉਂਦੀਆਂ ਰਹਿੰਦੀਆਂ ਨੇ ਸਮੇਂ ਦੇ ਨਾਲ। ਅਸੀਂ ਲੇਟੈਸਟ ਜੋ ਕਿ 10 ਸਾਲਾਂ ਦੀ ਖੋਜ ਤੋਂ ਬਾਅਦ, ਉਹ ਵੀ ਨਾਮੀ ਹਸਪੀਟਲ ਜੋ ਸਿਰਫ ਹੀ ਕੈਂਸਰ ਦੀ ਟ੍ਰੀਟਮੈਂਟ 'ਚ ਜੁੜੇ ਨੇ, ਉਹਨਾਂ ਦੀ ਖੋਜ ਦੇ ਉੱਤੇ ਆਧਾਰਿਤ ਜੋ ਚੀਜ਼ਾਂ ਸਾਹਮਣੇ ਆਈਆਂ ਨੇ, ਜਿਨ੍ਹਾਂ ਵਿੱਚ ਏਸ਼ੀਅਨ ਸਭ ਤੋਂ ਵੱਧ ਮਾਰਕ ਸਹਿ ਰਹੇ ਨੇ, ਤੇ ਉਹੀ ਆਪਾਂ ਅੱਜ ਜ਼ਿਕਰ ਕਰ ਰਹੇ ਹਾਂ ਕਿ ਜੇ ਕੁਝ ਜਾਨਾਂ ਬਚਾਈਆਂ ਜਾ ਸਕਣ ਤਾਂ ਸੋਚਾਂਗੇ ਅੱਜ ਦਾ ਪ੍ਰੋਗਰਾਮ ਕਿਸੇ ਲੇਖੇ ਲੱਗ ਗਿਆ। ਸੋ ਅਲਫਾਲਫਾ ਬੂਟੀ ਜੋ ਜ਼ਿਆਦਾਤਰ ਤੁਹਾਨੂੰ ਉਹਨਾਂ ਇਲਾਕਿਆਂ 'ਚ ਹੀ ਮਿਲੇਗੀ, ਅਮਰੀਕਾ ਕੈਨੇਡਾ 'ਚ ਕਾਫੀ ਵਰਤੀ ਜਾਂਦੀ ਜੇ, ਐਂਟੀ ਕੈਂਸਰ ਬੜੀ ਤਗੜੀ ਜੇ। ਇਹਦੇ ਤੇ ਵੀ ਕਦੇ ਪ੍ਰੋਗਰਾਮ ਕਰਾਂਗੇ ਕਿ ਨਾਰਮਲ ਅਲੱਗ-ਅਲੱਗ ਅੰਗਾਂ ਨੂੰ ਜਦੋਂ ਠੀਕ ਰੱਖਣਾ ਹੋਏ ਕਿੰਨੀ ਮਾਤਰਾ 'ਚ ਕਿਵੇਂ ਖਾਧੀ ਜਾਏ। ਇਸੇ ਤਰ੍ਹਾਂ ਚੈਸਟ ਬੈਰੀ, ਲੌਂਗ, ਸੋਇਆਬੀਨ, ਫਲੈਕਸ ਬੀਜ। ਹੁਣ ਇਹ ਵਾਰਨਿੰਗ ਜਾਰੀ ਕੀਤੀ ਹੈ ਕਿ ਜਿਸ ਨੂੰ ਛਾਤੀ ਦਾ ਕੈਂਸਰ ਹੋਏ ਜਾਂ ਬੱਚੇਦਾਨੀ ਦਾ ਕੈਂਸਰ ਹੋਏ, ਡਿਊਰਿੰਗ ਟ੍ਰੀਟਮੈਂਟ ਤਾਂ ਛੱਡੋ ਹੀ ਛੱਡੋ ਜੀ, ਟ੍ਰੀਟਮੈਂਟ ਪੂਰੀ ਹੋਣ ਤੋਂ 1 ਮਹੀਨਾ ਬਾਅਦ ਤੱਕ ਇਹ ਬਿਲਕੁਲ ਵੀ ਨਹੀਂ ਖਾਣੇ। ਉਹਨਾਂ ਦਾ ਸਾਬਤ ਕੀਤੇ ਤੱਥ ਉਹਨਾਂ ਦੇ ਖੋਜ ਵਿੱਚ ਨੇ ਕਿ ਤੁਸੀਂ ਰੋਜ਼ ਦੇ ਜੇ 2 ਲੌਂਗ ਵੀ ਖਾਈ ਜਾਂਦੇ ਹੋ ਤਾਂ ਉਮੀਦ ਕਰੋ ਪੂਰੀ ਤਰ੍ਹਾਂ ਕਿ ਤੁਸੀਂ ਮਰਨ ਵਾਲੇ ਹੋ। ਤੁਹਾਨੂੰ ਅੰਦਾਜ਼ਾ ਵੀ ਨਹੀਂ ਕਿ ਕਿਸ ਤਰ੍ਹਾਂ ਤੁਹਾਡੀਆਂ ਡਰੱਗਸ ਨੂੰ ਟੋਟਲੀ ਡਿਸਟਰੋਏ ਕਰਕੇ, ਐਂਟੀ ਕੈਂਸਰ ਜਿੱਥੇ ਉਹਨਾਂ ਨੇ ਅਸਰ ਕਰਨਾ ਉਸ ਰਸ ਨੂੰ ਹੀ ਖਤਮ ਕਰਕੇ, ਤੇ ਇਹ ਤੁਹਾਨੂੰ ਮੌਤ ਦੇ ਮੂੰਹ ਵੱਲ ਲਿਜਾ ਰਿਹਾ। ਸੋ ਫਲੈਕਸ ਬੀਜ ਇਹ ਨਾ ਸੋਚੋ ਸਿਹਤ ਹੀ ਦਿੰਦੇ ਨੇ, ਇਲਾਜ ਦੌਰਾਨ ਬਿਲਕੁਲ ਨਹੀਂ ਲੈਣੇ। ਹੁਣ ਇਸੇ ਤਰ੍ਹਾਂ ਸੋਇਆਬੀਨ ਵਿਚਲਾ ਜੈਨੀਸਟੀਨ ਹੈ ਜੋ ਟਮੋਕਸੀਫੈਨ ਕੈਂਸਰ ਦੀ ਦਵਾਈ ਦਾ ਅਸਰ ਘਟਾ ਕੇ ਸਗੋਂ ਛਾਤੀ ਵਿਚਲੇ ਕੈਂਸਰ ਦੇ ਸੈੱਲਾਂ ਨੂੰ 3 ਗੁਣਾ ਤੇਜ਼ੀ ਨਾਲ ਫੈਲਣ ਵੱਲ ਤੋਰ ਦਿੰਦਾ। ਯਾਨੀ ਇਮਿਊਨਿਟੀ ਵਧਾਉਂਦਾ ਉਹ ਚੀਜ਼ ਵਧਾ ਜਾਂਦਾ ਜਿਹੜਾ ਸਾਨੂੰ ਅੰਦਾਜ਼ਾ ਵੀ ਨਹੀਂ। ਸੋਇਆਬੀਨ ਦੀਆਂ ਵੜੀਆਂ ਖਾ ਰਹੇ ਹਾਂ, ਸਾਨੂੰ ਪਤਾ ਹੀ ਨਹੀਂ ਕਿ ਭਾਈ ਇਹ ਅਸੀਂ ਤਾਂ ਮੌਤ ਵੱਲ ਚੱਲੇ, ਨਹੀਂ ਖਾਣੀਆਂ। ਹੁਣ ਇੰਝ ਹੀ ਕੁਝ ਹਾਰਮੋਨਾਂ ਉੱਤੇ ਪਲਦੇ ਕੈਂਸਰ ਨੇ ਸਾਡੇ, ਜਿਹੜੇ ਦੇਸੀ ਨੁਸਖਿਆਂ ਨਾਲ ਬਹੁਤ ਤੇਜ਼ੀ ਨਾਲ ਫੈਲਦੇ ਨੇ, ਕਿਉਂਕਿ ਉਹਨਾਂ ਵਿੱਚ ਵੀ ਕੁਦਰਤੀ ਕਿਸਮ ਦੇ ਕੁਝ ਹਾਰਮੋਨ ਕਈਆਂ 'ਚ ਹੁੰਦੇ ਨੇ, ਈਸਟ੍ਰੋਜਨ ਵੈਰਾਈਟੀ ਦੇ, ਕਈਆਂ ਖਾਣਿਆਂ 'ਚ ਵੀ ਨਾਰਮਲੀ ਹੁੰਦੇ ਨੇ। ਇਸੇ ਤਰ੍ਹਾਂ ਕੁਝ ਟੋਟਕੇ ਨੇ ਜਿਹੜੀ ਬਲੀਡਿੰਗ ਵਗਣ ਦਾ ਖਤਰਾ ਵਧਾ ਦਿੰਦੇ ਨੇ, ਸਾਡੇ ਪਲੇਟਲੈਟ ਸੈੱਲਾਂ ਨੂੰ ਚਿਪਕਣ ਨਹੀਂ ਦਿੰਦੇ। ਇਹੋ ਜਿਹੀਆਂ ਚੀਜ਼ਾਂ ਜੋ ਕਿ ਸਾਡੀ ਕੈਂਸਰ ਦੀ ਟ੍ਰੀਟਮੈਂਟ ਦੌਰਾਨ ਸਰੀਰ ਅੰਦਰ ਗੜਬੜੀਆਂ ਹੋਈਆਂ ਹੁੰਦੀਆਂ, ਉਹਨਾਂ ਵਿੱਚ ਆਮ ਵਰਤਦੀਆਂ ਜਾਂਦੀਆਂ ਚੀਜ਼ਾਂ ਵੀ ਖਰਾਬੀ ਕਿਵੇਂ ਕਰਦੀਆਂ। ਉਹਨਾਂ ਵਿੱਚ ਕੁਝ ਕਿਸਮ ਦੇ ਵਿਟਾਮਿਨ ਨੇ, ਵਿਟਾਮਿਨ ਈ ਤੇ ਸੀ। ਹੁਣ ਇਹ ਕੀ ਕਰਦੇ ਨੇ, ਅਸੀਂ ਇਹਨਾਂ ਨੂੰ ਐਂਟੀਆਕਸੀਡੈਂਟ ਤਗੜਾ ਗਿਣਦੇ ਆ, ਕੈਂਸਰ ਦੇ ਸੈੱਲਾਂ ਨੂੰ ਮਾਰਦੇ ਨੇ, ਪਰ ਕਿਸ ਸਮੇਂ ਇਹਦੀ ਇੰਪੋਰਟੈਂਸ ਹੈ। ਹੁਣ ਇਹਨਾਂ ਨੂੰ ਜਦੋਂ ਦੇਖਿਆ ਗਿਆ ਕਿ ਕਈ ਲੋਕ ਸਮਝਦੇ ਨੇ ਮੈਂ ਨਾਲੋਂ ਨਾਲ ਖਾ ਲਵਾਂ, ਤਾਂ ਉਹਨਾਂ ਨੇ ਦਵਾਈਆਂ ਨੂੰ ਹਜ਼ਮ ਕਰਨਾ ਹੁੰਦਾ ਜਿਸ ਥਾਂ ਤੋਂ, ਉੱਥੇ ਵਿਟਾਮਿਨ ਈ ਤੇ ਸੀ ਚਿਪਕ ਜਾਂਦੇ ਨੇ, ਤੇ ਉਹ ਸਗੋਂ ਕੈਂਸਰ ਦੇ ਸੈੱਲਾਂ ਨੂੰ ਤਾਕਤ ਮਿਲ ਜਾਂਦੀ ਹੈ ਕਿ ਬੜੀ ਸੋਹਣੀ ਸਾਨੂੰ ਤਾਂ ਦਵਾਈ ਮਿਲੀ, ਚਲੋ ਜੀ ਤਗੜੇ ਤਰੀਕੇ ਫੈਲੀਏ। ਸਗੋਂ ਸਪਰੈਡ ਆਊਟ ਜਿਹੜਾ ਲੋਕਲਾਈਜ਼ਡ ਕੈਂਸਰ ਹੈ ਨੂੰ ਸਪਰੈਡ ਆਊਟ ਕਰਨ ਦੇ ਵਿੱਚ ਮਦਦ ਕਰਨ ਲੱਗ ਜਾਂਦੇ ਨੇ। ਹੁਣ ਇੱਕ ਹੋਰ ਖੋਜ ਕੀਤੀ ਜਿਹੜੀ ਕਿਵੇਂ ਇਹਨਾਂ ਨੇ ਸਪਸ਼ਟ ਹੋ ਗਿਆ, ਉਹ ਇਹ ਸੀ ਕਿ ਰੇਡੀਓਥੈਰੇਪੀ ਤੋਂ ਪਹਿਲਾਂ ਉਹਨਾਂ ਨੇ 35 ਮਰੀਜ਼ ਲਏ ਜਿਨ੍ਹਾਂ ਨੂੰ ਇੱਕ ਖੁਰਾਕ ਵਿਟਾਮਿਨ ਈ ਤੇ ਸੀ ਦੀ ਰੇਡੀਓਥੈਰੇਪੀ ਤੋਂ ਪਹਿਲਾਂ ਦਿੱਤੀ ਗਈ। ਹੁਣ ਉਹਨਾਂ ਦੇ ਜਦੋਂ ਰੇਡੀਓਥੈਰੇਪੀ ਤੋਂ ਬਾਅਦ ਚੈੱਕਅਪ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਕੈਂਸਰ ਸੈੱਲਾਂ ਉੱਤੇ ਰੇਡੀਓਥੈਰੇਪੀ ਕਿਰਨਾਂ ਦਾ ਪੂਰਾ ਅਸਰ ਨਹੀਂ ਪਿਆ। ਜਿੰਨੀਆਂ ਨਾਰਮਲ ਡੋਜ਼ਿਸ ਸੀ ਉਸ ਤੋਂ ਡਿਉੜੀਆਂ ਡੋਜ਼ਿਸ ਦੇਣੀਆਂ ਪਈਆਂ। ਸੋ ਇਸ ਤਰੀਕੇ ਨਾਲ ਉਹਨਾਂ ਨੇ ਇੱਕ ਹੋਰ ਕੀਤਾ ਜਿਸ 'ਚ ਇਲਾਜ ਦੌਰਾਨ ਐਂਟੀਆਕਸੀਡੈਂਟ ਦਵਾਈਆਂ ਦਿੱਤੀਆਂ, ਤਾਂ ਉਹਨਾਂ ਨੇ ਉਸ ਕੈਂਸਰ ਦੇ ਸੈੱਲਾਂ ਨੂੰ ਵੱਧ ਪ੍ਰਫੁੱਲਿਤ ਹੁੰਦੇ ਵੇਖਿਆ। ਸੋ ਇਸੇ ਲਈ ਵੀਰਾ ਜਦੋਂ ਕੈਂਸਰ ਟ੍ਰੀਟਮੈਂਟ ਪੂਰੀ ਹੋ ਜਾਂਦੀ ਏ, ਇਹ ਸਪਸ਼ਟ ਹੋ ਜਾਂਦਾ ਹਾਂਜੀ ਅਸੀਂ ਪੂਰੀ ਵਾਹ ਲਾ ਕੇ ਕੈਂਸਰ ਦੇ ਸੈੱਲ ਮਾਰ ਦਿੱਤੇ, ਫਿਰ ਛੱਡ ਦਈਦਾ ਮਰੀਜ਼ ਨੂੰ, ਕੁਝ ਵੀ ਨਹੀਂ ਕਰਨਾ, ਨਾਰਮਲ ਰਿਕਵਰ ਹੋ। ਉਸ ਤੋਂ ਫਿਰ ਤੁਸੀਂ 10 ਕੁ ਦਿਨਾਂ ਬਾਅਦ ਫਿਰ ਇਹ ਦਵਾਈਆਂ ਖਾਣ ਨਾਲ ਤੁਸੀਂ ਬਾ ਕਮਾਲ ਠੀਕ ਹੋ ਸਕਦੇ ਹੋ। ਹੁਣ ਇਹਦੇ ਵਿੱਚ
ਕੁਦਰਤੀ ਤੱਤ ਫਾਇਦੇਮੰਦ ਕਿਹੜੇ ਸਾਬਤ ਹੋਏ? ਇਹਦੇ ਵਿੱਚ ਅਮਰੀਕਨ ਤੇ ਚਾਈਨੀਜ਼ ਔਰਤਾਂ ਜਿਹੜੀਆਂ ਛਾਤੀ ਦੀਆਂ ਕੈਂਸਰ ਵਾਲੀਆਂ 10,000 ਔਰਤਾਂ ਉੱਤੇ ਇਹ ਖੋਜ ਸੀ ਬਹੁਤ ਵੱਡੀ। ਉਹਦੇ ਆਧਾਰ ਉੱਤੇ ਜੋ ਤੱਥ ਨਿਕਲੇ ਸਾਹਮਣੇ, ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਸੋਇਆਬੀਨ ਹੀ ਹੈ, ਹੁਣ ਫਰਜ਼ ਕਰੋ ਉਹਦੇ ਨਾਲ ਜੇ ਤੁਸੀਂ ਕੈਂਸਰ ਟ੍ਰੀਟਮੈਂਟ ਪੂਰੀ ਹੋਣ ਤੋਂ ਬਾਅਦ ਰੈਗੂਲਰ ਤੌਰ ਤੇ ਤੁਸੀਂ ਬਣਾਏ ਹੋਏ ਇੱਕ ਕੌਲੀ ਰੋਜ਼ ਦੀ ਵੱਡੀ ਭਰ ਕੇ ਖਾਣਾ ਸ਼ੁਰੂ ਕਰ ਦਿੰਦੇ, ਜਦੋਂ ਟ੍ਰੀਟਮੈਂਟ ਕੰਪਲੀਟ ਹੋ ਗਈ ਤਾਂ ਤੁਸੀਂ ਦੇਖਿਆ, ਉਹਨਾਂ ਨੇ ਇਹ ਵੇਖਿਆ ਕਿ ਇਹਦੀ ਜਿਹੜਾ ਜੋ ਇਹ ਦਿੱਤਾ ਗਿਆ ਸੀ ਉਹਦੇ ਚ ਮੌਤ ਦਰ ਘਟ ਗਈ, ਦਵਾਈਆਂ ਦੇ ਮਾੜੇ ਅਸਰ ਜਿਹੜੇ ਹੋਏ ਸਨ ਛੇਤੀ ਰਿਕਵਰ ਹੋਏ, ਤੇ ਛਾਤੀ ਦੇ ਕੈਂਸਰ ਦੇ ਸੈੱਲ ਇਹਨਾਂ ਚੋਂ 80% ਚੋਂ ਦੁਬਾਰਾ ਉਹਨਾਂ ਦੇ ਫੈਲਣ ਦੇ ਜਾਂ ਚੁਸਤ ਹੋਣ ਦੇ ਅਸਾਰ ਨਹੀਂ ਲੱਭੇ, ਤੇ ਰੀਕਰੈਂਸ ਰੇਟ ਭਾਜੀ ਅੱਧਾ ਰਹਿ ਗਿਆ। ਸੋ ਗੱਲ ਮੇਰੀ ਕਹਿਣ ਦੀ ਸਿਰਫ ਸਿੰਪਲ ਜਿਹੀ ਇਹ ਹੈ, ਮੈਂ ਕਿਸੇ ਵੀ ਚੀਜ਼ ਨੂੰ ਮਾੜਾ ਨਹੀਂ ਕਹਿ ਰਹੀ, ਨਾ ਕਿਸੇ ਪੈਥੀ ਨੂੰ ਮਾੜਾ ਕਹਿ ਰਹੀ ਹਾਂ, ਸਿਰਫ ਸਮਾਂ ਬਹੁਤ ਬਹੁਤ ਅਹਿਮ ਜੇ ਕਦੋਂ ਲੈਣਾ, ਉਹ ਵੀ ਗੱਲ ਵੀ ਸਾਡੇ ਹੀ ਵਰਗਿਆਂ ਦੀ ਜੇ ਏਸ਼ੀਅਨਸ ਦੀ, ਉਹ ਵੀ ਅਮਰੀਕਾ ਦੇ ਵਿੱਚ ਉਹਨਾਂ ਨੇ ਕਿਹਾ ਜੀ ਜਿਹੜੇ ਦੇਸੀ ਲਈ ਜਾਂਦੇ ਨੇ ਡਿਊਰਿੰਗ ਟ੍ਰੀਟਮੈਂਟ 83% ਵੀਰ ਬਹੁਤ ਜ਼ਿਆਦਾ ਜੇ। ਹੁਣ ਇਹਦੇ ਚ ਉਹਨਾਂ ਨੇ ਕਿਹਾ ਕਿ ਇੱਕ ਐਂਥਰਾਸਾਈਕਲਿਨ ਹੈ ਐਂਟੀਆਕਸੀਡੈਂਟ, ਉਹ ਵੀ ਜੇ ਤੁਸੀਂ ਕੈਂਸਰ ਟ੍ਰੀਟਮੈਂਟ ਤੋਂ ਬਾਅਦ ਲੈਂਦੇ ਹੋ, ਉਦੋਂ ਇਹ ਐਂਟੀ ਕੈਂਸਰ ਹੀ ਦਵਾਈ ਹੈ ਇਹ ਐਂਥਰਾਸਾਈਕਲਿਨ, ਇਹ ਨਾਲ ਜਦੋਂ ਐਂਟੀਆਕਸੀਡੈਂਟਸ ਜਦੋਂ ਤੁਸੀਂ ਬਾਅਦ ਵਿੱਚ ਲੈਂਦੇ ਹੋ ਕੈਂਸਰ ਟ੍ਰੀਟਮੈਂਟ ਪੂਰੇ ਹੋਣ ਤੋਂ, ਤੇ ਉਹਦਾ ਮਾੜੇ ਅਸਰ ਘਟਾ ਦਿੰਦੀ ਜੇ। ਹੁਣ ਜੀ ਡਾਕਟਰ ਵਾਸਰਥੀਲ ਨੇ, ਹੁਣ ਇਹਦੇ ਦੀ ਪਤਾ ਨਹੀਂ ਮੈਂ ਉਹਨਾਂ ਦੀ ਪ੍ਰੋਨੰਸੀਏਸ਼ਨ ਹੋ ਸਕਦਾ ਮਾੜੀ ਮੋਟੀ ਗਲਤੀ ਹੋਵੇ, ਫ੍ਰੈਂਚ ਡਾਕਟਰ ਨੇ, ਉਹਨਾਂ ਦੀ ਜੋ ਰਿਸਰਚ ਸੀ ਆਪਣੇ ਖੋਜੀਆਂ ਨਾਲ, ਉਹਨਾਂ ਨੇ ਕਿਹਾ ਕਿ ਕੁਝ ਫੈਲੇ ਹੋਏ ਕੈਂਸਰ, ਜਦੋਂ ਬ੍ਰੈਸਟ ਕੈਂਸਰ ਦਾ ਫੈਲਿਆ ਹੋਇਆ ਸੀ, ਉਹਨਾਂ ਨੂੰ ਟ੍ਰੀਟਮੈਂਟ ਤੋਂ ਬਾਅਦ ਜਦੋਂ ਮਿਨਰਲਸ ਤੇ ਵਿਟਾਮਿਨਸ ਸਹੀ ਮਾਤਰਾ ਵਿੱਚ ਉਦੋਂ ਦਿੱਤੇ ਗਏ ਤਾਂ ਉਹਨਾਂ ਦੀ ਲਾਈਫ ਐਕਸਪੈਕਟੈਂਸੀ ਵੱਧ ਗਈ। ਯਾਨੀ ਫੈਲੇ ਕੈਂਸਰ ਨਾਲ ਵੀ ਜਿਨ੍ਹਾਂ ਨੇ 6 ਮਹੀਨੇ ਬਾਅਦ ਕੂਚ ਕਰ ਜਾਣਾ ਸੀ, ਇਹੀ ਸਾਰੀਆਂ ਚੀਜ਼ਾਂ, ਥੋਮ ਵੀ, ਅਦਰਕ ਵੀ, ਲੌਂਗ ਵੀ, ਯਾਨੀ ਇਹ ਸਾਰੀਆਂ ਸਹੀ ਮਾਤਰਾ 'ਚ ਜਦੋਂ ਖਵਾਈਆਂ ਜਾਣ, ਜੋ ਕਿ ਮੈਨੂੰ ਨਹੀਂ ਲੱਗਦਾ ਇੱਕ ਪ੍ਰੋਗਰਾਮ 'ਚ ਮੈਂ ਸਾਰਾ ਕੁਝ ਦੱਸ ਸਕਦੀ ਹਾਂ ਕਿ ਕਿੰਨੇ ਲੌਂਗ ਕਿਸ ਕੈਂਸਰ ਵਿੱਚ ਕਿੰਨੀ ਡੋਜ਼ ਵਿੱਚ ਕਿੰਨੀ ਦੇਰ, ਪਰ ਉਹ ਜੇ ਸਹੀ ਮਾਤਰਾ ਡਾਕਟਰ ਦੀ ਸਲਾਹ ਨਾਲ ਲਏ ਜਾਣ ਤਾਂ ਮੌਤ ਦਰ ਘਟ ਜਾਂਦੀ ਹੈ, ਲੰਮੀ ਜ਼ਿੰਦਗੀ ਮਿਲ ਜਾਂਦੀ ਹੈ। ਹੁਣ ਇਸ ਵੇਲੇ ਇੱਕ ਅਮਰੀਕਾ ਦੀ ਜੇ ਨੈਸ਼ਨਲ ਯੂਨੀਵਰਸਿਟੀ ਆਫ ਨੈਚੁਰਲ ਮੈਡੀਸਨ, ਇਹ 50 ਸਾਲਾਂ ਤੋਂ ਸਿਰਫ ਕੁਦਰਤੀ ਚੀਜ਼ਾਂ ਦੀ ਵਰਤੋਂ ਤੇ ਜ਼ੋਰ ਪਾਉਂਦੀ ਰਹੀ ਹੈ, ਵਰਤੋਂ ਉਹਦੇ ਵਿੱਚ ਨੈਚੁਰੋਪੈਥੀ ਵੀ ਵਿੱਚ ਹੀ ਆਈ। ਸਭ ਕੁਝ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਕਲੀਅਰ ਲਾਈਨ ਵੀਰ ਲਿਖੀ ਹੈ, ਇੱਕ ਕਲੀਅਰਲੀ ਐਂਡ ਤੇ ਇੱਕੋ ਹੀ ਚੀਜ਼, ਸਹੀ ਕੈਂਸਰ ਦਾ ਇਲਾਜ ਪੂਰਾ ਕਰਨ ਬਾਅਦ ਕੁਦਰਤੀ ਖੁਰਾਕ ਉੱਤੇ ਆ ਜਾਓ, ਰੱਬ ਦਾ ਵਾਸਤਾ ਜੇ ਇਹ ਸਾਰੀਆਂ ਜਿਹੜੀਆਂ ਦੇਸੀ ਚੀਜ਼ਾਂ ਜੇ ਕੈਂਸਰ ਦੀ ਟ੍ਰੀਟਮੈਂਟ ਦੇ ਦੌਰਾਨ ਨਹੀਂ ਵਰਤੋ, ਸਿਰਫ ਸਹੀ ਸੰਤੁਲਿਤ ਖੁਰਾਕ ਖਾਓ, ਰੈਗੂਲਰ ਕਸਰਤ ਕਰੋ, ਚੜ੍ਹਦੀ ਕਲਾ 'ਚ ਰਹੋ। ਬਹੁਤ ਅਹਿਮ ਹੈ ਵੀਰ, ਬਹੁਤ ਬਹੁਤ ਅਹਿਮ ਹੈ ਕਿ ਚੜ੍ਹਦੀ ਕਲਾ 'ਚ ਰਹਿਣ ਨਾਲ ਵੀ ਮੈਂ ਜੀਣਾ, ਮੈਂ ਜੀਵਾਂਗਾ, ਮੈਂ ਲੜ ਸਕਦਾ, ਇਹ ਤੁਹਾਡੀ ਨੈਚੁਰਲ ਕਿਲਰ ਸੈਲਸ ਸਟਰੋਂਗ ਕਰ ਦਿੰਦੀ ਜੇ, ਜੋ ਨੈਚੁਰੋਪੈਥੀ ਵਰਗਾ ਹੀ ਕੰਮ ਕਰਨਾ ਹੈ, ਤੇ ਉਹ ਨੈਚੁਰਲ ਕਿਲਰ ਸੈਲਸ ਆਪੇ ਸਭ ਕੁਝ ਕਰਨਗੇ ਜੋ ਤੁਸੀਂ ਬਾਹਰੀ ਦਵਾਈਆਂ ਨਾਲ ਦੇਣਾ ਜੇ। ਪਰ ਜਿਉਂ ਹੀ ਤੁਸੀਂ ਕੈਂਸਰ ਦੀ ਟ੍ਰੀਟਮੈਂਟ ਪੂਰੀ ਕੀਤੀ, ਕੁਦਰਤੀ ਖੁਰਾਕ ਹੀ ਜੇ ਜੋ ਤੁਹਾਨੂੰ ਸੰਤੁਲਿਤ, ਉਹ ਵੀ ਜਿਹੜੀ ਤੁਹਾਨੂੰ ਲੰਮੀ ਜ਼ਿੰਦਗੀ ਦੇਵੇਗੀ, ਇਹ ਕਰਨੀ ਹੀ ਪੈਣੀ ਹੈ, ਪਰ ਡਾਕਟਰੀ ਸਲਾਹ ਨਾਲ, ਸਹੀ ਮਿਕਦਾਰ ਨਾਲ। ਲੋੜੋਂ ਵੱਧ ਚੀਜ਼ ਹਮੇਸ਼ਾ ਹੀ ਨੁਕਸਾਨ ਕਰਦੀ ਹੈ। ਮਿਸਾਲ ਵਜੋਂ ਸਿਰਫ ਇੱਕ ਅਦਰਕ ਕਿੰਨੀ ਮਾਤਰਾ 'ਚ ਕਿਸ ਤਰ੍ਹਾਂ ਖਾਣੀ ਹੈ, ਉਹਦਾ ਅਸਰ ਪੂਰਾ ਕਿਵੇਂ ਲੈਣਾ, ਇੰਨੀ ਕੁ ਚੀਜ਼ ਵੀ ਜੇ ਨਹੀਂ ਸਾਨੂੰ ਪੂਰੀ ਤਰ੍ਹਾਂ ਨਹੀਂ ਜੇ ਪਤਾ ਤਾਂ ਅਸੀਂ ਉਸ ਤੋਂ ਫਾਇਦਾ ਨਹੀਂ ਲੈਂਦੇ, ਭਾਵੇਂ ਪੂਰੀ ਦੀ ਪੂਰੀ ਗੰਢੀ ਅਦਰਕ ਦੀ ਰੋਜ਼ ਖਾਈ ਜੋ, ਨਹੀਂ ਜੇ ਫਾਇਦਾ ਹੋਣਾ। ਤਿਲ ਸਾਨੂੰ ਪਤਾ ਹੋਵੇ ਕਿਸ ਤਰ੍ਹਾਂ ਦੀ ਬਿਮਾਰੀ 'ਚ, ਕਿਸ ਅੰਗ ਦੀ ਬਿਮਾਰੀ 'ਚ ਕਿੰਨੀ ਮਾਤਰਾ ਵਿੱਚ ਤੁਹਾਡਾ ਕਿੰਨਾ ਬੋਡੀ ਦਾ ਸਕੁਅਰ ਮੀਟਰ ਸਰਫੇਸ ਏਰੀਆ, ਕਿਸ ਤਰੀਕੇ ਤੁਹਾਡੇ ਅੰਗ ਕੰਮ ਕਰ ਰਹੇ ਨੇ,
ਕਿਹੜੀਆਂ ਤੁਸੀਂ ਦਵਾਈਆਂ ਨਾਲ ਲੈ ਰਹੇ ਹੋ, ਉਹਦੇ ਅਕੋਰਡਿੰਗ ਡੋਜ਼ ਹੁੰਦੀ ਜੇ ਬੜੀ ਐਗਜ਼ੈਕਟ। ਸੋ ਵਰਤਨ ਦਾ ਢੰਗ ਤੇ ਸਹੀ ਮਿਕਦਾਰ ਹੀ ਫਾਇਦਾ ਦਿੰਦੀ ਹੈ, ਨਾ ਕਿ ਹਰ ਕਿਸੇ ਨੂੰ ਇੱਕੋ ਹੀ ਚੀਜ਼ ਫੋਨ ਤੇ ਸਲਾਹ ਲੈਣ ਦੀ ਬਹੁਤ ਸਾਨੂੰ ਆਦਤ ਹੈ, ਆਪਾਂ ਪੰਜਾਬੀਆਂ ਨੂੰ ਖਾਸ ਤੌਰ ਤੇ, ਵੀ ਫੋਨ ਤੇ ਲਿਖਾ ਦਿਓ ਦਵਾਈ, ਫਟਾਫਟ ਸਾਨੂੰ ਇਹ ਕੀ ਕਰਨਾ, ਅਸੀਂ ਠੀਕ ਹੋ ਜਾਈਏ। ਇਸ ਤਰ੍ਹਾਂ ਦੀਆਂ ਚੀਜ਼ਾਂ ਫੋਨਾਂ ਤੇ ਨਹੀਂ ਹੁੰਦੀਆਂ। ਇਹ ਅਹਿਮ ਗੱਲ ਜੇ ਕਿ ਹਰ ਇੱਕ ਦਾ ਸਰੀਰ ਇੱਕ ਵਿਟਾਮਿਨ ਦੀ ਦਵਾਈ ਵੀ ਨਹੀਂ ਸਹਿ ਸਕਦਾ, ਕਿਸੇ ਦਾ ਸਰੀਰ ਕੁਛ ਛੇਤੀ ਉਹਦੀ ਮੈਟਾਬੋਲਿਜ਼ਮ ਹੁੰਦੀ ਹੈ, ਕਿਸੇ ਦੀ ਘੱਟ ਹੁੰਦੀ ਹੈ, ਕਿਸੇ ਦੀ ਵੱਧ ਹੁੰਦੀ ਹੈ। ਇਹ ਚੀਜ਼ਾਂ ਕਦੇ ਵੀ ਨਹੀਂ ਹੁੰਦੀਆਂ। ਮੈਂ ਖਿਮਾ ਮੰਗਦੀ ਹਾਂ ਵੈਸੇ ਬੜੇ ਆਪਣੀ ਸੁਣਨ ਵਾਲਿਆਂ ਨੂੰ, ਜਿਨ੍ਹਾਂ ਨੇ ਬੜਾ ਹੀ ਮਾਣ ਸਤਿਕਾਰ ਦਿੱਤਾ। ਬੜੀ ਵਾਰ ਫੋਨ ਆਉਂਦੇ ਨੇ, ਸਾਨੂੰ ਤੁਸੀਂ ਫੋਨ ਤੇ ਲਿਖਾ ਦਿਓ ਦਵਾਈ, ਇਸ ਤਰੀਕੇ ਦੀ ਬਿਮਾਰੀ ਨਾਲ ਜੂਝ ਰਿਹਾ, ਔਟਿਜ਼ਮ ਦਾ ਬੱਚਾ, ਦਵਾਈ ਨਹੀਂ, ਅਸੀਂ ਸਾਨੂੰ ਇਲਾਜ ਲਿਖਾਓ, ਉਹ ਵੀ ਕੁਦਰਤੀ ਖੁਰਾਕ ਰਾਹੀਂ। ਮੈਂ ਵੀਰ ਮਾਫੀ ਮੰਗ ਕੇ ਉਹਨਾਂ ਨੂੰ ਕਹਿ ਦਿੰਦੀ ਹੁੰਦੀ ਹਾਂ, ਇਸ ਤਰ੍ਹਾਂ ਸੰਭਵ ਨਹੀਂ ਜਦੋਂ ਤੱਕ ਪੇਸ਼ੈਂਟ ਨਾ ਦੇਖਿਆ ਹੋਏ, ਕਿਸ ਗ੍ਰੇਡ ਦੇ ਵਿੱਚ ਹੈ, ਕਿੰਨਾ ਕੁ ਉਹਦੇ ਵਿੱਚ ਰਿਸਪੌਂਸਿਵ ਹੈ, ਕਿਹੜੀਆਂ ਦਵਾਈਆਂ ਦੇ ਚੁੱਕੀਆਂ, ਉਹ ਚੀਜ਼ਾਂ ਬਹੁਤ ਅਹਿਮ ਨੇ। ਜਦੋਂ ਤੁਸੀਂ ਤੱਕ ਮਰੀਜ਼ ਨਾ ਦੇਖਿਆ ਹੋਏ, ਆਮੋ ਸਾਹਮਣੇ ਬਿਠਾ ਕੇ ਚੈੱਕ ਨਾ ਕੀਤਾ ਹੋਏ, ਕਿਸੇ ਵੀ ਹਾਲ ਵਿੱਚ ਫੋਨ ਦੇ ਉੱਤੇ ਇਸ ਤਰੀਕੇ ਕੁਦਰਤੀ ਦਵਾਈਆਂ ਵੀ ਤਹਿਸ ਨਹਿਸ ਕਰ ਸਕਦੀਆਂ ਨੇ। ਇਹੀ ਮਕਸਦ ਸੀ ਕਿ ਇੰਨੀ ਕੁ ਸਿੰਪਲ ਨਹੀਂ ਹੁੰਦਾ। ਦੱਸਿਓ ਜੀ ਕਿੰਨਾ ਪਿਆਜ਼, ਕਿੰਨਾ ਖਾਵਾਂ, ਕਿੰਨਾ ਰਿੰਨ ਕੇ ਖਾਵਾਂ, ਤੇ ਰੋਜ਼ ਕਿੰਨਾ, ਤੇ ਆ ਮੈਨੂੰ ਜਿਗਰ ਦੀ ਤਕਲੀਫ ਹੈ, ਆ ਗੁਰਦੇ ਦੀ ਹੈ, ਫਟਾਫਟ ਲਿਖਾ ਦਿਓ। ਇੰਜ ਨਹੀਂ ਹੁੰਦਾ। ਓਕੇ, ਬਹੁਤ ਧੰਨਵਾਦ। ਇੱਕ ਮਿੰਟ ਹੋਲਡ ਕਰਿਓ ਥੋੜਾ ਚਿਰ। ਜਿਸ ਤਰੀਕੇ ਨਾਲ ਭੈਣ ਜੀ ਨੇ ਸਮਝਾਉਣ ਦਾ ਯਤਨ ਕੀਤਾ ਹੈ, ਕਿਹੜੀਆਂ ਚੀਜ਼ਾਂ ਖਾ ਸਕਦੇ ਆ, ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਹੈ। ਕਈ ਵਾਰੀ ਅਸੀਂ ਇਸ ਦੇ ਵਿੱਚ ਥੋੜਾ ਜਿਹਾ ਭੁਲੇਖਾ ਪੈ ਜਾਂਦਾ ਹੈ ਕਿ ਜਿਹੜੀਆਂ ਚੀਜ਼ਾਂ ਖਾਣ ਵਾਲੀਆਂ ਨੇ ਉਹਨੂੰ ਅਸੀਂ ਛੱਡ ਦਿੰਦੇ ਆ, ਤੇ ਜਿਹੜੀਆਂ ਨਹੀਂ ਖਾਣ ਵਾਲੀਆਂ ਉਹ ਸੁਣ ਲੈਂਦੇ ਆ ਤੇ ਉਹਨੂੰ ਖਾਣਾ ਸ਼ੁਰੂ ਕਰ ਦਿੰਦੇ ਆ, ਫਿਰ ਨੁਕਸਾਨ ਹੋਏਗਾ। ਬਿਲਕੁਲ ਜਿਸ ਤਰੀਕੇ ਨਾਲ ਭੈਣ ਜੀ ਨੇ ਸਮਝਾਉਣ ਦਾ ਯਤਨ ਕੀਤਾ, ਇਹਨੂੰ ਥੋੜਾ ਜਿਹਾ ਹੋਰ ਅੱਗੇ ਲਿਜਾ ਕੇ 5 ਮਿੰਟਾਂ ਬਾਅਦ ਮੈਂ ਲਾਈਨਾਂ ਵੀ ਖੋਲਾਂਗਾ, ਕਿਉਂਕਿ ਜਿਸ ਤਰ੍ਹਾਂ ਜ਼ਿਕਰ ਕੀਤਾ ਡਾਕਟਰ ਸ਼ਿੰਦਰ ਕੌਰ ਜੀ ਨੇ ਕਿ ਕਿਹੜੀ ਚੀਜ਼ ਦਾ ਤੁਸੀਂ ਲਸਣ ਹੈ, ਲਸਣ ਖਾਣ ਦੀ ਕੁਝ ਮਾਤਰਾ ਹੋਏਗੀ। ਸਾਡੇ ਕੋਲ ਕੀ ਹੈ ਕਿ ਕਈ ਵਾਰੀ 1 ਤੁਰੀ, ਫਿਰ 2 ਤੁਰੀਆਂ, ਫਿਰ 3 ਤੁਰੀਆਂ, ਜੇ 4 ਤੁਰੀਆਂ ਖਾਵਾਂਗੇ ਤੇ ਉਹਦੇ ਨਾਲ ਨੁਕਸਾਨ ਹੋਏਗਾ। ਕੈਲਸ਼ੀਅਮ ਕਿੰਨਾ ਖਾ ਸਕਦੇ ਆ, ਉਹਦੀ ਕੋਈ ਲਿਮਿਟ ਹੈ, ਪਰ ਜਦੋਂ ਲਿਮਿਟ ਤੋਂ ਵੱਧ ਕੈਲਸ਼ੀਅਮ ਖਾਣੇ ਸ਼ੁਰੂ ਕਰਾਂਗੇ, ਸਾਨੂੰ ਆਮ ਆਦਤ ਹੈ ਹਰ ਘਰ ਦੇ ਵਿੱਚ ਮਲਟੀ ਵਿਟਾਮਿਨ ਦੀਆਂ ਗੋਲੀਆਂ ਪਈਆਂ ਨੇ, ਵਿਟਾਮਿਨ ਡੀ ਪਿਆ, B12 ਪਿਆ। ਮੈਂ ਕਈਆਂ ਦੇ ਜਾ ਕੇ ਦੇਖਦਾ, ਜ਼ਰੂਰਤ ਕਦੋਂ ਤੇ ਕਿੰਨੀ ਕੁ ਹੈ, ਇਸ ਗੱਲ ਦਾ ਜਿਹੜੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਡਾਕਟਰ ਸਾਹਿਬਾਨ ਆਪਣੇ ਨਾਲ ਲੈਣਗੇ ਤੇ ਫਿਰ ਤੁਹਾਡੀਆਂ ਕਾਲ ਵੀ ਲਵਾਂਗੇ। 1-844-247-1550 ਤੇ ਕਾਲ ਕਰਕੇ ਤੁਸੀਂ ਬਾਅਦ ਦੇ ਵਿੱਚ ਆਪਣੀ ਲਾਈਨ ਵੀ ਹੋਲਡ ਕਰ ਸਕੋਗੇ। ਦਿਲਾਂ ਦੀ ਸਾਂਝ KRPI ਰੇਡੀਓ 1550 AM ਬੈਂਡ ਤੇ ਸੁਣ ਰਹੇ ਹੋ। ਡਾਕਟਰ ਹਰਸ਼ਿੰਦਰ ਕੌਰ ਬੱਚਿਆਂ ਦੇ ਭਵੇਂ ਵਾਲਾ ਡਾਕਟਰ ਨੇ, ਪਰ ਅੱਜ ਗੱਲਬਾਤ ਕਰ ਰਹੇ ਨੇ ਕਿ ਜਿਹੜਾ ਮੈਡੀਕਲ ਜਰਨਲ ਦੇ ਵਿੱਚ ਰਿਸਰਚ ਆਉਂਦੀ ਹੈ ਕਿ ਕਈ ਵਾਰੀ ਦੇਸੀ ਚੀਜ਼ਾਂ ਕਿੰਨਾ ਕੁ ਅਸਰ ਕਰਦੀਆਂ ਨੇ ਕੈਂਸਰ ਦੇ ਉੱਤੇ, ਤੇ ਕਈ ਵਾਰੀ ਦੇਸੀ ਚੀਜ਼ਾਂ ਰਿਵਰਸ ਕਿੰਨਾ ਕਰਦੀਆਂ ਨੇ, ਯਾਨੀ ਕਿ ਬਚਾਓ ਦੀ ਬਜਾਏ ਤੇ ਨੁਕਸਾਨ ਕਿੰਨਾ ਕੁ ਹੁੰਦਾ ਹੈ। ਇਹ ਸਾਰੀ ਗੱਲਬਾਤ ਵਿਸਤਾਰ ਦੇ ਵਿੱਚ ਜ਼ਿਕਰ ਕੀਤਾ ਹੈ। ਮੈਂ ਬੇਨਤੀ ਕਰਾਂ ਕਿ ਉਹਨਾਂ ਨੂੰ ਤੁਸੀਂ ਕਾਲ ਕਰਕੇ 1-844-247-1550 ਤੁਸੀਂ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ, ਕਿਉਂਕਿ ਬਾਅਦ ਦੇ ਵਿੱਚ ਫਿਰ ਲਾਈਨਾਂ ਨਹੀਂ ਮਿਲਦੀਆਂ ਤੇ ਫਿਰ ਬੜੀ ਮੁਸ਼ਕਲ ਹੋ ਜਾਂਦੀ ਹੈ। 1-844-247-1550 ਜੀ ਭੈਣ ਜੀ, ਇਹਨੂੰ ਥੋੜਾ ਜਿਹਾ ਤੁਸੀਂ ਗੱਲ ਨੂੰ ਸਾਰੀ ਨੂੰ ਸੰਭਵ ਕਰੋ ਜਿੰਨਾ ਚਿਰ ਕਾਲਸ ਆਉਂਦੀਆਂ ਨੇ, ਤਾਂ ਜੋ ਆਪਾਂ ਇਸ ਗੱਲਬਾਤ ਨੂੰ ਫਿਰ ਪੂਰਾ ਕਰ ਸਕੀਏ ਜੀ। ਹਾਂਜੀ ਭਾਜੀ, ਮੇਰਾ ਦਰਅਸਲ ਅੱਜ ਦੇ ਪ੍ਰੋਗਰਾਮ ਦਾ ਇੱਕ ਬਹੁਤ ਅਹਿਮ ਨੁਕਤਾ ਇਹ ਸੀ ਕਿ ਮੇਰਾ ਵੀ ਦਿਲ ਕੰਬਿਆ ਜਦੋਂ ਮੈਂ ਪੜ੍ਹਿਆ ਵੀ ਖਾਸ ਤੌਰ ਤੇ ਏਸ਼ੀਆ ਨੂੰ ਵੀ 83% ਸਾਡੇ ਸਿਰਫ ਇਸ ਕਾਰਨ ਛੇਤੀ ਮੌਤ ਦੇ ਮੂੰਹ ਵੱਲ ਜਾ ਰਹੇ ਨੇ ਜਾਂ ਉਹਨਾਂ ਨੂੰ ਰੀਕਰੈਂਸ ਕੈਂਸਰ ਦੀ ਹੋ ਰਹੀ ਹੈ, ਜਿਨ੍ਹਾਂ ਵਿੱਚੋਂ ਈਵਨ ਦਿਮਾਗ ਤੱਕ ਦੇ ਵਿੱਚ ਜਾਣੇ ਉਹਨਾਂ ਦੀ ਜਿਹੜੀ
ਸਪਰੈਡ ਆਊਟ ਕੈਂਸਰ ਜਿਹੜਾ ਉਹ ਸਾਰਾ ਜਦੋਂ ਇਹੋ ਜਿਹੀਆਂ ਚੀਜ਼ਾਂ ਨਾਲ ਸੱਚ ਦੱਸਾਂ ਤਾਂ ਮੈਂ ਕਿਉਂਕਿ ਇਸ ਪਾਸੇ ਵੱਲ ਖੋਜ ਕੀਤੀ ਨਹੀਂ ਸੀ, ਮੈਨੂੰ ਆਪ ਨੂੰ ਵੀ ਅੰਦਾਜ਼ਾ ਨਹੀਂ ਸੀ ਤੇ ਅਸੀਂ ਬਹੁਤ ਵਾਰ ਇਹ ਗੱਲਾਂ ਪਹਿਲਾਂ ਵੀ ਕੀਤੀਆਂ ਕਿ ਇਹ ਚੀਜ਼ਾਂ ਲੈਣੀਆਂ ਚਾਹੀਦੀਆਂ ਨੇ, ਕੁਦਰਤੀ ਚੀਜ਼ਾਂ। ਤੇ ਜਦੋਂ ਮੈਂ ਇਹ ਰਿਸਰਚ ਪੜ੍ਹੀ ਤਾਂ ਮੈਨੂੰ ਹੀ, ਕਿਉਂਕਿ ਲੱਗਦਾ ਹੈ ਕਿ ਡਾਕਟਰ ਦੀ ਜ਼ਿੰਦਗੀ ਤਾਂ ਆਖਰੀ ਸਾਹ ਤੱਕ ਨਵੀਂ ਖੋਜ ਪੜ੍ਹਨੀ ਹੀ ਪੈਂਦੀ ਹੈ, ਸੋ ਮੈਨੂੰ ਵੀ ਜਦੋਂ ਪਤਾ ਲੱਗਿਆ ਕਿ ਇਹ ਸਾਰੀਆਂ ਚੀਜ਼ਾਂ ਫਾਇਦੇਮੰਦ ਤਾਂ ਹਨ ਪਰ ਸਿਰਫ ਉਹ ਸਾਨੂੰ ਟਾਈਮਿੰਗ ਨਹੀਂ ਪਤਾ, ਅਸੀਂ ਅਗਾਂਹ ਪਿਛਾਂ ਖਾਈ ਜਾਂਦੇ ਹਾਂ ਤੇ ਕਿਵੇਂ ਉਹ ਕੈਂਸਰ ਦੀਆਂ ਦਵਾਈਆਂ ਦਾ ਅਸਰ ਵੀ ਰੋਕ ਰਹੀਆਂ ਨੇ। ਸੋ ਬਿਹਤਰ ਹੈ ਕਿ ਆਪਾਂ ਇਹਨੂੰ ਚੀਜ਼ਾਂ ਨੂੰ ਕੈਂਸਰ ਦੀ ਟ੍ਰੀਟਮੈਂਟ, ਕਿਉਂਕਿ ਜੇ ਇੱਕ ਡੋਜ਼ ਵਿਟਾਮਿਨ ਸੀ ਤੱਕ ਦੀ ਵੀ ਰੇਡੀਓਥੈਰੇਪੀ ਦਾ ਅਸਰ ਘਟਾ ਸਕਦੀ ਹੈ ਤਾਂ ਬਹੁਤ ਵੱਡਾ ਮਾਇਨਾ ਜੇ ਕਿ ਅਸੀਂ ਇਹ ਵਿਟਾਮਿਨ ਦੀਆਂ ਗੋਲੀਆਂ, ਜੋ ਕਿ ਮੈਨੂੰ ਅਜੇ ਵੀ ਚੇਤੇ ਹੈ, ਮੈਂ ਬਾਹਰ ਗਈ ਸਾਂ ਜਦੋਂ ਤੁਹਾਡੇ ਕੋਲ ਵੀ ਆਈ ਸਾਂ, ਉੱਥੇ ਮਿਲੀ ਹੋਰ ਸਾਰਿਆਂ ਨੂੰ, ਹਰ ਘਰ ਦੇ ਵਿੱਚ ਵਿਟਾਮਿਨ ਦੀਆਂ ਗੋਲੀਆਂ ਦਾ ਇੱਕ ਨਾ ਇੱਕ ਮੈਂ ਜ਼ਰੂਰ ਦੇਖਿਆ, ਜਿਹੜੀ ਕਿ ਸਗੋਂ ਬੜੀ ਆਪਣੇ ਦਿਲੀ ਇੱਛਾ ਨਾਲ ਆਉਂਦੇ ਸਨ ਵੀ ਅਸੀਂ ਆਪਣਿਆਂ ਨੂੰ ਹੀ ਉੱਥੇ ਜਾ ਕੇ ਇੱਥੋਂ ਦੇ ਵਧੀਆ ਵਿਟਾਮਿਨ ਖਾਣ ਨੂੰ ਦਈਏ। ਬਹੁਤ ਨੇ ਜਿਹੜੇ ਆਪਣੇ ਪਿਆਰਿਆਂ ਨੂੰ ਲਿਆ ਕੇ ਦਿੰਦੇ ਨੇ, ਸਪੈਸ਼ਲ ਚੁੱਕ ਕੇ ਇੰਨੀ ਦੂਰੋਂ ਲਿਆਣਾ ਕਿ ਲਓ ਤੁਹਾਡੇ ਲਈ ਇੱਥੋਂ ਦੇ ਰਹੇ ਆ। ਮੈਨੂੰ ਵੀ ਉੱਥੇ ਉਹਨਾਂ ਨੇ ਸੁਗਾਤ ਦਿੱਤੀ ਸਗੋਂ ਕਿ ਆ ਲਓ ਜੀ ਵਿਟਾਮਿਨ ਫॉर ਨੇਲਸ ਫॉर ਹੇਅਰ, ਇਹ ਫੜੋ ਖਾਓ। ਮੇਰਾ ਕਹਿਣ ਦਾ ਭਾਵ ਇਹ ਸੀ ਕਿ ਸਾਨੂੰ ਸ਼ਾਇਦ ਉਨੀ ਨਹੀਂ ਸਮਝ ਕੇ ਇਹ ਆਮ ਜਿਹੀਆਂ ਦਿਸਦੀਆਂ ਚੀਜ਼ਾਂ, ਸਾਨੂੰ ਲੱਗਦਾ ਵਿਟਾਮਿਨ ਦੀ ਗੋਲੀ ਫੱਕੇ ਮਾਰ ਕੇ ਖਾਈ ਜਾਓ, ਇਹ ਤਾਂ ਕੋਈ ਨਾ ਜੀ ਲੰਘੀ ਜਾਊਗੀ, ਕਰੀ ਜਾਊਗੀ, ਪਰ ਇਹ ਕਈ ਵਾਰ ਤਗੜਾ ਨੁਕਸਾਨ ਕਰ ਦਿੰਦੀ ਹੈ। ਇੱਥੋਂ ਤੱਕ ਕਿ ਵਿਟਾਮਿਨ ਏ ਜਿਹੜੀਆਂ ਵਿੱਚ ਗੋਲੀਆਂ 'ਚ ਤੁਸੀਂ ਖਾਈ ਜਾਂਦੇ ਆ, ਕਦੋਂ ਸਾਡੇ ਦਿਮਾਗ ਦੇ ਅੰਦਰ ਦੇ ਪਾਣੀ ਦਾ ਪ੍ਰੈਸ਼ਰ ਤੱਕ ਵਧਾ ਸਕਦੇ ਨੇ, ਵਾਲ ਝੜਨ ਦਾ ਕਾਰਨ ਸਗੋਂ ਬਣ ਸਕਦੇ ਨੇ। ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਅੰਦਾਜ਼ਾ ਵੀ ਨਹੀਂ ਕਿ ਆਮ ਵਿਟਾਮਿਨ ਕੀ ਕਈ ਵਾਰ ਕਹਿ ਰਟਾ ਜਾਂਦੇ ਨੇ ਵੀ ਇਹ ਲੋੜੋਂ ਵੱਧ ਨਹੀਂ ਠੀਕ ਲੈਣੇ। ਸੋ ਇਹ ਚੀਜ਼ਾਂ ਦਾ ਸਿਰਫ ਖਿਆਲ ਕਰਨ ਦੀ ਲੋੜ ਹੈ। ਉਹਨਾਂ ਵਿੱਚ ਵੀ ਬਹੁਤ ਆਮ ਜੀਆਂ ਚੀਜ਼ਾਂ ਨੇ, ਅਦਰਕ ਥੋਮ ਤੇ ਸਾਨੂੰ ਸ਼ਾਇਦ ਚੇਤੇ ਵੀ ਨਹੀਂ ਹੋਣਾ ਵੀ ਅਸੀਂ ਖਾਈ ਜਾਂਦੇ ਹਾਂ ਦਾਲਾਂ ਸਬਜ਼ੀਆਂ 'ਚ, ਪਰ ਇਹ ਇਸ ਦੌਰਾਨ ਨਹੀਂ ਲੈਣੇ। ਸੋ ਮਕਸਦ ਇਹ ਸੀ ਕਿ ਜੇ ਅਸੀਂ ਕੋਈ ਵੀ ਇਸ ਤਰ੍ਹਾਂ ਦੀ ਬਿਮਾਰੀ ਨਾਲ ਜੂਝ ਰਿਹਾ ਤਾਂ ਇਹ ਚੀਜ਼ਾਂ ਅਸੀਂ ਕੈਂਸਰ ਦੀ ਜਾਂ ਸਰਜਰੀ ਦੀ ਜਾਂ ਰੇਡੀਓਥੈਰੇਪੀ ਤੋਂ ਬਾਅਦ ਜੇ ਸ਼ੁਰੂ ਕਰੀਏ ਤਾਂ ਬਹੁਤ ਇਫੈਕਟਿਵ ਨੇ ਤੇ ਲੈਣੀਆਂ ਚਾਹੀਦੀਆਂ ਵੀ ਨੇ, ਪਰ ਸਿਰਫ ਸਹੀ ਮਾਤਰਾ, ਸਹੀ ਮਿਕਦਾਰ, ਤੇ ਜਦੋਂ ਤੁਹਾਡੇ ਅੰਦਰ ਦੀ ਬਾਡੀ ਰਿਕੂਪ ਕਰ ਰਹੀ ਹੋਵੇ ਉਸ ਕੈਂਸਰ ਤੇ ਜਿਹੜੀਆਂ ਦਵਾਈਆਂ ਦੇ ਮਾੜੇ ਅਸਰ ਵੀ ਸਭ ਕੁਝ ਜਦੋਂ ਸਹਿਣ ਤੋਂ ਬਾਅਦ, ਵੀਰੇ ਸਾਰੇ ਦੇ ਵਿੱਚ ਇੱਕ ਮੈਂ ਦੁਬਾਰਾ ਤੁਹਾਨੂੰ ਲੱਗੇਗਾ ਵਾਰ-ਵਾਰ ਗੱਲ ਕਰ ਰਹੀ ਹੈ, ਸਭ ਤੋਂ ਅਹਿਮ ਨੁਕਤਾ ਜੋ ਮੈਨੂੰ ਦਿਸਿਆ ਇਸ ਖੋਜ ਵਿੱਚ, ਉਹਨਾਂ ਨੇ ਲਿਖਿਆ ਸੀ ਜਿਵੇਂ ਮੈਂ ਅਖੀਰ 'ਚ ਦੱਸਿਆ ਸੀ ਕਿ ਰੈਗੂਲਰ ਕਸਰਤ ਕਰੋ, ਸੰਤੁਲਿਤ ਖੁਰਾਕ ਖਾਂਦੇ ਰਹੋ, ਤੇ ਜੋ ਅੰਤ ਵਾਲਾ ਸ਼ਬਦ ਜੇ ਨਾ ਚੜ੍ਹਦੀ ਕਲਾ, ਉਹ ਸ਼ਾਇਦ ਸਾਨੂੰ ਹੀ ਗੁਰੂਆਂ ਨੇ ਬਖਸ਼ਿਆ, ਉਹ ਹੋਰ ਕਿਸੇ ਧਰਮ ਵਿੱਚ ਇੰਨੀ ਡੂੰਘਾਈ ਨਾਲ ਇਹਦੇ ਉੱਤੇ ਜ਼ਿਕਰ ਨਹੀਂ ਕੀਤਾ ਗਿਆ ਕਿ ਇੱਕੋ ਹੀ ਚੀਜ਼ ਸਾਨੂੰ ਕਿਵੇਂ ਬਚਾ ਦਿੰਦੀ ਹੈ। ਆਪਾਂ ਇੱਕ ਅੱਗੇ ਵੀ ਖੋਜ ਦਾ ਜ਼ਿਕਰ ਕੀਤਾ ਸੀ, ਜੇ ਤੁਹਾਡੇ ਕੋਲ ਮੈਨੂੰ 2 ਮਿੰਟ ਦਾ ਹੋਰ ਸਮਾਂ ਦਿਓ, ਖੋਜ ਦਾ ਜ਼ਿਕਰ ਕਰਨਾ ਚਾਹਾਂਗੀ ਜੀ। ਕੁਝ ਕਾਲਰ ਵੀ ਨਾਲ ਦੀ ਨਾਲ ਨੇ, ਉਹਨਾਂ ਦੀ ਵੀ ਗੱਲਬਾਤ ਆਪਾਂ ਨਾਲ ਦੀ ਨਾਲ ਸੁਣੇ। ਖੋਜ ਜੀ ਜ਼ਰੂਰ, ਪਹਿਲਾਂ ਕਾਲਰ ਲੈਣੇ ਆ ਜੀ। ਹਾਂਜੀ, ਸਰਦਾਰ ਠਾਕੁਰ ਸਿੰਘ ਜੀ, ਬਹੁਤ ਸਵਾਗਤ ਹੈ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਜੀ। ਹੈਲੋ ਜੀ, ਸਰਦਾਰ ਕੁਲਦੀਪ ਸਿੰਘ ਤੇ ਸਤਿਕਾਰਯੋਗ ਭੈਣ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਪਹਿਲਾਂ ਤਾਂ ਮੈਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ, ਜਿਹਦੀ ਕਿਰਪਾ ਦੇ ਨਾਲ ਬੰਦਾ ਤੁਰਿਆ ਫਿਰਦਾ ਤੇ ਬਿਮਾਰੀਆਂ ਤੋਂ ਛੁਟਕਾਰਾ ਉਹਦੀ ਮਿਹਰ ਦੇ ਨਾਲ ਹੁੰਦਾ। ਦੇਖੋ ਜੀ, ਮੈਨੂੰ ਕੈਂਸਰ ਹੋ ਗਿਆ ਸੀ 2012 ਚ। ਆਉਂਦੀ ਆ ਜੀ ਆਵਾਜ਼? ਬਿਲਕੁਲ ਸਪਸ਼ਟ ਆ ਰਹੀ ਹੈ ਜੀ। ਹਾਂਜੀ ਹਾਂਜੀ। ਉਹ ਫਿਰ ਮੇਰਾ 1 ਸਾਲ ਦੇ ਵਿੱਚ ਕਲੀਅਰ ਹੋ ਗਿਆ। You're listening to 1550 AM KRPI Ferndale. The views expressed are not necessarily those of the staff, management, or ownership of this station. ਜੀ। ਉਦੋਂ ਬਾਅਦ ਫਿਰ ਮੈਂ ਇੰਡੀਆ ਚਲਿਆ ਗਿਆ ਜੀ, ਤੇ ਇੰਡੀਆ ਜਾ ਕੇ ਫਿਰ ਮੈਂ ਸਾਰਾ ਸਮੋਸੇ ਸਮਾਸੇ ਸਾਰਾ ਕੁਝ ਖਾਂਦਾ ਰਿਹਾ ਤੇ ਮੈਂ ਠੀਕ ਰਿਹਾ। ਤੇ ਉੱਥੇ ਹੁਣ ਮੈਂ ਤੁਹਾਨੂੰ ਦੱਸਦਾ ਗੱਲ, ਜਿਹੜਾ ਆਪਾਂ ਕਹਿੰਦੇ ਦੇਸੀ ਦਵਾਈਆਂ ਵਿੱਚ ਘਸੋੜਦੇ ਆ, ਉੱਥੇ ਲੋਕ ਖੜਾ ਨਹੀਂ ਛੱਡਦੇ। ਤੁਸੀਂ ਰਾਖ ਲੈ ਲਓ ਜੀ, ਫਲਾਣੇ ਥਾਂ ਪਾਣੀ ਪੀਓ, ਉਹ ਕਰ ਲਓ, ਆਹ ਕਰ ਲਓ। ਤੇ ਮੈਂ ਉਹ ਤੋਂ ਪਰਹੇਜ਼ ਰੱਖਿਆ ਜੀ, ਮੈਂ ਕੋਈ ਦਾਰੂ ਉੱਥੇ ਦੇਸੀ ਨਹੀਂ ਵਰਤੀ।
ਤੇ ਦੁਬਾਰੇ ਮੈਨੂੰ ਫੇਰ ਕੈਂਸਰ ਹੋ ਗਿਆ ਜੀ 2020 ਚ। ਤੇ ਉਦੋਂ 2020 ਚ ਜਦੋਂ ਹੋਇਆ ਤੇ ਉਹਨਾਂ ਨੇ ਮੈਨੂੰ 1 ਸਾਲ ਤਾਂ ਹਫ਼ਤੇ ਬਾਅਦ ਦਵਾਈ ਦਿੰਦੇ ਰਹੇ, ਕੀਮੋ ਕਰਦੇ ਰਹੇ 1 ਸਾਲ। ਤੇ ਹੁਣ ਸਾਲ ਹੋ ਗਿਆ ਜੀ। ਹੁਣ ਮੈਨੂੰ ਉਹਨਾਂ ਨੇ ਮਹੀਨੇ ਬਾਅਦ ਬੋਤਲ ਲਾਉਂਦੇ ਆ, ਗੋਲੀਆਂ ਸਾਰੀਆਂ ਬੰਦ ਕਰਤੀਆਂ, 1 ਗੋਲੀ ਮੈਂ ਖਾਨਾ। ਹੁਣ ਇੰਨੀ ਕਿਰਪਾ ਬਾਬੇ ਦੀ, ਮੈਂ ਦੇਸੀ ਦਵਾਈ ਕੋਈ ਨਹੀਂ ਵਰਤੀ। ਆ ਕਰ ਲਸਣ ਤੜਕੇ ਸਮੋਸੇ ਸਾਰਾ ਹੁਣ ਮੇਰਾ ਬੰਦ ਆ ਜੀ ਜਦੋਂ ਦਾ ਦੁਬਾਰੇ ਕੈਂਸਰ ਹੋਇਆ। ਹੁਣ ਮੈਂ ਜਿਹੜੀ ਦਾਲ ਖਾਨਾ ਜਾਣੀ ਹਲਦੀ ਤੇ ਉਬਾਲ ਕੇ, ਜਿਵੇਂ ਆਪਣੇ ਅੱਗੇ ਤੌੜੀ 'ਚ ਖਾਂਦੇ ਸੀ ਉਸ ਤਰ੍ਹਾਂ। ਤੇ ਮੈਨੂੰ ਜੀ ਨਾ ਕੋਈ ਨੀਂਦ ਦੀ ਗੋਲੀ ਆ, ਨਾ ਕੋਈ ਬਲੱਡ ਦੀ, ਨਾ ਕੋਲੇਸਟਰੋਲ ਦੀ ਕੋਈ ਗੋਲੀ ਨਹੀਂ, ਕੋਈ ਮੈਂ ਦੇਸੀ ਵਿਟਾਮਿਨ ਮੈਂ ਕੋਈ ਨਹੀਂ ਖਾਂਦਾ। ਤੇ ਮੈਂ ਉਹਨਾਂ ਦੇ ਹਿਸਾਬ ਨਾਲ ਚੱਲਦਾ। ਤੇ ਬਾਕੀ ਅਕਾਲ ਪੁਰਖ ਦੀ ਕਿਰਪਾ। ਇੱਕ ਮੈਂ ਥੋੜਾ ਜਿਹਾ ਸਵਾਲ ਪੁੱਛਣਾ ਭੈਣ ਜੀ ਨੂੰ, ਬਈ ਹੁਣ ਕਿ ਨਾ ਮੈਂ ਮਹੀਨੇ ਕੁ ਦਾ ਜਿਹੜਾ ਜੂਸ ਆ ਪੀਣਾ, ਉਹ ਕੇਲ ਪੱਤਾ ਉਹਦੇ 'ਚ ਤੇ ਕੀਵੀ ਆ, ਨਿੰਬੂ ਆ ਤੇ ਸਿਓ ਆ, ਉਹ ਮੈਂ ਪੀ ਜਾਵਾਂ ਜੀ ਕਿ ਬਈ ਮੈਂ ਕਿਵੇਂ ਕਰਾਂ ਉਹਦਾ? ਓਕੇ, ਬਹੁਤ ਧੰਨਵਾਦ। ਪੁੱਛਦੇ ਹਾਂ ਜੀ, ਹੋਲਡ ਕਰਿਓ। ਡਾਕਟਰ ਸਾਹਿਬਾ ਰੇਡੀਏਸ਼ਨ ਕਰਾਉਂਦੇ ਆ, ਕੈਂਸਰ ਸਰਵਾਈਵਰ ਵੀ ਸਾਂ ਜੀ 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 ਬਿਲਕੁਲ। ਮੈਂ ਸੁਣਿਆ ਬਾਜੀ ਬਿਲਕੁਲ ਠੀਕ ਕਰ ਰਹੇ ਨੇ। ਕੇਲ ਪੱਤਾ, ਬ੍ਰੋਕਲੀ ਤੇ ਸਪਰਾਊਟਸ ਜਿਹੜੇ ਨੇ ਇਸ ਵੇਲੇ ਜੇ ਲਈ ਜਾਣ ਤੇ ਇਹਨਾਂ ਦੇ ਨਾਲ ਤਾਂ ਖੈਰ ਸਟੱਡੀਜ਼ ਆ ਚੁੱਕੀਆਂ ਨੇ। ਕੈਂਸਰ ਦੀ ਟ੍ਰੀਟਮੈਂਟ ਤੋਂ ਬਾਅਦ ਜੇ ਰੈਗੂਲਰ ਲੈਂਦੇ ਹੋ ਤਾਂ ਤੁਹਾਡੀ ਰੀਕਰੈਂਸ ਰੇਟ ਬਹੁਤ ਘਟ ਜਾਂਦਾ ਜੇ। ਇਹ ਬਿਲਕੁਲ ਸਹੀ ਕਰ ਰਹੇ ਨੇ। ਨਾਲ ਹੀ ਬ੍ਰੋਕਲੀ ਤੇ ਸਪਰਾਊਟਸ ਵੀ ਐਡ ਕਰ ਲੈਣ ਤਾਂ ਬਹੁਤ ਫਾਇਦਾ ਹੋਏਗਾ ਤੇ ਲੈਂਦੇ ਰਹਿਣੇ। ਬਿਲਕੁਲ ਠੀਕ ਕਰ ਰਹੇ ਨੇ। ਚੜ੍ਹਦੀ ਕਲਾ ਦਾ ਉਸਦਾ ਠਾਕਰ ਸਿੰਘ ਜੀ, ਬਹੁਤ ਧੰਨਵਾਦ ਕਾਲ ਕਰਨ ਲਈ। ਸਰਦਾਰ ਕਸ਼ਮੀਰ ਸਿੰਘ ਜੀ, ਸਵਾਗਤ ਹੈ ਤੁਹਾਡਾ ਜੀ। ਜੀ ਹਰਸਿੰਦਰ ਕੌਰ, ਕੁਲਦੀਪ ਸਿੰਘ, ਆਪ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਲ ਹੈਗਾ ਜੀ, ਅੱਜ ਆਪਣੀ ਏਸ਼ੀਅਨ ਕਮਿਊਨਿਟੀਜ਼ ਵਿੱਚ ਬਹੁਤ ਜ਼ਿਆਦਾ ਕਰਕੇ ਕੋਲਨ ਦੀ ਪ੍ਰੋਬਲਮ ਬਹੁਤ ਆ ਰਹੀ ਹੈਗੀ ਹੈ। ਅੱਛਾ, ਇਹਦੀ ਮਤਲਬ ਜਿਹੜਾ ਫਾਸਟ ਫੂਡ ਖਾਣ ਕਰਕੇ ਕਹਿੰਦੇ ਆ, ਜਾਂ ਮਤਲਬ ਹੋਰ ਕੋਈ ਕਾਰਨ ਵੀ ਹੋ ਸਕਦਾ। ਦੂਸਰਾ ਇੱਕ ਹੈਗਾ ਜੀ ਭਈ ਜਿਹੜਾ ਆਪਣਾ ਵੀਟ ਗ੍ਰਾਸ ਦਾ ਜੂਸ ਪੀਣਾ, ਜਾਂ ਫਿਰ ਇੱਕ ਹੋਰ ਸੀਗਾ, ਉਹ ਮੈਂ ਹੁਣ ਵਿਸਰੇ ਗਿਆ, ਉਹ ਮੈਂ ਪੁੱਛਣਾ ਸੀਗਾ। ਪਰ ਚਲੋ ਹੁਣ ਖੈਰ ਕੀ ਇਹਦੇ ਬਾਰੇ ਜਾਣੀ ਕਿ ਸਾਨੂੰ ਜ਼ਰੂਰ ਜਾਣਕਾਰੀ ਦੇਣ। ਵੀਟ ਗ੍ਰਾਸ ਦਾ ਜਾਣੀ ਕਿ ਸੇਵਨ ਕਰਨਾ ਕਿੰਨਾ ਕੁ ਚੰਗਾ ਹੈਗਾ? ਇਹ ਕੋਲਨ ਰਿਮੂਵ ਕਰਾ ਲੈਣੀ ਚਾਹੀਦੀ ਆ, ਜਾਂ ਮਤਲਬ ਇਹਦੇ ਉੱਤੇ ਕੁਝ ਹੋਰ ਵੀ ਸਰਚ ਕੀਤਾ ਜਾ ਸਕਦਾ? ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ। 2 ਚੀਜ਼ਾਂ ਮੈਂ ਅਹਿਮ ਦੱਸਣਾ ਚਾਹੁੰਦੀ ਹਾਂ। ਵੀਟ ਗ੍ਰਾਸ ਦੇ ਉੱਤੇ ਮੈਂ ਅਸਲ 'ਚ ਇੱਕ ਹਿੱਸਾ ਸਾਂ ਜਦੋਂ PGI ਦੇ ਵਿੱਚ ਕੇਸ ਚੱਲੇ ਤਾਂ ਰਜਿੰਦਰਾ ਹਸਪੀਟਲ ਤੇ ਉਹਦੇ ਵਿੱਚ ਸਾਡੀ ਸਾਂਝੀ ਤੌਰ ਤੇ ਅਸੀਂ ਵੀਟ ਗ੍ਰਾਸ ਉੱਤੇ ਰਿਸਰਚ ਸੀ, ਮੈਂ ਆਪ ਉਹਦਾ ਹਿੱਸਾ। ਤਾਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਇਹ 7 ਸਾਲ ਲਗਾਤਾਰ ਇਹਦੇ ਟਰਾਇਲਸ ਦਿੱਤੇ, ਜਿਹਦੇ ਇਨੀਸ਼ੀਅਲ ਸਟੇਜ ਵਿੱਚ ਪੇਪਰ ਵੀ ਪਬਲਿਸ਼ ਹੋਇਆ। ਅਸੀਂ ਬੜੇ ਖੁਸ਼ ਸਾਂ ਕਿ ਬਹੁਤ ਵਧੀਆ ਸਾਨੂੰ ਅਸਰ ਦਿਸ ਰਹੇ ਨੇ, ਕਮਾਲ ਹੋ ਰਿਹਾ। ਪਰ 7 ਸਾਲ ਦੀ ਜਦੋਂ ਟੋਟਲ ਸਾਡੀ ਰਿਸਰਚ ਮੁੱਕੀ ਤੇ ਸਾਨੂੰ ਉਹਦੇ 'ਚ ਕੁਝ ਵੀ ਪੋਜ਼ਿਟਿਵ ਨਹੀਂ ਲੱਭਿਆ। ਤੇ ਜਦੋਂ ਉਸ ਤੋਂ ਬਾਅਦ ਅਸੀਂ ਹੋਰ ਮੁਲਕਾਂ ਦੀਆਂ ਫਿਰ ਜਦੋਂ ਰਿਸਰਚ ਐਡ ਕੀਤੀਆਂ, ਦੇਖੀਆਂ, ਮੈਂ ਗੱਲ ਕਾਫੀ ਪੁਰਾਣੀ ਕਰ ਰਹੀ ਹਾਂ, ਮੇਰਾ ਖਿਆਲ ਹੈ 12 ਸਾਲ ਪੁਰਾਣੀ ਹੋਣੀ ਹੈ ਜਦੋਂ ਅਸੀਂ ਇਹ ਖੋਜ ਕੀਤੀ ਸੀ। ਉਸ ਤੋਂ ਬਾਅਦ ਦੀਆਂ ਜਿੰਨੀਆਂ ਵੀ ਆਈਆਂ ਨੇ ਉਹਨਾਂ ਵਿੱਚ ਸਿਵਾਏ ਇਹ ਕਿ ਇਹਦੇ 'ਚ ਕੁਝ ਵਿਟਾਮਿਨ ਜ਼ਿਆਦਾ ਹੋ ਜਾਂਦੇ ਨੇ, ਹੋਰ ਉਹਦਾ ਕੋਈ ਬੈਨੀਫੀਸ਼ੀਅਲ ਇਫੈਕਟ ਵੀਟ ਗ੍ਰਾਸ ਦਾ ਇੰਨਾ ਦਿਸਿਆ ਨਹੀਂ ਕਿਸੇ ਵੀ ਬਿਮਾਰੀ ਦੇ ਉੱਤੇ। ਦੂਸਰੀ ਗੱਲ, ਕੋਲਨ ਕੈਂਸਰ ਕਿਉਂ ਜ਼ਿਆਦਾ ਬਾਹਰਲੇ ਮੁਲਕਾਂ 'ਚ ਜੇ? ਕਿਉਂਕਿ ਉੱਥੇ ਰਿਫਾਈਨਡ ਜਿਹੜੀਆਂ ਸ਼ੂਗਰ, ਰਿਫਾਈਨਡ ਵੀਟ, ਇਹ ਜਿਹੜਾ ਅਸਲ ਕਾਰਨ ਜਿਹੜਾ ਉੱਥੇ ਬਹੁਤ ਵਰਤੋਂ ਹੋ ਰਹੀ ਜੇ ਅਸੀਂ ਇਹਨਾਂ ਬਰਗਰਸ, ਪਿਜ਼ਾਜ਼, ਇਹਨਾਂ ਤੋਂ ਜਦ ਤੱਕ ਛੁਟਕਾਰਾ ਨਹੀਂ ਪਾਉਂਦੇ, ਮੀਟ, ਇਹ ਸਾਰੀਆਂ ਚੀਜ਼ਾਂ ਖਰਾਬ ਕਰਦੀਆਂ ਨੇ। ਸੋ ਉਹਨਾਂ ਚੀਜ਼ਾਂ ਤੋਂ ਬਚਾ ਕੇ ਜਿਵੇਂ ਅਸੀਂ ਹਰੀਆਂ ਸਬਜ਼ੀਆਂ ਵੱਧ ਲਵਾਂਗੇ, ਜਾਂ ਉਹ ਫਰਾਈਡ ਜਾਂ ਜਿੰਨੇ ਵੀ ਸਟੋਰਡ ਫੂਡਸ ਨੇ, ਡੱਬਾ ਬੰਦ ਚੀਜ਼ਾਂ, ਇਹਨਾਂ ਤੋਂ ਜਦ ਤੱਕ ਪਰਹੇਜ਼ ਨਹੀਂ ਕਰਾਂਗੇ
ਇਹ ਬਿਮਾਰੀ ਕਿਉਂਕਿ ਹੈ ਹੀ ਵੈਸਟਰਨ ਵਰਲਡ ਦੀ ਹੈ, ਉਧਰੋਂ ਵਧੀ ਜਾ ਰਹੀ ਹੈ। ਉਸੇ ਤਰ੍ਹਾਂ ਹੁਣ ਸਾਡੇ ਬੱਚੇ ਇੱਥੇ ਵੀ ਉਸ ਪਾਸੇ ਨੂੰ ਤੁਰੇ ਨੇ, ਜਦ ਕਿ ਉੱਥੇ ਬਹੁਤਾ ਜ਼ੋਰ ਹੁਣ ਗੱਲ ਕਰਦੇ ਨੇ ਕਿ ਪੱਤੇ ਵਿੱਚ ਪਾਓ, ਜੇ 버ਗਰ ਵੀ ਬਣਾਉਣਾ ਤਾਂ ਨਾਲ ਵੈਜੀਟੇਬਲ ਜ਼ਰੂਰ ਹੋਵੇ, ਉਹ ਤਾਂ ਉਧਰ ਨੂੰ ਸ਼ੁਰੂ ਹੋ ਗਏ। ਪਰ ਸਾਡੇ ਇੱਥੇ ਪਿੰਡਾਂ ਦੇ ਬੱਚੇ ਧੜਾ ਧੜ ਹੁਣ 버ਗਰਜ਼ ਤੇ ਪਿਜ਼ਾਜ਼ ਤੇ ਉਧਰ ਨੂੰ ਤੁਰ ਪਏ ਨੇ। ਰੱਬੀ ਰਾਖਾ ਜੇ ਕਿ ਇਸ ਪਾਸੇ ਨੂੰ ਜੇ ਜਾਂਦੇ ਰਹੇ। ਸਾਡੇ ਇੱਥੇ ਸਗੋਂ ਬੱਚਿਆਂ ਦੇ ਕੈਂਸਰ ਦਾ ਇੰਸੀਡੈਂਸ ਵਧੀ ਜਾਂਦਾ। ਪਰ ਕੋਲਨ ਕੈਂਸਰ ਤੋਂ ਬਚਾਓ ਲਈ ਤਾਂ ਤੁਹਾਡੀਆਂ ਬਾਵਲ ਹੈਬਿਟਸ ਤੇ ਤੁਹਾਡਾ ਖਾਣਾ ਪੀਣਾ ਸਾਰਾ ਕੁਝ ਬਿਲਕੁਲ ਸਹੀ ਹੋਣਾ ਚਾਹੀਦਾ, ਤਾਂ ਹੀ ਬਚਾਅ ਹੋ ਸਕਦਾ। ਪਰ ਵੀਟ ਗ੍ਰਾਸ ਜਿਵੇਂ ਮੈਂ ਦੱਸਿਆ, ਤੁਸੀਂ ਵੈਸੇ ਸ਼ੌਕੀਆ ਲੈਣਾ ਚਾਹੋ, ਘਾਹ ਹੀ ਹੈ। ਮੈਂ ਕੁਛ ਸ਼ਬਦ ਮਾੜੇ ਨਾ ਬੋਲਾਂ ਕਿ ਆਪਾਂ ਘਾਹ ਚਰਨ ਨਾਲੋਂ ਉਹਦੇ ਚੋਂ ਨਿਕਲੀ ਜੋ ਚੀਜ਼ ਜਾਂ ਵੈਸੇ ਹਰੇ ਉਹਨੂੰ ਸੈਲਡ ਦੇ ਵਿੱਚ ਵਰਤਨੇ ਸ਼ੁਰੂ ਕਰ ਲਓ। ਬਹੁਤ ਵਧੀਆ ਜੇ ਇਹੋ ਜਿਹੀਆਂ ਚੀਜ਼ਾਂ ਆਪਾਂ ਕੱਚੇ, ਜਿਵੇਂ ਕੇਲ ਪੱਤਾ ਹੁਣੇ ਉਹਨਾਂ ਨੇ ਗੱਲ ਕੀਤੀ, ਬਰੋਕਲੀ ਹੋ ਗਈ ਜਾਂ ਹੋਰ ਵੱਖੋ ਵੱਖ ਤਰ੍ਹਾਂ ਦੇ ਪੱਤ ਗੋਭੀ, ਬ੍ਰਸਲ ਸਪਰਾਊਟਸ ਬਹੁਤ ਬਹੁਤ ਕਮਾਲ ਨੇ ਵੀਰਾ। ਤੁਸੀਂ ਕਿਸਮਤ ਵਾਲੇ ਹੋ, ਸਾਡੇ ਤਾਂ ਇੱਥੇ ਮਿਲਦੇ ਨਹੀਂ। ਪਰ ਬ੍ਰਸਲ ਸਪਰਾਊਟਸ ਦੀ ਵੀ ਕਦੇ ਗੱਲ ਕਰਾਂਗੇ। ਬੜੀ ਤਰ੍ਹਾਂ ਦੇ ਉਹ ਵੀ ਬਿਮਾਰੀਆਂ, ਗਠੀਆ ਤੇ ਹੋਰ ਜੋੜਾਂ ਦੇ ਦਰਦ ਜਾਂ ਈਵਨ ਕੈਂਸਰ ਲਈ, ਗਾਲ ਬਲੈਡਰ ਲਈ, ਖੋਰੇ ਕਿੰਨੀਆਂ ਹੀ ਬਿਮਾਰੀਆਂ ਲਈ ਉਹ ਵਰਤੇ ਜਾ ਰਹੇ ਨੇ ਦਵਾਈ ਦੇ ਰੂਪ ਵਿੱਚ। ਉਹ ਸਾਡੇ ਅਵੇਲੇਬਲ ਇੰਡੀਆ 'ਚ ਨਹੀਂ ਹੈ, ਪਰ ਤੁਹਾਡੇ ਉੱਥੇ ਹਨ। ਤਾਂ ਇਹ ਚੀਜ਼ਾਂ ਜੇ ਵਰਤਣੀਆਂ ਰੈਗੂਲਰ ਸ਼ੁਰੂ ਕਰੀ ਰੱਖੋ ਤਾਂ ਬਹੁਤ ਅੱਛੀ ਖੁਰਾਕ ਹੈ। ਸਰਦਾਰ ਬਲਵੰਤ ਸਿੰਘ ਧਾਮੀ ਸੀਅਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਿਆਰਿਓ। ਰਵਾਨਾ ਸਾਹਿਬ, ਬਲਵੰਤ ਸਿੰਘ ਡਾਕਟਰ ਸਾਹਿਬਾਂ ਨੂੰ ਮੇਰੀ ਵੱਲੋਂ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਮੇਰਾ ਸਵਾਲ ਤਾਂ ਸਿਰਫ ਇਹੋ ਹੀ ਹੈ, ਮੈਂ ਤਾਂ ਵਿਸ਼ੇ ਤੋਂ ਬਾਹਰ ਹਾਂ ਜੀ। ਪੈਰਾਂ ਦੀ ਦਰਦ ਮੇਰੇ ਜਲਨ ਬਹੁਤ ਹੁੰਦੀ ਹੈ ਮੇਰੇ ਪੈਰਾਂ ਦੇ ਵਿੱਚ ਰਾਤ ਨੂੰ। ਹੈਲੋ ਜੀ 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 ਹਾਂਜੀ, ਸੁਣ ਲਿਆ ਜੀ, ਤੁਹਾਡਾ ਸਵਾਲ ਪਹੁੰਚ ਗਿਆ ਜੀ। ਮੈਂ ਵੈਸੇ ਕੋਸ਼ਿਸ਼ ਕਰੂੰਗਾ, ਡਾਕਟਰ ਗੁਰਪਾਲ ਸਿੰਘ ਵੀ ਮੇਰੇ ਨਾਲ ਆਉਂਦੇ ਹੁੰਦੇ ਆ ਕਈ ਵਾਰੀ, ਆਪਾਂ ਜ਼ਰੂਰ ਉਹਦੇ ਉੱਤੇ ਗੱਲਬਾਤ ਕਰਾਂਗੇ। ਪਰ ਮੈਂ ਪੁੱਛ ਲੈਣਾ ਜੀ, ਮੋਸਟਲੀ ਜਿਹੜੇ ਹੁਣ ਭਾਵੇਂ ਡਾਕਟਰ ਸਾਹਿਬ ਕੈਂਸਰ ਦੇ ਐਕਸਪਰਟ ਨਹੀਂ, ਪਰ ਫਿਰ ਵੀ ਮੈਡੀਕਲ ਕੋ ਆਧਾਰਿਤ ਜਿਹੜੀ ਖੋਜ ਆ ਉਹਦੇ ਉੱਤੇ ਗੱਲਬਾਤ ਕੀਤੀ ਹੈ। ਪੈਰਾਂ ਦੇ ਵਿੱਚ ਜਲਨ ਹੁੰਦੀ ਹੈ ਜੀ, ਕੀ ਕੀਤਾ ਜਾ ਸਕਦਾ ਭੈਣ ਜੀ? ਜੀ ਭਾਜੀ, ਪੈਰੀਫਰਲ ਨਿਊਰੋਪੈਥੀ ਜ਼ਿਆਦਾਤਰ ਆਮ ਤੌਰ ਤੇ ਉਹਦੇ ਵਿੱਚ ਹੁੰਦੀ ਹੈ। ਡਾਇਬਟੀਜ਼ ਲਈ ਜ਼ਰੂਰ ਟੈਸਟ ਕਰਵਾ ਲੈਣ। ਇਹ ਉਹਦੇ ਵਿੱਚ ਫਿਰ ਇਹ ਟ੍ਰੀਟਮੈਂਟ ਨਾਲ ਠੀਕ ਹੋ ਸਕਦੀ ਹੈ। ਇਹ ਟਾਈਮਲੀ ਟ੍ਰੀਟਮੈਂਟ ਲੈਣੀ ਠੀਕ ਹੈ, ਬਹੁਤਾ ਵਧਾ ਕੇ ਫਿਰ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਹਾਂਜੀ, ਡਾਇਬਟੀਜ਼ ਤਾਂ ਨਹੀਂ ਸਰਦਾਰ ਬਲਵੰਤ ਸਿੰਘ ਜੀ? ਚੈੱਕ ਕਰੋ, ਦੇਸੀ ਦਵਾਈ ਦੱਸ ਦੇਣ ਕੋਈ। ਨਹੀਂ, ਦੇਸੀ ਨਹੀਂ ਤਾਂ ਐਲੋਪੈਥੀ ਦੇ ਨੇ, ਉਹ ਤਾਂ ਉਹੀ ਕਹਿ ਰਹੇ ਨੇ ਵੀ ਇਸ ਤਰ੍ਹਾਂ ਫੋਨ ਦੇ ਉੱਤੇ ਨਹੀਂ ਦੱਸਿਆ ਜਾ ਸਕਦਾ। ਪਰ ਤੁਸੀਂ ਇੱਕ ਵਾਰੀ ਆਪਣਾ ਬਲੱਡ ਵਰਕ ਕਰਵਾ ਕੇ ਡਾਇਬਟੀਜ਼ ਚੈੱਕ ਕਰਵਾ ਲਈ। ਡਾਇਬਟੀਜ਼ ਠੀਕ ਹੈ ਤੁਹਾਡੀ? ਸ਼ੂਗਰ ਤਾਂ ਨਹੀਂ? ਡਾਇਬਟੀਜ਼ ਤਾਂ ਠੀਕ ਹੈ ਜੀ ਮੇਰੀ, ਬਿਲਕੁਲ। ਜੀ ਭਾਜੀ, ਐਕਚੁਅਲੀ ਇਹਦੇ ਵਿੱਚ ਡਾਇਬਟੀਜ਼ ਹੀ ਠੀਕ ਟ੍ਰੀਟਮੈਂਟ ਨਾ ਜਾਰੀ ਹੋਏ ਤਾਂ ਇਹ ਉਹਦਾ ਇੱਕ ਵਧੇ ਹੋਣ ਦਾ, ਉਹਦੇ ਮਾੜੇ ਅਸਰ ਦਿਸਣ ਦਾ ਸਾਈਨ ਹੈ। ਸੋ B12 ਜਾਂ ਹੋਰ ਦਵਾਈਆਂ ਨੇ ਜਿਹੜੀਆਂ ਨਾਲ ਦੇਣੀਆਂ ਪੈਂਦੀਆਂ ਨੇ, ਪ੍ਰੀਗੈਬਲਿਨ ਵਗੈਰਾ, ਇਹ ਦਵਾਈਆਂ ਨੇ ਜਿਹੜੀਆਂ ਨਾਲ ਦੇਣੀਆਂ ਪੈਣਗੀਆਂ। ਜ਼ਰੂਰੀ ਇਹਨੂੰ ਲਾਈਟਲੀ ਨਾ ਲਓ ਤੇ ਨਾ ਕਿਤੇ ਕੱਲੀ ਖੁਰਾਕ ਤੱਕ ਸੀਮਤ ਹੋ ਜਾਇਓ। ਇਹਨੂੰ ਇਮੀਡੀਏਟ ਟ੍ਰੀਟਮੈਂਟ ਦੀ ਲੋੜ ਹੈ। ਨਸਾਂ ਦੀ ਕਮਜ਼ੋਰੀ ਜੇ ਲੇਟ ਕੀਤਾ ਤਾਂ ਇਹ ਵਿਗਾੜ ਵੱਲ ਕੰਮ ਚਲਾ ਜਾਂਦਾ। ਟੀਕਿਆਂ ਟੂਕਿਆਂ ਤੇ ਪਹੁੰਚ ਜਾਓਗੇ ਤੇ ਈਵਨ ਝੜ ਵੀ ਸਕਦੇ ਨੇ ਹੌਲੀ ਹੌਲੀ, ਜਿਹੜੀਆਂ ਅਗਲੇ ਜੇ ਵੱਧ ਜੇ ਇੰਨੇ ਤਾਂ ਅਗਲੇ ਉਂਗਲਾਂ ਝੜਨ ਤੱਕ ਵੀ ਪਹੁੰਚ ਜਾਂਦੀਆਂ ਨੇ। ਤੇ ਇਹਨੂੰ ਇਮੀਡੀਏਟ ਟ੍ਰੀਟਮੈਂਟ ਸ਼ੁਰੂ ਕਰੋ। ਇਹ ਡਾਇਬਟੀਜ਼ ਗੁੱਡ ਕੰਟਰੋਲ ਨਹੀਂ ਹੁੰਦਾ। HbA1c ਜੇ ਹੁਣ ਕੰਟਰੋਲ ਗੁੱਡ ਹੈ ਵੀ ਤਾਂ ਵੀ ਇਹ ਪਹਿਲਾਂ ਕਾਫੀ ਦੇਰ ਅਨਕੰਟਰੋਲ ਜਾਣ ਕਾਰਨ ਉਹਦੀ ਇੱਕ ਸਾਈਡ ਇਫੈਕਟ ਦਿਸਣਾ ਸ਼ੁਰੂ ਹੋਇਆ। ਸੋ ਇੱਕ ਅੱਖਾਂ ਦਾ ਟੈਸਟ ਜ਼ਰੂਰ ਕਰਾ ਲੈਣ, ਗੁਰਦੇ ਦਾ ਟੈਸਟ ਜ਼ਰੂਰ ਕਰਾਉਣ, ਕਿਉਂਕਿ ਇਹ ਸਾਈਡ ਬਾਏ ਸਾਈਡ ਚਲਦੀਆਂ ਨੇ। ਟਾਈਮਲੀ ਜੇ ਇਹਨੂੰ ਅਸੀਂ ਹੁਣੇ ਰੋਕ ਲਈਏ ਤਾਂ ਪੂਰੀ ਤਰ੍ਹਾਂ ਠੀਕ ਹੋ ਸਕੋਗੇ। ਲੇਟ ਫਿਰ ਪ੍ਰੋਬਲਮ ਕਰਨਗੇ। ਬੇਨਤੀ ਹੈ ਇਮੀਡੀਏਟਲੀ ਚੈੱਕਅਪ ਕਰਵਾ ਕੇ ਦੀ ਟ੍ਰੀਟਮੈਂਟ ਸ਼ੁਰੂ ਕਰਵਾ ਲੈਣ ਜੀ। ਆਪਣੇ ਫੈਮਿਲੀ ਡਾਕਟਰ ਨੂੰ ਮਿਲ ਕੇ ਸਾਰੀ ਰਿਪੋਰਟ ਚੈੱਕ ਕਰਵਾ ਲਓ ਜੀ, ਫਿਰ ਉਹ ਕਿਸੇ ਨਾ ਕਿਸੇ ਜਿਹੜੇ ਸਪੈਸ਼ਲਿਸਟ ਨੇ ਉਹਦੇ ਨਾਲ ਅਪਾਇੰਟਮੈਂਟ ਬਣਾ ਦੇਣਗੇ। ਚੜ੍ਹਦੀ ਕਲਾ ਚ ਰਹੋ। ਸਰਦਾਰ ਗੁਰਮੇਲ ਸਿੰਘ ਜੀ, ਤੁਸੀਂ ਇਹ ਤੇ ਸਵਾਗਤ ਹੈ ਤੁਹਾਡਾ ਜੀ।
ਗੁਰਮੇਲ ਸਿੰਘ ਜੀ। ਜੀ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੀ, ਆਰਥਰਾਈਟਸ ਵਾਸਤੇ ਯੋਗਰਾਜ ਗੂਗਲ ਜਿਹੜੀ ਆਮ ਆਪਣੇ ਦੇਸੀ ਪੁਰਾਣੀ ਦਵਾਈ ਹੈ ਉਹ ਇਫੈਕਟਿਵ ਹੈ ਜਾਂ ਨਹੀਂ? ਆਰਥਰਾਈਟਿਸ ਲਈ ਗੂਗਲ ਮਾੜਾ ਮੋਟਾ ਫਰਕ ਪਾ ਸਕਦੀ ਹੈ ਜੀ? ਭਾਜੀ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਕਿਸੇ ਪੈਥੀ ਦੇ ਵਿਰੁੱਧ ਨਹੀਂ, ਨਾ ਮੈਂ ਨੈਚੁਰੋਪੈਥੀ ਦੀ ਐਕਸਪਰਟ ਹਾਂ ਜਾਂ ਆਯੁਰਵੈਦੀ ਦੀ ਐਕਸਪਰਟ ਨਹੀਂ ਹਾਂ, ਪਰ ਸਾਡੇ ਕੋਲ ਕੇਸ ਆਉਂਦੇ ਨੇ ਜਿਨ੍ਹਾਂ ਵਿੱਚ ਆਰਥਰਾਈਟਿਸ ਦੀ ਸਹੀ ਟ੍ਰੀਟਮੈਂਟ, ਕਿਉਂਕਿ ਬੜੀ ਸਪੈਸੀਫਿਕ ਤਰੀਕਾ ਹੁੰਦਾ ਜੇ ਕਿਵੇਂ ਆਪਣਾ ਹੀ ਸਰੀਰ ਆਪਣੇ ਸੈੱਲ ਆਪਣੇ ਸਰੀਰ ਨੂੰ ਖਾਣ ਲੱਗ ਜਾਂਦੇ ਨੇ, ਜੇ ਸਿਰ ਨਾ ਰੋਕਿਆ ਜਾਵੇ ਤਾਂ ਅਜੀਬ ਤਰ੍ਹਾਂ ਦੀਆਂ ਡਿਫਾਰਮਿਟੀਜ਼ ਹੋ ਸਕਦੀਆਂ ਨੇ, ਟੇਢੇ ਹੋ ਸਕਦੀਆਂ ਨੇ, ਉਂਗਲਾਂ ਜੁੜ ਸਕਦੇ ਨੇ। ਸੋ ਇਹ ਗੂਗਲ ਦਾ ਈਵਨ ਹਾਰਟ ਦੀ ਪ੍ਰੋਬਲਮ ਬੜੀ ਸੀਵੀਅਰ ਹੋ ਸਕਦੀ ਹੈ ਇਹਦੇ ਵਿੱਚ ਆਰਥਰਾਈਟਿਸ ਦੇ ਨਾਲ। ਸੋ ਬਿਹਤਰ ਹੈ ਕਿ ਆਪਾਂ ਐਲੋਪੈਥਿਕ ਮੈਡੀਸਿਨ ਲਓ, ਪਰ ਉਹਦੇ ਚ ਕਈ ਨੇ ਜਿਹੜੀਆਂ ਡਿਜ਼ੀਜ਼ ਮੋਡੀਫਾਈਂਗ ਡਰੱਗਸ ਨੇ, ਯਾਨੀ ਤੁਸੀਂ ਉਹ ਤੁਹਾਨੂੰ ਕਾਫੀ ਬੈਟਰ, ਹੁਣ ਤਾਂ ਬਹੁਤ ਐਡਵਾਂਸਡ ਆ ਗਈਆਂ ਨੇ, ਪਹਿਲਾਂ ਸੀ ਜਿਹੜੇ ਕਾਫੀ ਸਾਈਡ ਇਫੈਕਟਸ ਹੁੰਦੇ ਸਨ, ਹੁਣ ਕਾਫੀ ਐਡਵਾਂਸ ਟ੍ਰੀਟਮੈਂਟ ਹੋ ਚੁੱਕੀ ਹੈ ਜਿਹਦੇ ਸਾਈਡ ਇਫੈਕਟਸ ਘੱਟ ਨੇ, ਲਾਈਟ ਹੈ। ਪਰ ਗੂਗਲ ਦੇ ਲੈ ਕੇ ਵਿਗੜੇ ਹੋਏ ਕੇਸ ਅਸੀਂ ਜ਼ਰੂਰ ਦੇਖੇ ਨੇ, ਉਹ ਸਹੀ ਮਾਤਰਾ 'ਚ ਨਹੀਂ ਲੈਂਦੇ ਜਾਂ ਸਹੀ ਡਾਇਗਨੋਸਿਸ ਨਹੀਂ ਹੁੰਦਾ ਜਾਂ ਉਹ ਐਕਸਪਰਟ ਹਕੀਮਾਂ ਕੋਲ ਨਹੀਂ ਜਾ ਰਹੇ, ਇਹ ਮੈਨੂੰ ਕਾਰਨ ਨਹੀਂ ਪਤਾ, ਪਰ ਗੂਗਲ ਖਾ ਕੇ ਵਿਗੜੇ ਹੋਏ ਕੇਸ ਸਾਡੇ ਕੋਲ ਜ਼ਰੂਰ ਕਾਫੀ ਪਹੁੰਚੇ ਨੇ। ਸੋ ਮੈਂ ਤਾਂ ਹੀ ਕਿਹਾ ਸੀ ਥੋੜੀ ਪ੍ਰੋਪਰ ਤਰੀਕੇ ਮੈਨੇਜਮੈਂਟ ਕੀਤੀ ਜਾਏ ਤਾਂ ਇਹ ਵਧੀਆ ਹੁੰਦਾ ਜੀ। ਬਹੁਤ ਬਹੁਤ ਧੰਨਵਾਦ ਜੀ। ਬੀਬੀ ਸੁਰਜੀਤ ਕੌਰ ਜੀ, ਤੁਸੀਂ ਇਹ ਤੇ ਹੋ, ਤੁਹਾਡਾ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀ ਵੀ ਹਰੀ ਹਲਦੀ ਖਾਣ ਬੜੀ ਚੰਗੀ ਆ ਕਿ ਨਹੀਂ? ਮੈਂ ਬੇਨਤੀ ਕਰਾਂ ਸਾਰਿਆਂ ਨੂੰ ਸੰਖੇਪ ਦੇ ਵਿੱਚ ਸਵਾਲ ਰੱਖਿਓ। ਵੈਸੇ ਤਾਂ ਜਿਹੜੀ ਕੈਂਸਰ ਦੀ ਗੱਲਬਾਤ ਹੋ ਰਹੀ ਸੀ ਉਸ ਬਾਬਤ ਗੱਲਬਾਤ ਕਰੋ ਤਾਂ ਬਿਹਤਰ ਹੈ, ਪਰ ਜੇ ਤੁਹਾਡਾ ਹੋਰ ਵੀ ਵਿਸ਼ਾ ਸੰਖੇਪ ਦੇ ਵਿੱਚ ਤਾਂ ਜੋ ਵੱਧ ਤੋਂ ਵੱਧ ਜਿਹੜੇ ਕਾਲਰ ਨੇ ਉਹਨਾਂ ਦੀ ਗੱਲਬਾਤ ਸੁਣੀ ਜਾ ਸਕੇ। ਭੈਣ ਜੀ, ਬੀਬੀ ਸੁਰਜੀਤ ਕੌਰ ਦਾ ਸਵਾਲ ਆਇਆ ਸੀ ਹਰੀ ਹਲਦੀ ਯਾਨੀ ਕੱਚੀ ਹਲਦੀ ਖਾਣ ਨਾਲ ਕੋਈ ਅਸਰ ਪੈਂਦਾ ਬੋਡੀ ਦੇ ਉੱਤੇ? ਭਾਜੀ ਆਪਾਂ ਹਲਦੀ ਤੇ ਪਹਿਲਾਂ ਵੀ ਜਿਹੜੀਆਂ ਰਿਸਰਚ ਬੇਸਡ ਗੱਲ ਕੀਤੀ ਸੀ ਉਦੋਂ ਕਲੀਅਰ ਸੀ ਕਿ ਦੁੱਧ ਵਿੱਚ ਪਾ ਕੇ ਹਲਦੀ ਵੀ ਕੁਝ ਪੀਂਦੇ ਨੇ, ਕੁਝ ਕੱਚੀ ਹਲਦੀ ਖਾਂਦੇ ਨੇ, ਪਰ ਜਿਹੜੀ ਖੋਜ ਹੋਈ ਜੇ ਉਹ ਕਲੀਅਰ ਕਰ ਚੁੱਕੀ ਹੋਈ ਹੈ ਕਿ ਬਗੈਰ ਕਾਲੀ ਮਿਰਚ ਦੇ ਹਲਦੀ ਅਬਜ਼ੌਰਬ ਹੀ ਨਹੀਂ ਹੁੰਦੀ। ਕੱਚੀ ਖਾ ਲਓ, ਭਾਵੇਂ ਪੱਕੀ ਖਾ ਲਓ, ਭਾਵੇਂ ਹਰੀ ਖਾ ਲਓ, ਭਾਵੇਂ ਪੀਲੀ ਖਾ ਲਓ, ਉਹਦੀ ਐਬਜ਼ੌਰਪਸ਼ਨ ਕੁਦਰਤ ਵਿੱਚ ਜਿਹੜੀ ਨੇ ਅੰਦਰ ਸਾਡੇ ਰੱਖੀ ਹੈ ਕਾਲੀ ਮਿਰਚ ਦੇ ਨਾਲ ਹੀ ਹੋ ਸਕਦੀ ਹੈ। ਸੋ ਇਹਦਾ ਮਤਲਬ ਹੈ ਸਬਜ਼ੀ ਰਾਹੀਂ ਜਿਹੜੀ ਅਸੀਂ ਖਾਵਾਂਗੇ ਉਹ ਭਾਵੇਂ ਹਰੀ ਖਾ ਲਓ, ਉਹਦੇ ਪੱਤੇ ਜੋ ਉੱਪਰ ਆ ਜਾਂਦੇ ਨੇ, ਤੇ ਭਾਵੇਂ ਤੁਸੀਂ ਉਹਨੂੰ ਯਾਨੀ ਉਹ ਗੰਢ ਪੂਰੀ ਨੂੰ ਜਿਹੜੀ ਕੱਚੀ ਹਲਦੀ ਵਿੱਚ ਆ ਜਾਂਦੀ ਹੈ ਉਹ ਲੈ ਲਵੋ, ਤੇ ਭਾਵੇਂ ਤੁਸੀਂ ਉਹਨੂੰ ਵਿੱਚ ਪੀਸ ਕੇ ਲੈ ਲਵੋ। ਪਰ ਉਹ ਦੁੱਧ ਵਿੱਚ ਜਦੋਂ ਪਾ ਕੇ ਅਸੀਂ ਪੀ ਕੇ ਲੈ ਲੈਂਦੇ ਹਾਂ, ਸਾਨੂੰ ਬਹੁਤ ਆਰਾਮ ਆ ਗਿਆ, ਉਹ ਆਰਾਮ ਸਾਡੇ ਦਿਮਾਗ ਨੇ ਹੀ ਕਰਨਾ ਹੁੰਦਾ ਹੈ ਕਹਿ ਕੇ ਹਾਂਜੀ ਆਰਾਮ ਆ ਗਿਆ, ਤੇ ਉਹ ਆਉਣਾ ਸ਼ੁਰੂ ਹੋ ਜਾਂਦਾ, ਜਦ ਕਿ ਉਹ ਐਜ਼ ਸੱਚ ਐਨਜੀ ਅੰਤੜੀਆਂ ਚੋਂ ਬਾਹਰ ਨਿਕਲ ਜਾਂਦੀ ਜੇ ਅਸਰ ਕਰਦੀ ਹੋਈ ਨਹੀਂ। ਲੋਕ ਸਾਲਾਂ ਸਾਲ, ਕਈ ਤੇ ਕਹਿੰਦੇ ਨੇ ਅਸੀਂ 20 ਸਾਲ ਤੋਂ ਹਲਦੀ ਪੀ ਰਿਹਾ ਤੇ ਐਨ ਤੰਦਰੁਸਤਾਂ, ਇਹ ਪਤਾ ਹੀ ਨਹੀਂ ਕਿ ਤੰਦਰੁਸਤ ਤਾਂ ਭਾਈ ਤੁਹਾਡੇ ਦਿਮਾਗ ਨੇ ਕੀਤਾ, ਜਿਹਨੂੰ ਇਹ ਪਤਾ ਵੀ ਹਾਂਜੀ ਮੈਂ ਹਲਦੀ ਨਾਲ ਤੰਦਰੁਸਤ ਹੋ ਜਾਣਾ, ਤੇ ਉਹ ਸੋਚ ਤੁਹਾਨੂੰ ਠੀਕ ਕਰ ਦਿੰਦੀ ਹੈ। ਸੋ ਹਲਦੀ ਕਿਸੇ ਵੀ ਕਿਸਮ ਦੀ ਖਾਣੀ ਹੋਵੇ ਐਬਜ਼ੌਰਪਸ਼ਨ ਕਾਲੀ ਮਿਰਚ ਹੀ ਕਰ ਸਕਦੀ ਹੈ। ਸੋ ਇੰਨਾ ਕੁ ਖਿਆਲ ਰੱਖਿਓ, ਇਹ ਪ੍ਰੂਫ ਚੀਜ਼ ਹੋ ਚੁੱਕੀ ਹੈ। ਵੈਸੇ ਇਹਦੀ ਐਬਜ਼ੌਰਪਸ਼ਨ ਨਹੀਂ ਹੋਈ, ਲੈਬ ਟੈਸਟਾਂ ਵਿੱਚ ਵੀ ਕਰਾ ਕੇ ਦੇਖ ਲਿਆ, ਈਵਨ ਬੰਦੇ ਨੂੰ ਖਵਾ ਕੇ ਉਸ ਤੋਂ ਬਾਅਦ ਵੀ ਟੈਸਟਿੰਗ ਕਰਾ ਕੇ ਉਹਦੀ ਦੇਖ ਚੁੱਕੇ ਹਾਂ, ਬਲੱਡ ਲੈਵਲਸ ਦੇ ਵਿੱਚ ਵੀ ਇਹ ਨਹੀਂ ਕਰਕਿਊਮਿਨ, ਇਸੇ ਕਰਕੇ ਇਹਦੀਆਂ ਟੇਬਲੇਟਸ ਹੁਣ ਅਵੇਲੇਬਲ ਵੀ ਕਈ ਹੋ ਗਈਆਂ ਨੇ, ਜਿਨ੍ਹਾਂ ਨੂੰ ਖਾਣ ਦਾ ਢੰਗ ਵੀ ਚੂਸ ਕੇ ਜਾਂ ਚੱਬ ਕੇ ਖਾਣੀ ਪੈਂਦੀ ਹੈ ਤਾਂ ਕਿ ਉਹ ਜੀਭ ਹੇਠੋਂ ਹੀ ਅਸਰ ਸ਼ੁਰੂ ਹੋ ਜਾਵੇ, ਕਿਉਂਕਿ ਉਹ ਅੰਦਰ ਜਾ ਕੇ ਨਹੀਂ ਪੇਟ 'ਚ ਅਬਜ਼ੌਰਬ ਹੁੰਦੀ। ਸੋ ਇਸ ਤਰ੍ਹਾਂ ਦੀ ਕਾਫੀ ਰਿਸਰਚ ਨੇ ਜੋ ਚੱਲੀਆਂ ਹੋਈਆਂ ਨੇ। ਇਹ ਤਾਂ ਹੀ ਮੈਂ ਕਿਹਾ ਸੀ ਕਿ ਹਰ ਚੀਜ਼ ਮਿਣਤੀ ਨਾਲ ਤੇ ਹਿਸਾਬ ਨਾਲ ਤੇ ਕਿਵੇਂ ਖਾਣੀ ਹੈ, ਕਿੰਨੀ ਮਾਤਰਾ 'ਚ ਖਾਣੀ ਹੈ, ਬਹੁਤ ਮੈਟਰ ਕਰਦੀ ਹੈ ਜੀ। ਬੀਬੀ ਵਰਿੰਦਰਜੀਤ ਕੌਰ ਜੀ, ਸਵਾਗਤ ਹੈ ਤੁਹਾਡਾ।
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ, ਤੁਹਾਨੂੰ ਹੀ ਤੇ ਭਾਈ ਸਾਹਿਬ ਜੀ ਨੂੰ। ਮੈਂ ਨਾ ਮੇਰੇ ਪੈਰ ਦੀ ਚੀਚੀ ਜਿਹੜੀ ਹੈ ਨਾ ਉੱਥੋਂ ਉਹ ਸੁੱਤੀ ਸੀਗੀ ਤੇ ਉਸ ਤੋਂ ਬਾਅਦ ਸਾਰੇ ਉਂਗਲਾਂ ਵੀ ਸੁੱਤੀਆਂ, ਪੱਬ ਸੁੱਤੇ ਪਏ, ਪੈਰ ਸਾਰਾ। ਇਹ ਪਤਾ ਨਹੀਂ ਕੀ ਗੱਲ ਹੈ, ਮੇਰੇ ਫਿਰ ਨਾਲ ਦਰਦ ਵੀ ਹੁੰਦੀ ਹੈ ਲੱਤਾਂ ਨੂੰ। ਸੁੱਜ ਗਈਆਂ? ਸੁੱਜੀਆਂ ਨਹੀਂ ਜੀ, ਸੁੱਤੀਆਂ ਹੋਈਆਂ ਨੇ ਉਂਗਲਾਂ ਸੁੱਤੀਆਂ ਪੈਰ ਦੀਆਂ, ਪੱਬ ਸੁੱਤੇ ਹੋਏ ਨੇ ਨਾਲ ਹੀ, ਫਿਰ ਸਾਰੀਆਂ ਲੱਤਾਂ ਤੱਕ ਗੋਡਿਆਂ ਤੱਕ ਆਉਂਦੀ ਹੈ। ਕੀ ਕਾਰਨ ਹੋ ਸਕਦਾ ਡਾਕਟਰ ਸਾਹਿਬ? ਹੋਣਗੇ ਭਾਜੀ ਨਰਵ ਕੰਡਕਸ਼ਨ ਸਟੱਡੀਜ਼ ਹੁੰਦੀਆਂ ਜੇ, ਇਹ ਜ਼ਰੂਰ ਇਹਨਾਂ ਨੂੰ ਕਹਿਣਾ ਉੱਥੇ ਕਰਵਾ ਲੈਣ। ਕੋਈ ਇੰਨਾ ਐਡਵਾਂਸਡ ਨਹੀਂ ਟੈਸਟ, ਸਾਡੇ ਵੀ ਇੱਥੇ ਆਮ ਹੁੰਦਾ, ਉੱਥੇ ਵੀ ਮੈਨੂੰ ਲੱਗਦਾ ਕਿ ਜੇ ਤੁਸੀਂ ਅਪੁਆਇੰਟਮੈਂਟ ਲੈ ਕੇ ਕਰਵਾ ਲਓ ਤਾਂ ਇਹ ਬੜਾ ਸਿੰਪਲ ਜਿਹਾ ਟੈਸਟ ਹੈ। ਉਹਦੇ ਵਿੱਚ ਪਤਾ ਲੱਗ ਜਾਏਗਾ ਕਿ ਨਸਾਂ ਦੀ ਬਾਹਰਲੀ ਪਰਤ ਜਾਂ ਕੁਛ ਉਹਦੀ ਡੈਮੇਜ ਜੇ ਹੋਣੀ ਸ਼ੁਰੂ ਹੋਈ ਹੈ ਤਾਂ ਕਿਹੜੀ ਜਗ੍ਹਾ ਤੇ ਉਹਦੀ ਐਂਟਰੈਪਮੈਂਟ ਹੋਈ ਹੈ। ਉਹ ਫਿਰ ਟਾਈਮਲੀ ਤਾਂ ਇੱਕ ਸਿੰਗਲ ਇੰਜੈਕਸ਼ਨ ਨਾਲ ਹੀ ਕਈ ਵਾਰ ਉਹ ਸਾਰਾ ਕੁਝ ਖੁੱਲ ਜਾਂਦਾ, ਤਾਂ ਉਹ ਜ਼ਰੂਰ ਕਰਵਾ ਲੈਣ। ਨਰਵ ਇੰਡਕਸ਼ਨ ਸਟੱਡੀ। ਬਹੁਤ ਧੰਨਵਾਦ ਜੀ। ਸਰਦਾਰ ਸੰਤੋਖ ਸਿੰਘ ਜੀ, ਸਵਾਗਤ ਹੈ ਤੁਹਾਡਾ ਪਿਆਰਿਓ ਜੀ। ਸਤਿ ਸ੍ਰੀ ਅਕਾਲ ਕੁਲਦੀਪ ਸਿੰਘ ਜੀ ਤੇ ਡਾਕਟਰ ਹੁਣਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੇਰੀ ਪ੍ਰੋਬਲਮ ਹੈ ਜੀ, ਇਸ ਰਾਤ ਨੂੰ ਪੈਂਦੇ ਆ ਤੇ ਗਲ ਦੇ ਵਿੱਚ ਐਸਿਡ ਆ ਕੇ ਜੰਮਦਾ, ਉਹਦਾ ਕੋਈ ਇਲਾਜ ਡਾਕਟਰ ਨੂੰ ਦੱਸ ਸਕਦੇ? ਕਿਹੜੀ ਚੀਜ਼ ਖਾਣੀ ਚਾਹੀਦੀ, ਕਿਹੜੀ ਖੁਰਾਕ ਨਾਲ ਠੀਕ ਹੋ ਸਕਦਾ? ਆਉਣ ਲੱਗਿਆ ਜੰਮਦਾ। ਬਹੁਤ ਧੰਨਵਾਦ ਜੀ। ਮੈਂ ਨਾਲ ਦੀ ਨਾਲ ਜਿੰਨਾ ਚਿਰ ਭੈਣ ਜੀ ਜਵਾਬ ਦਿੰਦੇ ਆ, ਮੈਂ ਬੇਨਤੀ ਕਰਾਂ, ਜਦੋਂ ਹੀ ਲਾਈਨ ਖਾਲੀ ਹੁੰਦੀ ਹੈ ਕਾਲਰ ਕਾਲ ਕਰਦਾ, ਉਸ ਤੋਂ ਬਾਅਦ ਲਾਈਨ ਤੁਸੀਂ ਹੋਲਡ ਕਰ ਸਕਦੇ ਹੋ। ਲਾਈਨ ਦੁਬਾਰਾ ਕਾਲ ਕਰਕੇ ਕੋਸ਼ਿਸ਼ ਕਰਦੇ ਰਹੋ, ਕਿਉਂਕਿ ਮੈਸੇਜ ਬਹੁਤ ਆਣੇ ਸ਼ੁਰੂ ਹੋ ਜਾਂਦੇ ਨੇ ਕਿ ਮੇਰਾ ਸਵਾਲ ਪੁੱਛਿਓ, ਮੇਰਾ ਸਵਾਲ ਪੁੱਛਿਓ। ਮੈਂ ਬੇਨਤੀ ਕਰਾਂ, ਜਦੋਂ ਇੱਕ ਕਾਲਰ ਆਪਣਾ ਸਵਾਲ ਕਰਕੇ ਹਟਦਾ ਹੈ, ਉਹਦੀ ਲਾਈਨ ਕੱਟ ਦਿੱਤੀ ਜਾਂਦੀ ਹੈ, ਉਹ ਰੇਡੀਓ ਤੇ ਸੁਣੇ। ਦੂਜਾ ਕਾਲਰ ਹੈ ਜਿਹੜਾ, ਉਹ ਕਾਲ ਕਰਕੇ ਆਪਣੀ ਲਾਈਨ ਹੋਲਡ ਕਰ ਲਵੇ। ਕੋਸ਼ਿਸ਼ ਕਰਦੇ ਰਿਹਾ ਕਰੋ ਜੀ। ਕੀ ਕਹਿਣਾ ਚਾਹੋਗੇ ਭੈਣ ਜੀ? ਹਾਂਜੀ, ਇਹ ਗਰਡ ਦੀ ਤਕਲੀਫ ਲੱਗਦੀ ਹੈ ਇਹਨਾਂ ਨੂੰ, ਸੋ ਉਹਦੇ ਚ ਚਾਹ ਕੌਫੀ ਨਾ ਲੈਣ। ਥੋੜੀ ਅਰਲੀ ਖਾਣਾ ਖਾਣ ਤੇ ਸੌਣ ਲੱਗਿਆ ਸਿਰ ਉੱਚਾ ਕਰਕੇ ਸੌਣ, ਥੋੜਾ ਜਿਹਾ ਜਿਵੇਂ ਮੋਢਿਆਂ ਤੋਂ ਵੀ ਥੋੜਾ ਉੱਚਾ ਹੋਵੇ, ਤਾਂ ਉਹ ਵਾਪਸ ਖਾਣਾ ਨਹੀਂ ਆਉਂਦਾ ਤੇ ਫਿਰ ਇੰਪਰੂਵਮੈਂਟ ਹੋ ਜਾਂਦੀ ਹੈ। ਰੈਗੂਲਰ ਐਕਸਰਸਾਈਜ਼, ਸਵਿਮਿੰਗ, ਇਹ ਚੀਜ਼ਾਂ ਕਾਫੀ ਇਫੈਕਟਿਵ ਨੇ ਇਹਨੂੰ ਕੰਟਰੋਲ ਕਰਨ ਚ। ਫਿਰ ਜੇ ਕੁਛ ਜ਼ਿਆਦਾ ਅਲਸਰ ਵਗੈਰਾ ਜਾਂ ਕੁਛ ਇਹੋ ਜਿਹੀ ਚੀਜ਼ ਜੇ ਬਣ ਚੁੱਕੀ ਹੋਈ ਹੈ ਤਾਂ ਦਵਾਈ ਵੀ ਖਾਣੀ ਜ਼ਰੂਰੀ ਹੁੰਦੀ ਹੈ। ਪਰ ਅੱਜ ਤੇ ਭਾਜੀ ਮੈਨੂੰ ਐਂ ਲੱਗਦਾ ਕਿ ਮੈਂ ਮੈਡੀਸਿਨ ਦੀ ਸਪੈਸ਼ਲਿਸਟ ਜ਼ਿਆਦਾ ਬਣ ਗਈ ਹਾਂ, ਪੀਡੀਆਟ੍ਰਿਸ਼ਨ ਵਾਲਾ ਕੰਮ ਕੁਛ ਨਹੀਂ ਹੈ। ਨਹੀਂ, ਤੁਸੀਂ ਉਹ ਡਾਕਟਰ ਗੁਰਪਾਲ ਸਿੰਘ ਵਾਲੀ ਡਿਊਟੀ ਹਜੇ ਨਿਭਾ ਰਹੇ ਹੋ ਜੀ ਅਸਲ ਚ, ਕਿਉਂਕਿ ਮੈਂ ਦੱਸ ਦਿਆਂ ਕਿ ਡਾਕਟਰ ਹਰਸ਼ਿੰਦਰ ਕੌਰ ਬੱਚਿਆਂ ਦੇ ਬੜੇ ਆਲਾ ਡਾਕਟਰ ਨੇ, ਵਾਕਈ ਪੀਡੀਆਟ੍ਰਿਸ਼ਨ ਨੇ। ਤੁਸੀਂ ਬੱਚਿਆਂ ਦੇ ਸਵਾਲ ਵੀ ਪੁੱਛ ਸਕਦੇ ਹੋ। ਕੈਂਸਰ ਦੀ ਗੱਲ ਇਸ ਕਰਕੇ ਹੋਈ ਸੀ ਕਿਉਂਕਿ ਰਿਸਰਚ ਜਿਹੜੀ ਖੋਜ ਆਈ ਹੈ, ਕਿਉਂਕਿ ਸਵਾਲ ਇਹ ਹੁੰਦਾ ਭੈਣ ਜੀ, ਤੁਹਾਡੇ ਤੋਂ ਦੁਨੀਆ ਸੁਣਦੀ ਹੈ, ਉਹਨਾਂ ਨੂੰ ਪਤਾ ਹੈ ਕਿ ਅੱਜ ਡਾਕਟਰ ਹਰਸ਼ਿੰਦਰ ਕੌਰ ਨੇ ਆਉਣਾ ਹੈ। ਥੋੜਾ ਬਹੁਤ ਜੇ ਲਾਇਆ, ਜਿੰਨਾ ਵੀ ਲਿਆ ਜਾਵੇ ਲੈ ਲਈਏ, ਹੈ ਤਾਂ ਮੈਡੀਕਲ ਹੀ ਖੇਤਰ ਹੈ ਨਾ। ਪਤਾ ਤਾਂ ਹੁੰਦਾ ਹੈ ਕਿ ਬਹੁਤਾ ਨਹੀਂ, 100% ਨਹੀਂ, 80% ਤੋਂ ਵੱਧ ਤਾਂ ਪਤਾ ਹੁੰਦਾ ਹੀ ਹੈ ਵੀ ਕੀ ਗੱਲ ਹੈ। ਭਾਵੇਂ ਐਕਸਪਰਟ ਨੇ ਹਰ ਫੀਲਡ ਦੇ, ਪਰ ਫਿਰ ਵੀ ਬੜੀ ਉਮੀਦ ਹੁੰਦੀ ਹੈ ਤੁਹਾਡੇ ਤੋਂ ਜੀ। ਕਾਲ ਕਰਕੇ ਲਾਈਨ ਹੋਲਡ ਕਰ ਸਕਦੇ ਹੋ, ਲਾਈਨ ਜਿਹੜੀ ਹੁਣੇ ਖਾਲੀ ਹੋਈ ਹੈ। ਸਰਦਾਰ ਪ੍ਰੇਮ ਸਿੰਘ ਜੀ, ਤੁਸੀਂ ਏਅਰ ਤੇ ਹੋ, ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ? ਚੜ੍ਹਦੀਆਂ ਕਲਾਂ ਜੀ, ਚੜ੍ਹਦੀ ਕਲਾਂ। ਹਾਂ, ਮੇਰਾ ਕੁਐਸਚਨ ਸੀ ਵੀਰ ਜੀ, ਮੇਰਾ ਬੇਟਾ ਹੈ 12 ਸਾਲਾਂ ਦਾ ਜੀ, ਤੇ ਉਹਦੀ ਆਵਾਜ਼ ਨਾ ਥੋੜੀ ਜਿਹੀ ਬੈਠ ਜਾ ਗਈ, ਕਿਉਂਕਿ ਉਹ ਖੇਡਦਾ ਹੈਗਾ ਆਪਣਾ ਬਾਸਕਟਬਾਲ, ਤੇ ਉਹ ਬੱਚੇ ਰੌਲਾ ਬਹੁਤ ਪਾਉਂਦੇ ਨੇ ਜਦੋਂ ਬਾਸਕਟਬਾਲ ਖੇਡਦੇ ਨੇ। ਕੋਈ 3-4 ਵੀਕਾਂ ਹੋ ਗਈਆਂ, ਪਰ ਉਹ ਕਹਿੰਦਾ ਮੈਨੂੰ ਪ੍ਰੋਬਲਮ ਕੋਈ ਨਹੀਂ ਹੈਗੀ, ਪਰ ਮੈਨੂੰ ਥੋੜਾ ਲੱਗਦਾ ਵੰਡਰਿੰਗ ਹੈ। ਓਕੇ, ਹਾਂਜੀ ਜੀ, ਕੀ ਕਰਨਾ ਜੀ? ਭਾਜੀ ਮੈਂ ਇਮੀਡੀਏਟਲੀ ਐਡਵਾਈਜ਼ ਕਰਾਂਗੀ ਕਿ ਤੁਸੀਂ ਲੈਰਨਜਾਈਟਿਸ ਤਾਂ ਇਨੀਸ਼ੀਅਲ ਹੈਗਾ, ਐਕਸੈਸਿਵ ਯੂਜ਼ ਆਫ ਵੌਇਸ ਹੋ ਜਾਂਦੀ ਹੈ ਜਦੋਂ ਉਹਦੇ ਨਾਲ ਇਹ ਚੀਜ਼ ਸਟਾਰਟ ਹੋ ਜਾਂਦੀ ਹੈ। ਸੋ ਵੌਇਸ ਰੈਸਟ ਹੀ ਅਸੀਂ ਇਨੀਸ਼ੀਅਲੀ ਕਹਿੰਦੇ ਹੁੰਦੇ ਹਾਂ। ਗਰਾਰੇ ਵੀ ਕਰੋ, ਵੌਇਸ ਰੈਸਟ ਲਓ, ਲੋਜ਼ੈਂਜਸ ਲੈ ਸਕਦੇ ਹੋ,
ਪਰ ਜੇ ਨਹੀਂ ਇੰਪਰੂਵ ਹੁੰਦਾ ਵਿਦਿਨ ਵੀਕ ਔਰ 10 ਡੇਜ਼ ਤਾਂ ਇਮੀਡੀਏਟਲੀ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਕੋਈ ਲੋਕਲ ਡੈਮੇਜ ਨਾ ਹੋਏ, ਕੋਈ ਪੋਲਿਪ ਕਈ ਵਾਰ ਬਣ ਜਾਂਦਾ ਨਿੱਕਾ ਜਿਹਾ ਜਿਹੜਾ ਇਹ ਪ੍ਰੋਬਲਮ ਬਾਅਦ ਵਿੱਚ ਕਰ ਸਕਦਾ, ਸੋ ਇਹਦੇ ਲਈ ਟੈਸਟਿੰਗ ਜ਼ਰੂਰੀ ਹੁੰਦੀ ਜੇ। ਪਰ ਪਹਿਲਾਂ ਵੌਇਸ ਰੈਸਟ ਤੇ ਗਰਾਰੇ ਲੋਜ਼ੈਂਜਸ ਵਗੈਰਾ ਤੁਸੀਂ ਲੈ ਸਕਦੇ ਹੋ ਜਿਹਦੇ ਨਾਲ ਇਹ ਚੀਜ਼ ਨੂੰ ਇਨੀਸ਼ੀਅਲ ਈਵਨ ਮਲੱਠੀ ਵਰਗੀ ਚੀਜ਼ ਵੀ ਚੂਸ ਕੇ ਤੁਸੀਂ ਇਨੀਸ਼ੀਅਲ ਸਟੇਜਸ ਵਿੱਚ ਤਾਂ ਆਰਾਮ ਲੈ ਸਕਦੇ ਹੋ। ਪਰ ਖਿਆਲ ਰੱਖਿਓ 10 ਦਿਨ ਤੋਂ ਉੱਪਰ ਦਾ ਟਾਈਮ ਨਹੀਂ ਖਰਾਬ ਕਰਨਾ, ਉਹਦੇ ਵਿੱਚ ਚੈੱਕ ਜ਼ਰੂਰ ਕਰਾ ਲਓ ਜੀ। ਬਹੁਤ ਬਹੁਤ ਧੰਨਵਾਦ ਜੀ। ਅਗਲੇ ਕਾਲਰ ਨੇ ਹੈਰੀ ਸਿੰਘ ਜੀ। ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਜੀ। ਆਮ ਤੌਰ ਤੇ ਸਾਡੇ ਫੈਮਲੀਆਂ ਵਿੱਚ ਨਾ ਜਿਹੜੇ ਬਜ਼ੁਰਗਾਂ ਨੂੰ ਜਾਂ ਕਈ ਇਹਨੂੰ ਸ਼ੂਗਰ ਹੈ ਜੀ, ਉਹਦੇ ਕਰਕੇ ਆਵਾਜ਼ ਨਹੀਂ ਆ ਰਹੀ ਤੁਹਾਡੀ ਜੀ। ਹਾਂਜੀ ਆਉਂਦੀ ਆਵਾਜ਼ ਜੀ? ਹਾਂ ਹੁਣ ਆ ਰਹੀ ਹੈ। ਆਮ ਤੌਰ ਤੇ ਸਾਡੇ ਫੈਮਲੀਆਂ ਵਿੱਚ ਕਈ ਜਣਿਆਂ ਨੂੰ ਜਿੱਦਾਂ ਸ਼ੂਗਰ ਹੈ ਜੀ, ਆਮ ਤੌਰ ਤੇ ਜਿਹੜੀ ਦੇਸੀ ਆਪਣੇ ਉਹ ਯੂਜ਼ ਕਰਦੇ ਰਹਿੰਦੇ ਆ, ਜਿਹੜੀ ਆਮ ਚੀਜ਼ਾਂ ਜੀ ਆਹ ਜਿਹੜੀਆਂ ਕਾਲੀ ਜੀਰੀ ਹੋ ਗਈ ਜਾਂ ਹੋਰ ਚੀਜ਼ਾਂ ਜਿਹੜੀਆਂ ਦੇਸੀ ਹੁੰਦੀਆਂ ਆ, ਜਾਮਣਾਂ ਦੀਆਂ ਛਿਲਕਾਂ, ਕਰੇਲਿਆਂ ਦੇ, ਸਾਰਾ ਕੁਝ ਪੀ ਕੇ ਏਦਾਂ ਆਪਣੀ ਫੈਮਲੀ ਏਦਾਂ ਇਹ ਚੀਜ਼ਾਂ ਯੂਜ਼ ਕਰਦੀ ਰਹਿੰਦੀਆਂ ਜੀ। ਉਹ ਯੂਜ਼ ਕਰਨੀਆਂ ਚਾਹੀਦੀਆਂ ਸ਼ੂਗਰ ਵਾਲਿਆਂ ਨੂੰ ਕਿ ਨਹੀਂ ਕਰਨੀਆਂ ਚਾਹੀਦੀਆਂ ਜਿਹੜੀ ਦੇਸੀ ਚੀਜ਼ਾਂ ਜੀ? ਉਹ ਪੁੱਛ ਲੈਨੇ ਆਪਾਂ ਜੀ, ਇਸੇ ਕਰਕੇ ਤਾਂ ਭੈਣ ਜੀ ਨੂੰ ਹਾਕ ਮਾਰੀ ਸੀ ਅੱਜ। ਕੀ ਬਿੰਬਾ ਜੀ? ਭਾਜੀ ਡਾਇਬਟੀਜ਼ ਲਈ ਮੈਂ ਦੇਸੀ ਟੋਟਕਿਆਂ ਦੀ ਐਡਵਾਈਸ ਨਹੀਂ ਦਵਾਂਗੀ। ਜਿਵੇਂ ਮੈਂ ਇੱਕ ਮਿਸਾਲ ਦੇਣਾ ਚਾਹਾਂਗੀ ਕਿ ਮੇਥੀ ਹੀ ਤੋਂ ਬਣੀਆਂ ਦਵਾਈਆਂ ਬਹੁਤ ਸਾਰੀਆਂ ਮਾਰਕੀਟ 'ਚ ਨੇ ਜਿਹੜੀਆਂ ਅਸੀਂ ਖਾਣ ਨੂੰ ਦਿੰਨੇ ਆ, ਪਿਓਰ ਮੇਥੀ ਤੋਂ ਬਣੀਆਂ ਹੋਈਆਂ। ਸੋ ਕੋਸ਼ਿਸ਼ ਕਰੋ ਕਿ ਇਹੋ ਜਿਹੀਆਂ ਚੀਜ਼ਾਂ ਨਾਲੋਂ ਜਿਹੜੀ ਤੇ ਇਹਦੀਆਂ ਕੱਲ ਨੂੰ ਕੋਈ ਖੋਜ ਹੋ ਗਈ ਤਾਂ ਮੈਂ ਨਹੀਂ ਦੱਸ ਸਕਦੀ, ਪਰ ਅੱਜ ਤੱਕ ਲਈ ਅਸਰਦਾਰ ਮੇਥੀ ਸਭ ਤੋਂ ਬੈਸਟ ਜਿਹੜੀ ਹੁਣ ਤੱਕ ਦੀ ਸਾਬਤ ਹੋਈ ਹੈ ਕਿ ਰੈਗੂਲਰ ਤੌਰ ਤੇ ਖਾਧੀ ਜਾਏ, ਜਾਂ ਜਾਮਣ ਵੀ ਬੜੇ ਇਫੈਕਟਿਵ ਸਾਬਤ ਹੋਏ ਨੇ ਜੋ ਕਿ ਰਿਸਰਚ ਬੇਸ। ਪਰ ਕਿਤੇ ਵੀ ਇਹ ਨਹੀਂ ਲਿਖਿਆ ਕਿ ਤੁਸੀਂ ਡਾਇਬਟੀਜ਼ ਦੀ ਟ੍ਰੀਟਮੈਂਟ ਨਹੀਂ ਕਰਨੀ। ਜੇ ਤੁਹਾਡੀ ਅਨਕੰਟਰੋਲਡ ਸ਼ੂਗਰ ਜਾ ਰਹੀ ਹੈ ਤਾਂ ਟ੍ਰੀਟਮੈਂਟ ਦੇ ਨਾਲ ਇਹ ਇੱਕ ਐਸੋਸੀਏਟਿਡ ਇਹਨੂੰ ਨਾਲ ਲਾ ਕੇ ਅਸੀਂ ਤੋਰਦੇ ਹਾਂ ਕਿ ਇਹ ਨਾਲ ਲਈਆਂ ਜਾਣ ਤਾਂ ਬਹੁਤ ਸੋਹਣੇ ਤਰੀਕੇ ਡਾਇਬਟੀਜ਼ ਕੰਟਰੋਲ ਹੋ ਸਕਦੀ ਹੈ। ਯੋਗ ਦਾ ਰੋਲ ਬਹੁਤ ਜ਼ਿਆਦਾ ਜੇ। ਰੈਗੂਲਰ ਐਕਸਰਸਾਈਜ਼, ਕੰਟਰੋਲ weight ਦਾ ਰੱਖੋ, ਵੱਖੋ ਵੱਖਰੇ ਜੋੜਾਂ ਦੀ ਐਕਸਰਸਾਈਜ਼ ਨਾਲ ਕਰਦੇ ਰਹੋ ਤਾਂ ਕਾਫੀ ਹੱਦ ਤੱਕ ਤੁਸੀਂ ਇਹ ਕੰਟਰੋਲ ਕਰ ਸਕਦੇ ਹੋ। ਨਾਲੋਂ ਨਾਲ ਆਫ ਕੋਰਸ ਤੁਸੀਂ ਦਵਾਈ ਦੇ ਇਹ ਚੀਜ਼ਾਂ ਕੁਦਰਤੀ ਨਾਲ ਲੈਂਦੇ ਰਹੋ ਜਿਨ੍ਹਾਂ 'ਚ ਮੈਂ ਦੱਸਿਆ ਮੇਥੀ ਅਜੇ ਤੱਕ ਬਹੁਤ ਬਹੁਤ ਇਫੈਕਟਿਵ ਹੈ, ਜਾਮਨ ਵੀ ਬਹੁਤ ਇਫੈਕਟਿਵ ਨੇ, ਸਟੱਡੀਜ਼ ਆ ਚੁੱਕੀਆਂ ਨੇ। ਸੋ ਨਾਲ ਤੁਸੀਂ ਜੋ ਵੀ ਕੁਝ ਲੈਣਾ ਹੋਏ, ਪਰ ਡਾਇਬਟੀਜ਼ ਕਾਈਂਡਲੀ ਦੀ ਟ੍ਰੀਟਮੈਂਟ ਜੇ ਇਨਸੂਲਿਨ ਤੇ ਉਹ ਬਿਲਕੁਲ ਨਾ ਛੱਡਿਓ। ਇਸੇ ਤਰ੍ਹਾਂ ਜੇ ਗੋਲੀਆਂ ਚੱਲ ਰਹੀਆਂ ਤਾਂ ਠੀਕ ਹੈ, ਜੇ ਇਨੀਸ਼ੀਅਲ ਸਟੇਜ ਤੇ ਉਹ ਬਹੁਤ ਘੱਟ ਹੈ ਤੁਹਾਨੂੰ ਤੁਸੀਂ ਇਕੱਲੀ ਡਾਈਟ ਨਾਲ ਕੰਟਰੋਲ ਕਰ ਸਕਦੇ ਹੋ, ਬਹੁਤ ਵਧੀਆ, ਪਰ ਉਹਦੇ ਲਈ ਵੀ ਤੁਹਾਨੂੰ ਰੈਗੂਲਰ ਐਕਸਰਸਾਈਜ਼ ਹਰ ਹਾਲ ਕਰਨੀ ਹੀ ਪੈਣੀ ਹੈ। ਜੀ ਬਹੁਤ ਬਹੁਤ ਧੰਨਵਾਦ ਜੀ। ਗੁਰਮੇਲ ਸਿੰਘ ਜੀ, ਸਵਾਗਤ ਹੈ ਤੁਹਾਡਾ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਮੈਨੂੰ ਸਤੰਬਰ ਲਾਸਟ ਵਿੱਚ ਪ੍ਰੋਸਟੇਟ ਕੈਂਸਰ ਸਰਜਰੀ ਹੋਈ ਸੀ ਤੇ ਮਾਰਚ ਵਿੱਚ ਅੱਗੇ ਹਾਰਮੋਨ ਟ੍ਰੀਟਮੈਂਟ 2 ਸਾਲ ਚੱਲਿਆ ਤੇ ਫਿਰ ਵੀ ਮੈਨੂੰ ਮਈ 2021 ਵਿੱਚ ਬਲੈਡਰ ਟਿਊਮਰ ਹੋ ਗਿਆ ਸੀ, ਉਹਦਾ ਸਰਜਰੀ ਹੋਈ ਹੈ ਤੇ ਹੁਣ ਮੈਨੂੰ ਬਚਾਅ ਵਾਸਤੇ ਕੀ ਦੇਸੀ ਦਵਾਈ ਖਾਣੀ ਚਾਹੀਦੀ? ਜੀ ਭੈਣ ਜੀ। ਭਾਜੀ ਬੜਾ ਇਫੈਕਟਿਵ ਜੋ ਸਾਡੇ ਕੋਲ ਬਲੈਡਰ ਕੈਂਸਰ ਦਾ ਵੀ, ਜੇ ਮੈਂ ਨਾਮ ਤਾਂ ਪੇਸ਼ੈਂਟ ਦਾ ਨਹੀਂ ਲੈਣਾ ਚਾਹੀਦਾ, ਇੱਕ ਬਹੁਤ ਨਾਮੀ ਅਰਥ ਸ਼ਾਸਤਰੀ ਵੀ ਨੇ ਜਿਨ੍ਹਾਂ ਨੇ 20 ਸਾਲ ਤੱਕ ਵੀ ਕੰਟਰੋਲ ਕਰੀ ਰੱਖਿਆ ਆਪਣਾ, ਤੇ ਉਹ ਹੈਗਾ ਜੀ ਇੱਕ ਸਿੰਪਲ ਜੇ BCG ਦਾ ਟੀਕਾ, ਆਮ ਜਿਹੜਾ ਬੱਚੇ ਨੂੰ TB ਤੋਂ ਬਚਾਉਣ ਲਈ ਅਸੀਂ ਹਰ ਬੱਚੇ ਦੇ ਮੋਢੇ ਤੇ ਲਾਉਂਦੇ ਹਾਂ, ਉਹ ਟੀਕੇ ਦੀ ਰਿਸਰਚ ਨਾਲ ਆਲਮੋਸਟ ਵਾਲੇ ਪਾਸੇ ਬਲੈਡਰ ਕੈਂਸਰ ਦਾ ਚਲਾ ਜਾਂਦਾ। ਸੋ ਕੋਸ਼ਿਸ਼ ਕਰੋ ਕਿ ਬਲੈਡਰ ਕੈਂਸਰ ਦੀ ਘੱਟੋ ਘੱਟ ਤੁਸੀਂ ਓੜ ਪੋੜ ਨਾ ਕਰਿਓ, ਪਰ ਉਹਦੇ ਨਾਲ ਮੈਂ ਦੱਸਿਆ ਜੇ ਤੁਹਾਡੇ ਉੱਥੇ ਹੁਣ ਟ੍ਰੀਟਮੈਂਟ ਕਰ ਰਹੇ ਨੇ ਜਾਂ ਉਸ ਤੋਂ ਵੀ ਅੱਗੇ ਕੁਝ ਕਰਨਾ ਚਾਹ ਰਹੇ ਨੇ, ਟ੍ਰੀਟਮੈਂਟ ਪੂਰੀ ਕਰ ਲਓ, ਪਰ ਉਸ ਤੋਂ ਬਾਅਦ
ਇਹ ਚੀਜ਼ਾਂ ਜਿਵੇਂ ਆਪਾਂ ਦੱਸੀਆਂ ਸੀ, ਤੁਸੀਂ ਐਂਟੀਆਕਸੀਡੈਂਟਸ ਵਗੈਰਾ ਜਾਂ ਕੁਦਰਤੀ ਖੁਰਾਕ ਤੇ ਹਰੀਆਂ ਸਬਜ਼ੀਆਂ ਵੱਲ ਆ ਜਾਓਗੇ ਤਾਂ ਕਾਫੀ ਫਿਰ ਆਪਾਂ ਅੱਗੋਂ ਕੰਟਰੋਲ ਕਰ ਸਕਾਂਗੇ। ਡਿਊਰਿੰਗ ਟ੍ਰੀਟਮੈਂਟ ਕਿਸੇ ਵੀ ਹਾਲ ਵਿੱਚ ਕਿਸੇ ਹੀ ਤਰ੍ਹਾਂ ਦੀ ਕੋਈ ਚੀਜ਼ ਨਾ ਲਿਓ, ਖਾਸ ਕਰ ਸਰਜਰੀ ਦੌਰਾਨ ਪਹਿਲਾਂ ਜਾਂ ਬਾਅਦ ਵੀ 3 ਹਫ਼ਤੇ ਤਾਂ ਬਿਲਕੁਲ ਅਦਰਕ ਵੀ ਨਹੀਂ ਖਾਣਾ। ਉਸ ਤੋਂ ਬਾਅਦ ਤੁਸੀਂ ਰੂਟੀਨ ਜੇ ਤੁਸੀਂ ਕੁਦਰਤੀ ਚੀਜ਼ਾਂ ਤੇ ਆਓਗੇ ਤਾਂ ਕਾਫੀ ਫਾਇਦਾ ਲਿਆ ਜਾ ਸਕਦਾ। ਕਾਫੀ ਜ਼ਿਆਦਾ ਕਾਲ ਵੀ ਆ ਰਹੀਆਂ ਨੇ, ਲਾਈਨਾਂ ਸਾਰੀਆਂ ਬਿਜ਼ੀ ਨੇ। ਕਹਿੰਦੇ ਕੋਲਨ ਰਿਮੂਵ ਕਰਾਉਣ ਤੋਂ ਬਾਅਦ ਕੋਈ ਕੰਪਲਿਕੇਸ਼ਨ ਤਾਂ ਨਹੀਂ ਜ਼ਿਆਦਾ ਹੁੰਦੀਆਂ? ਸੁਨੇਹਾ ਹੈ ਜੀ ਭਾਜੀ, ਕੋਲਨ ਰਿਮੂਵ ਕਰਨ ਦੀਆਂ ਆਪਣੀਆਂ ਕੰਪਲਿਕੇਸ਼ਨ ਜ਼ਰੂਰ ਹੁੰਦੀਆਂ ਨੇ, ਪਰ ਜੇ ਕੈਂਸਰ ਜਿਸ ਤੇ ਡਿਮਾਂਡ ਕਰਦਾ ਜੇ ਤਾਂ ਉਹ ਤੁਹਾਡਾ ਬੈਸਟ ਜਿਹੜਾ ਟ੍ਰੀਟਮੈਂਟ ਦੱਸਣ ਵਾਲਾ ਤੁਹਾਡਾ ਡਾਕਟਰ ਹੀ ਹੋਏਗਾ ਕਿ ਕੋਲਨ ਰਿਮੂਵ ਕਰਨ ਦੀ ਇਮੀਡੀਏਟ ਲੋੜ ਹੈ ਕਿ ਨਹੀਂ। ਜੇ ਬਹੁਤ ਐਡਵਾਂਸਡ ਹੈ ਤਾਂ ਕੋਈ ਵੀ ਨਹੀਂ ਰਿਮੂਵ ਕਰੇਗਾ, ਫਿਰ ਤਾਂ ਪਤਾ ਹੀ ਹੈ ਕਿ ਫੈਲ ਚੁੱਕਿਆ, ਹੁਣ ਬਹੁਤਾ ਸਮਾਂ ਨਹੀਂ ਰਿਹਾ। ਪਰ ਜੇ ਉਹ ਲੋਕਲਾਈਜ਼ਡ ਹੈ, ਰਿਮੂਵ ਕਰਨਾ ਚਾਹ ਰਹੇ ਨੇ, ਤਾਂ ਮੇਰਾ ਖਿਆਲ ਹੈ ਕਿ ਉਹ ਬੈਟਰ ਹੋਏਗਾ। ਅਸੀਂ ਉਹਨੂੰ ਅੰਦਰ ਪਾਲ ਕੇ ਕੀ ਕਰਨਾ, ਬਾਹਰ ਕੱਢ ਲਓ। ਕੋਈ ਵੀ ਸਾਈਡ ਇਫੈਕਟ ਹੈ ਤਾਂ ਮੈਂ ਸਿੰਪਲ ਜੀ ਗੱਲ ਦੱਸਣਾ ਚਾਹਾਂਗੀ ਕਿ ਅਸੀਂ ਸਮੁੰਦਰ 'ਚ ਡੁੱਬ ਰਹੇ ਹਾਂ ਤੇ ਫਿਰ ਉੱਥੇ ਕਿਸੇ ਨੂੰ ਪੁੱਛੀਏ ਵੀ ਇੱਕ ਕੰਡਿਆਂ ਵਾਲੀ ਤਾਰ ਹੈ, ਇਹ ਫੜ ਲਿਆ ਮੇਰਾ ਹੱਥ ਤਾਂ ਨਹੀਂ ਜ਼ਖਮੀ ਹੋ ਜਾਏਗਾ, ਤੇ ਭਾਈ ਦੂਜੇ ਪਾਸੇ ਤਾਂ ਫਿਰ ਡੁੱਬ ਹੀ ਰਹੇ ਆ, ਤੇ ਉਹ ਕੰਡਿਆਲੀ ਤਾਰ ਤੁਹਾਨੂੰ ਬਚਾ ਤਾਂ ਲਊਗੀ, ਮਾੜਾ ਮੋਟਾ ਲਹੂ ਵਗੇਗਾ ਵੀ ਤਾਂ ਕੋਈ ਗੱਲ ਨਹੀਂ। ਸੋ ਇਸੇ ਤਰ੍ਹਾਂ ਜੇ ਲੋਕਲਾਈਜ਼ਡ ਹੈ ਤਾਂ ਰਿਮੂਵ ਕਰਾ ਲੈਣੀ ਚਾਹੀਦੀ ਹੈ। ਜੀ ਵੀਰ ਜਸਵੀਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਮੈਂ ਤਾਂ ਸਰਦਾਰ ਜੀ ਉਹਨਾਂ ਨੂੰ ਫਤਿਹ ਬੁਲਾਉਣ ਲਈ ਕਾਲ ਕੀਤੀ ਆ, ਬਹੁਤ ਦੇਰ ਹੋ ਗਈ, ਆਵਾਜ਼ ਵੀ ਸੁਣੀ ਨਹੀਂ ਇਹਨਾਂ ਦੀ ਤੇ ਮੈਂ ਜਾਂ ਨਹੀਂ ਸੁਣ ਸਕਦਾ, ਤੇ ਮੈਨੂੰ ਲੱਗਿਆ ਵੀ ਅੱਜ ਬਹੁਤ ਦੇਰ ਬਾਅਦ ਇਹਨਾਂ ਦੀ ਆਵਾਜ਼ ਸੁਣੀ ਆ। ਧੰਨਵਾਦ ਇਹਨਾਂ ਦਾ। ਸਮੇਂ ਸਮੇਂ ਆਉਂਦੇ ਨੇ, ਕਈ ਵਾਰੀ ਨਹੀਂ ਗੱਲ ਬਣਦੀ, ਸੋ ਇਹਨਾਂ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਆ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ। ਮੈਂ ਤਾਂ ਇਹ ਬੇਨਤੀ ਕਰਨ ਲਈ ਫੋਨ ਕੀਤਾ। ਮਿਹਰਬਾਨੀ ਸਰਦਾਰ। ਬਹੁਤ ਧੰਨਵਾਦ ਜੀ ਸਰਦਾਰ ਜਸਵੀਰ ਸਿੰਘ। ਬਹੁਤੇ ਆਪਣੇ ਰੋਗਾਂ ਦੀ ਤੇ ਮੁਸ਼ਕਲਾਂ ਦੀ ਗੱਲ ਕਰ ਰਹੇ ਨੇ। ਕਹਿੰਦੇ ਕੌਮ ਦੀ ਜਿਹੜੀ ਆਵਾਜ਼ ਹੈ, ਆਵਾਜ਼ ਸੁਣਨ ਨੂੰ ਬਹੁਤ ਲੰਮਾ ਸਮਾਂ ਹੋ ਗਿਆ, ਇਹਨਾਂ ਦੀ ਤੰਦਰੁਸਤੀ ਲਈ ਦੁਆ ਕਰਨੀ ਚਾਹੁੰਦਾ। ਕਮਾਲ ਹੈ, ਇੰਨਾ ਕੁ ਪਿਆਰ ਕਰਦੇ ਆ। ਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਭਾਜੀ ਮੇਰੇ ਕੋਲ ਕੋਈ ਲਫ਼ਜ਼ ਹੀ ਨਹੀਂ, ਤੇ ਗੱਚ ਜਿਹਾ ਹੀ ਭਰ ਗਿਆ ਸੁਣ ਕੇ ਕਿ ਪਤਾ ਨਹੀਂ ਕੀ ਸਾਂਝ ਤੁਹਾਡੇ ਪ੍ਰੋਗਰਾਮ ਰਾਹੀਂ ਇੰਨੀ ਦੂਰ ਬੈਠਿਆਂ ਕਿਵੇਂ ਹੋ ਜਾਂਦੀ ਹੈ। ਮੈਨੂੰ ਲੱਗਦਾ ਸਿਰਫ ਜ਼ਬਾਨ ਦਾ ਜਾਦੂ ਹੈ। ਮਾਂ ਬੋਲੀ ਹੈ ਜਿਹੜੀ ਇੱਕ ਗੱਲ ਦੂਸਰੇ ਦੇ ਦਿਲ ਤੱਕ ਪਹੁੰਚਾ ਦਿੰਦੀ ਹੈ। ਇੱਕ ਗੱਲ ਦੇ ਵਿਚਲੀ ਸ਼ਾਇਦ ਕੋਈ ਜਜ਼ਬਾ ਹੋਏਗਾ ਜਾਂ ਕਿਸ ਤਰੀਕੇ ਦੀ ਸਾਂਝ। ਤੇ ਇੱਕ ਧੰਨਵਾਦ ਜ਼ਰੂਰ ਵੀਰਾ ਅੱਜ ਮੈਨੂੰ ਕਰਨ ਦਾ ਸਮਾਂ ਦੇ ਦਿਓ ਇੰਨਾ ਕੁ ਕਿ ਸਾਡੀ ਟਰਸਟ ਵਿੱਚ 21 ਬੇਟੀਆਂ ਹੋਰ ਹੋਈਆਂ ਨੇ। ਆਕੜ ਪਿੰਡ ਤੇ ਆਕੜੀ ਪਿੰਡ ਨੇ ਇੱਥੇ ਜਿੱਥੋਂ ਇਹ ਆਈਆਂ ਨੇ, ਜਿਨ੍ਹਾਂ ਦੇ ਪਿਤਾ ਨਹੀਂ ਹਨ, BA ਕਰ ਰਹੀਆਂ ਨੇ। 21 ਕੁੜੀਆਂ ਨੇ, ਕੁਝ ਗੁਰਦਾਸਪੁਰ ਤੋਂ ਨੇ, ਕੁਝ ਨਵੀਆਂ ਲੁਧਿਆਣੇ ਤੋਂ ਆਈਆਂ ਨੇ। ਸੋ ਉਹ ਅਸੀਂ ਐਡ ਕੀਤੀਆਂ ਨੇ। ਸੋ ਦਿਲੋਂ ਧੰਨਵਾਦ ਜਿਨ੍ਹਾਂ ਨੇ ਲਗਾਤਾਰ ਮਦਦ, ਅਮਰੀਕਾ ਤੋਂ ਵੀ, ਕੈਨੇਡਾ ਤੋਂ ਵੀ, ਆਸਟ੍ਰੇਲੀਆ ਤੋਂ, ਕੁਝ ਬਜ਼ੁਰਗ ਨੇ ਜਿਨ੍ਹਾਂ ਨੇ ਧੀ ਮੰਨ ਕੇ ਵੀ ਭੇਜਿਆ। ਉਹਨਾਂ ਸਦਕਾ ਹੀ ਇਹ ਤੁਰਦੀ ਜਾਂਦੀ ਹੈ। ਹੁਣ ਵੀਰਾ 200 ਪਹਿਲਾਂ 421 ਸਨ, ਹੁਣ 21 ਹੋਰ ਕਰਨ ਨਾਲ ਸਾਡੀਆਂ 442, ਜਿਨ੍ਹਾਂ ਚੋਂ 52 ਕੁੜੀਆਂ ਨੇ ਇਸ ਵਾਰ ਜਿਨ੍ਹਾਂ ਨੇ BA ਤੱਕ ਹੁਣ ਪੜ੍ਹ ਕੇ ਉਹ ਸਾਡੀ ਟਰਸਟ ਚੋਂ ਹੁਣ ਬਾਹਰ ਹੋ ਜਾਣਗੀਆਂ। ਕੁਝ 10ਵੀਂ ਕਰਨ ਤੋਂ ਬਾਅਦ ਉਹ ਕਰਨਾ ਚਾਹੁੰਦੀਆਂ ਨੇ ਆਈਲੈਟਸ ਕਿ ਅਸੀਂ ਤਾਂ ਜਾਣਾ ਕੈਨੇਡਾ, ਸੋ ਉਹ ਸਾਡੀ ਟਰਸਟ ਚੋਂ ਬਾਹਰ ਹੋਣਗੀਆਂ। ਕੁਝ BA ਕਰ ਚੁੱਕੀਆਂ, ਹੁਣ ਜੌਬ ਲੈ ਕੇ ਉਹ ਸਾਡੇ ਬਾਹਰ ਚਲੀਆਂ ਜਾਣਗੀਆਂ। ਸੋ ਬੇਨਤੀ ਹੈ ਜੇ ਕਿਸੇ ਹੋਰ ਨੂੰ ਪਤਾ ਵੀ ਹੋਵੇ ਕਿ ਕਿਸੇ ਦੇ ਪਿਤਾ ਨਹੀਂ ਹਨ, ਉਹ ਪੜ੍ਹਨੀ ਚਾਹੁੰਦੀ ਹੈ ਬੇਟੀ, ਜ਼ਰੂਰ ਸਾਡੀ ਟਰਸਟ 'ਚ ਅਪਲਾਈ ਕਰ ਸਕਦੀ ਹੈ। ਅਸੀਂ ਉਹਨੂੰ ਜ਼ਰੂਰ ਪੜ੍ਹਾਉਣਾ ਚਾਹਾਂਗੇ। ਜੀ ਡਾਕਟਰ ਹਰਸ਼ ਚੈਰੀਟੇਬਲ ਟਰਸਟ ਹੈ ਜਿੱਥੇ ਹਮੇਸ਼ਾ ਹੀ ਇਹ ਉਪਰਾਲਾ ਕਰਦੇ ਨੇ। ਮੈਂ ਕਹਿੰਦਾ ਬੜਾ ਵਧੀਆ। ਇੱਕ ਕਈ ਵਾਰੀ ਕਹਿ ਦਿੰਦੇ ਆ ਨਾ, ਕਹਿੰਦੇ ਆ ਕਿ ਨੰਨੀ ਛਾਂ, ਨੰਨੀਆਂ ਛਾਵਾਂ ਦੀਆਂ ਨੰਨੀ ਛਾਂ ਰਾਹੀਂ ਗੁੱਤਾ ਪੁੱਟਦੀਆਂ ਤੇ ਆਪਣੀ ਫੋਰਸ ਲਾਈ ਕੁਟਾਪਾ ਚੜਾਉਂਦਿਆਂ ਤਾਂ ਦੇਖਿਆ ਸੀ, ਪਰ ਜਿਹੜੀ ਅਸਲ ਨੰਨੀ ਛਾਂ ਹੈ, ਅਸਲ ਮਾਇਨਿਆਂ ਦੇ ਵਿੱਚ ਉਹਨਾਂ ਬੱਚੀਆਂ ਦੀ ਪੜ੍ਹਾਈ, ਉਹਨਾਂ ਬੱਚੀਆਂ ਨੂੰ ਕੁੱਖ ਦੇ ਵਿੱਚੋਂ ਕਤਲ ਹੋਣ ਤੋਂ ਰੋਕਣ ਦੇ ਲਈ ਜਿਹੜਾ ਕੰਮ ਕਰ ਰਹੇ ਨੇ ਉਹ ਡਾਕਟਰ ਹਰਸ਼ਿੰਦਰ ਕੌਰ ਜਗਤ ਭੈਣ ਨੇ। ਬਹੁਤ ਧੰਨਵਾਦ। ਗੁਰਿੰਦਰ ਸਿੰਘ ਜੀ, ਸਵਾਗਤ ਹੈ ਵੀਰ ਜੀ ਤੁਹਾਡਾ।
ਵੀਰ ਗੁਰਿੰਦਰ ਸਿੰਘ ਜੀ, ਸਵਾਗਤ ਹੈ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਆਵਾਜ਼ ਨਹੀਂ ਆਉਂਦੀ? ਆ ਰਹੀ ਹੈ ਜੀ, ਹੁਣ ਤਾਂ ਬਹੁਤ ਸਪਸ਼ਟ ਆ ਰਹੀ ਹੈ। ਠੀਕ ਹੈ ਭਾਜੀ, ਥੈਂਕ ਯੂ ਕਾਲ ਲੈਣ ਲਈ। ਐਕਚੁਅਲੀ ਮੇਰੀ 2 ਮੰਥ ਦੀ ਬੇਟੀ ਆ, ਲਾਈਕ ਉਹ ਦੁੱਧ ਬਹੁਤ ਕੱਢਦੀ ਆ। ਅਸੀਂ ਵੰਡਰਿੰਗ ਆ ਕਾਫੀ ਜ਼ਿਆਦਾ, ਫੈਮਿਲੀ ਡਾਕਟਰ ਨੂੰ ਵੀ ਦਿਖਾਇਆ, ਤੁਹਾਨੂੰ ਪਤਾ ਇੱਥੇ ਕਿੰਨਾ ਕੁ ਰეკਮੈਂਡ ਕਰਦੇ ਆ, ਉਹ ਕਹਿ ਦਿੰਦੇ ਆ ਨੋਰਮਲ ਆ। ਬਟ ਮੇਰੀ ਪਹਿਲਾਂ ਵੱਡੀ ਬੇਟੀ ਵੀ ਹੈਗੀ ਆ, ਉਹਦੇ ਤਾਂ ਇਸ ਮੈਂ ਕਦੇ ਦੇਖਿਆ ਨਹੀਂ ਸੀਗਾ ਕਿ ਇੰਨਾ ਜ਼ਿਆਦਾ ਦੁੱਧ ਕੱਢਦੀ ਆ। ਓਕੇ, ਪੁੱਛ ਲੈਂਦੇ ਆਪਾਂ ਬੱਚੇ ਇਹਨਾਂ ਦਾ ਕੰਸਰਨਡ ਸਵਾਲ ਹੈ, ਇਹ ਤਾਂ ਮਹਿਕਮਾ ਇਹਨਾਂ ਦਾ। ਹਾਂਜੀ, ਤੁਹਾਡੇ ਮਹਿਕਮੇ ਦਾ ਸਵਾਲ ਆਇਆ ਜੀ। ਜੀ ਬੜੀ ਦੇਰ ਬਾਅਦ, ਸ਼ੁਕਰ ਮੈਨੂੰ ਲੱਗਦਾ ਸੀ ਅੱਜ ਟੈਸਟ ਪੇਪਰ ਚੱਲ ਰਿਹਾ ਮੈਡੀਸਿਨ। ਬਿਲਕੁਲ, ਦੇਖੋ ਨਾਰਮਲ ਹੁਣ ਮੈਂ ਪੋਜੀਸ਼ਨ ਬਣਾ ਕੇ ਨਹੀਂ ਤੁਹਾਨੂੰ ਇੱਥੇ ਦਿਖਾ ਸਕਦੀ, ਕਦੇ ਟੀਵੀ 'ਚ ਵੀ ਆਪਾਂ ਵੀਰੇ ਕਰਕੇ ਤੇ ਉਹ ਸਮਝਾ ਸਕਾਂਗੇ, ਪਰ ਨਾਰਮਲੀ ਇਹ ਚੀਜ਼ ਸਿਰਫ ਪੋਜੀਸ਼ਨਿੰਗ ਪ੍ਰੋਪਰ ਨਾ ਹੋਣ ਸਦਕਾ ਹੀ ਹੁੰਦੀ। ਜੇ ਬੱਚੇ ਨੂੰ ਬੈਠਾ ਕਰ ਲਓ, ਗੋਲ 'ਚ ਸਿੱਧਾ ਲਿਟਾਣਾ ਨਹੀਂ ਹੁੰਦਾ, ਬੈਠਾ ਕਰ ਲਓ, ਯਾਨੀ ਉਹਦੇ ਸਿਰ ਤੁਹਾਡੇ ਆਲਮੋਸਟ ਮੋਢੇ ਦੇ ਥੋੜਾ ਜਿਹਾ ਹੇਠਾਂ ਸਪੋਰਟਡ ਹੋਏ ਤੇ ਉਹਨੂੰ ਹੇਠਲੇ ਹੱਥ ਨਾਲ ਜਿਵੇਂ ਉਹਦੀਆਂ ਲੱਤਾਂ ਜਾਂ ਪੈਰ ਨੂੰ ਫੜਿਆ ਹੋਏ ਤਾਂ ਕਿ ਉਹ ਸਿਟਿੰਗ ਪੋਜੀਸ਼ਨ 'ਚ ਹੋਏ, ਫਿਰ ਉਹਨੂੰ ਦੁੱਧ ਪਿਆਓ ਤਾਂ ਇਹ ਦੁੱਧ ਨਹੀਂ ਕੱਢੇਗਾ। ਤੇ ਦੁੱਧ ਪਿਆਉਣ ਤੋਂ ਨਾਲ ਦੀ ਨਾਲ ਮੋਢੇ ਨਾਲ ਲਾ ਕੇ ਥਾਪੜ ਦਿਓ ਅੱਛੀ ਤਰ੍ਹਾਂ। ਕੁਝ ਅਰਲੀ ਬਰਪਰਸ ਹੁੰਦੇ ਨੇ, ਕੁਝ ਲੇਟ ਬਰਪਰਸ ਹੁੰਦੇ ਨੇ, ਯਾਨੀ ਕੁਝ ਇੱਕਦਮ ਡਕਾਰ ਲੈਣਗੇ, ਕੁਝ ਲੇਟ ਲੈਂਦੇ ਨੇ। ਡਕਾਰ ਲੈਣ ਤੋਂ ਬਾਅਦ ਉਹਨੂੰ ਪੁੱਠਾ ਆਪਣੇ ਹੀ ਗੋਡਿਆਂ ਦੇ ਉੱਤੇ, ਜਿਵੇਂ ਤੁਸੀਂ ਪੱਟਾਂ ਦੇ ਉੱਤੇ ਪਾ ਕੇ ਪੁੱਠਾ ਹਲਕਾ ਹਲਕਾ ਪੋਲਾ ਪੋਲਾ ਥਾਪੜ ਦਿਓਗੇ, ਬੜੀ ਸੋਹਣੀ ਨੀਂਦ ਵੀ ਲਏਗਾ, ਹਵਾ ਵੀ ਸਰ ਜਾਂਦੀ ਹੈ। ਸੋ ਇਹ ਘੱਟ ਬਾਹਰ ਆਉਂਦਾ ਉਦੋਂ। ਇਹ ਪੋਜੀਸ਼ਨਿੰਗ ਦੀ ਗੜਬੜੀ ਕਰਕੇ ਹੀ ਹੁੰਦੀ ਹੈ। ਬਹੁਤੀ ਮਦਰਸ ਫਿਰ ਰਾਤ ਨੂੰ ਲੇਟੀਆਂ ਹੀ ਪਾਸਾ ਦੇ ਕੇ ਉਹਨਾਂ ਨੂੰ ਲੱਗਦਾ ਸਵਾਦ ਹੀ ਏਦਾਂ ਹੀ ਪਿਆ ਦਿੰਦੇ ਆ, ਉਹ ਸਗੋਂ ਕੰਨ ਵੱਲ ਜਾਣ ਦਾ ਵੀ ਖਤਰਾ ਦੁੱਧ ਦਾ ਹੁੰਦਾ, ਉੱਥੋਂ ਵੀ ਪ੍ਰੋਬਲਮ ਹੋ ਜਾਂਦੀ। ਸੋ ਕੋਸ਼ਿਸ਼ ਕਰਿਆ ਕਰੋ ਬੈਠਾ ਕਰਕੇ ਬੱਚੇ ਨੂੰ ਥੋੜਾ ਜਿਹਾ ਪਿਆਓ ਤਾਂ ਫਿਰ ਇਹ ਚੀਜ਼ ਠੀਕ ਹੋ ਜਾਏਗੀ। ਆਪਾਂ ਇੰਝ ਕਰਦੇ ਹਾਂ ਜੀ, ਕਈ ਵਾਰੀ ਕਿਉਂਕਿ ਮੈਂ ਇਸੇ ਕਰਕੇ ਕਿਹਾ ਸੀ ਕਿ ਤੁਹਾਡੇ ਮਹਿਕਮੇ ਦਾ ਸਵਾਲ ਆਇਆ ਪਹਿਲੀ ਵਾਰੀ, ਤੁਹਾਡੀ ਭਾਵੇਂ ਮੁਹਾਰਤ ਹੈ ਇਸ ਪਾਸੇ, ਤੇ ਆਪਾਂ ਇੰਝ ਕਰਦੇ ਹਾਂ ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ ਇੱਕ ਲਾਈਨ ਜਿਹੜੀ ਖਾਲੀ ਹੋਈ ਹੈ ਉਹ ਤੁਸੀਂ ਹੋਲਡ ਕਰ ਸਕਦੇ ਹੋ। ਗੁਰਦੇਵ ਸਿੰਘ ਜੀ, ਕਿਰਪਾਲ ਸਿੰਘ ਜੀ, ਤੁਹਾਡੀ ਵਾਰੀ ਅਗਲੀ ਹੈ। ਕੁਝ ਕਾਲ ਹੀ ਮੈਂ ਲੈ ਸਕਾਂਗਾ। 184424715550। ਸਭ ਤੋਂ ਪਹਿਲਾਂ ਸਨ ਸਰਦਾਰ ਗੁਰਦੇਵ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਪ੍ਰੋਗਰਾਮ 'ਚ ਕਾਲ ਕਰਨ ਲਈ। ਆਪ ਜੀ ਤੇ ਡਾਕਟਰ ਸਾਹਿਬ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਆਪਣੇ ਜੀ ਜਿਹੜੇ ਮੇਥੀ ਦੱਸਿਆ, ਮੇਥੀ ਤੇ ਇੱਕ ਮੇਥੇ ਹੁੰਦੇ ਆ, ਇਹ ਦੋਹੇ ਇੱਕੋ ਹੀ ਚੀਜ਼ ਆ ਜਾਂ ਇਹਨਾਂ ਦਾ ਫਰਕ ਰੱਖੂਗੇ ਵੀ ਇਹਨਾਂ ਖਾਣ ਦਾ ਡਾਇਬਟੀਜ਼ ਲਈ? ਇਹ ਪੁੱਛਣਾ ਸੀ। ਮੇਥੇ ਤੇ ਮੇਥੀ ਬਿਲਕੁਲ ਚੀਜ਼ਾਂ ਜੀ ਇਹ। ਹਾਂਜੀ, ਮੇਰੇ ਹਿਸਾਬ ਨਾਲ ਦੋਨੋਂ ਅਲੱਗ ਅਲੱਗ ਨੇ, ਪਰ ਪੁੱਛ ਲੈਂਦੇ ਆ। ਮੇਥੇ ਤੇ ਮੇਥੀ ਡਾਇਬਟੀਜ਼ ਲਈ ਬੈਟਰ ਨੇ ਬੀਬਾ ਜੀ? ਹਾਂਜੀ ਬਿਲਕੁਲ, ਦੋਨੋਂ ਵੱਖੋ ਵੱਖਰੀ ਚੀਜ਼ ਨੇ ਜੀ। ਮੇਥੇ ਰਾਤ ਨੂੰ ਬੀਜ ਨੇ, ਭਿਉਂ ਕੇ ਖਾਣੇ ਹੁੰਦੇ ਨੇ, ਸਵੇਰ ਨੂੰ ਉਹਨੂੰ ਭਾਵੇਂ ਪਾਣੀ ਉਹਦਾ ਪੀ ਲਵੋ ਜਾਂ ਉਹਨੂੰ ਪੀਸ ਕੇ ਤੁਸੀਂ ਵਰਤਣਾ ਚਾਹੋ। ਪਰ ਮੇਥੀ ਤੁਸੀਂ ਸਬਜ਼ੀ ਦੀ ਤੌਰ ਤੇ ਜਾਂ ਵੈਸੇ ਹੀ, ਕਿਉਂਕਿ ਉਹ ਕੌੜੀ ਬਹੁਤ ਹੋ ਜਾਂਦੀ ਜੇ ਕੱਚੀ ਖਾਣੀ, ਪਰ ਪਤਾ ਨਹੀਂ ਜੇ ਕੋਈ ਖਾਣਾ ਚਾਹਵੇ ਤਾਂ ਉਸ ਤਰ੍ਹਾਂ ਵੀ ਲੈ ਸਕਦਾ ਜੇ। ਪਰ ਇਹਨੂੰ ਮੇਥੀ ਨੂੰ ਤੁਸੀਂ ਬੜਾ ਵਧੀਆ ਹੁੰਦਾ ਜੇ ਜਦੋਂ ਸੁਕਾ ਕੇ ਵੀ ਸਾਲ ਭਰ ਤੁਸੀਂ ਉਹਨੂੰ ਆਪਣੀ ਜਿਵੇਂ ਜਿਹੜੀ ਵੀ ਤੁਸੀਂ ਕੌਲੀ 'ਚ ਸਬਜ਼ੀ ਪਾਈ ਹੈ ਉਹਦੇ ਵਿੱਚ ਇੱਕ ਚਮਚਾ ਉਹ ਭੁਰੀ ਹੋਈ ਮੇਥੀ ਪਾ ਕੇ ਉਹ ਤੁਸੀਂ ਸੁਕਾਈ ਹੋਈ ਉਹ ਵੀ ਵਰਤ ਸਕਦੇ ਹੋ, ਉਨੀ ਹੀ ਅਸਰਦਾਰ ਹੈ। ਬਹੁਤ ਧੰਨਵਾਦ ਜੀ। ਕਿਰਪਾਲ ਸਿੰਘ ਜੀ, ਸਵਾਗਤ ਹੈ ਵੀਰ ਜੀ ਤੁਹਾਡਾ। ਕਿਰਪਾਲ ਸਿੰਘ ਜੀ, ਤੁਸੀਂ ਇੱਥੇ ਹੋ, ਸਵਾਗਤ ਹੈ ਤੁਹਾਨੂੰ। ਤੋਂ ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਡਾਕਟਰ ਸਾਹਿਬ ਵੀ ਲੰਮੀ ਉਮਰ ਲਈ ਅਸੀਂ ਦੁਆ ਕਰਦੇ ਹਾਂ ਜੀ, ਤਾਂ ਕਿ ਸਾਨੂੰ ਅਸੀਂ ਗਾਈਡ ਕਰਦੇ ਰਹਿਣਗੇ। ਤੇ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਸੀਗਾ, ਅੱਜ ਤੋਂ ਮੈਂ 35-40 ਸਾਲ ਪਹਿਲਾਂ ਪੜ੍ਹਿਆ ਸੀਗਾ, ਸਟਾਰਟ ਯੂਅਰ ਡੇ ਵਿਦ 3 cloves of garlic। ਡਾਕਟਰ ਸਾਹਿਬ ਮੈਂ ਪੁੱਛਣਾ ਸੀ, ਮੈਂ 5 ਕੁ ਦਿਨ ਮਤਲਬ ਇੱਥੇ ਤਾਂ ਹੁਣ ਦੂਜੀਆਂ ਮੋਟੀਆਂ ਗੱਠੀਆਂ ਨੇ ਤੇ 5 ਕੁ ਦਿਨ ਮੈਂ ਸਵੇਰੇ
ਗਰਮ ਪਾਣੀ ਨਾਲ ਇੱਕ ਗੱਠੀ ਖਾ ਲੈਣਾ, ਉਹ ਖਾਣੀ ਚਾਹੀਦੀ ਹੈ ਕਿ ਨਹੀਂ ਖਾਣੀ ਚਾਹੀਦੀ? ਹੁਣੇ ਦੱਸ ਦਿੰਦੇ ਆ ਜੀ। ਭਾਜੀ ਆਪਾਂ ਇੱਕ ਪਹਿਲਾਂ ਵੀ ਪ੍ਰੋਗਰਾਮ ਸ਼ਾਇਦ ਤੁਹਾਨੂੰ ਚੇਤੇ ਹੋਏ ਥੋਮ ਦੇ ਉੱਤੇ ਬੜੀ ਡਿਟੇਲ ਕੀਤਾ ਸੀ 2 ਘੰਟੇ ਦਾ ਜੀ ਬਿਲਕੁਲ। ਉਸ ਨੂੰ ਕੱਚਾ ਐਸੇ ਤਰ੍ਹਾਂ ਸਾਬਤ ਤੁਰੀਆਂ ਖਾਣ ਦਾ ਮਤਲਬ ਇਹ ਸਾਬਤ ਹੀ ਨਿਕਲ ਜਾਣੀ ਹੈ, ਉੱਕਾ ਹੀ ਭੋਰਾ ਹੀ ਅਸਰ ਨਹੀਂ ਹੋਣਾ। ਸੋ ਉਹਨੂੰ ਹਮੇਸ਼ਾ ਮੈਂ ਦੱਸਿਆ ਵੀ ਸੀ ਕਿ ਕੁੱਟ ਕੇ ਉਸ ਤਰ੍ਹਾਂ ਖਾਓ ਤਾਂ ਉਹਦਾ ਵਿਚਲਾ ਜਿਹੜਾ ਅਸਰ ਹੈ ਉਹ ਤੁਹਾਨੂੰ ਫਾਇਦਾ ਦਿੰਦਾ ਜੇ। ਸੋ ਇਹ ਕੋਸ਼ਿਸ਼ ਕਰਿਓ ਕਿ ਜੇ ਤੁਸੀਂ ਸਬਜ਼ੀ 'ਚ ਵੀ ਪਾਣੀ ਹੈ ਤਾਂ ਭੁੰਨ ਕੇ ਉਹਦਾ ਸਤਿਆਨਾਸ਼ ਨਾ ਕਰਿਓ। ਉਹ ਰੱਤੀ ਕੀ ਸਿਰਫ ਹਲਕਾ ਜਿਹਾ ਹੀ ਕਰਨਾ ਹੁੰਦਾ ਤਾਂ ਕਿ ਉਹਦਾ ਅਸਰ ਰਹਿ ਸਕੇ ਸਬਜ਼ੀ ਵਿੱਚ ਵੀ। ਪਰ ਵੈਸੇ ਵੀ ਤੁਸੀਂ ਲੈਣਾ ਚਾਹੋ ਤਾਂ ਕੁੱਟ ਕੇ ਹੀ ਖਾਣ ਦਾ ਉਹਨੂੰ ਫਾਇਦਾ ਜੇ, ਸਾਬਤ ਤੁਰੀਆਂ ਦਾ ਕੋਈ ਫਾਇਦਾ ਨਹੀਂ ਹੈ ਜੀ। ਕੁੱਟ ਕੇ ਕੱਟ ਕੇ ਛੋਟੇ ਪੀਸ ਕਰਕੇ ਜਾਂ ਕੱਦੂਕਸ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਬੈਟਰ ਹੈ। ਕਈ ਵਾਰੀ ਕੁੱਟਣ ਨਾਲ ਕੱਦੂਕਸ ਕਰਦੇ ਹੋ ਉਹ ਵੀ ਬਿਹਤਰ ਹੈ ਜੀ। ਸਰਦਾਰ ਹਰਪਾਲ ਸਿੰਘ ਜੀ ਤੁਸੀਂ ਇੱਥੇ ਹੋ ਜੀ ਆਪਣੇ ਭਾਜੀ। ਹੈਲੋ, ਸਵਾਗਤ ਹੈ ਵੀਰ ਜੀ ਤੁਹਾਡਾ। ਹਾਂਜੀ ਓਕੇ ਜੀ। ਮੈਂ ਜਦੋਂ ਨਾ 10 ਮਿੰਟ ਜਾਂ ਖੜ ਲੈਣਾ ਜਾਂ ਬਾਹ ਕਰ ਲੈਣਾ, ਮੇਰੇ ਦੋਨੋਂ ਪੈਰ ਸੌ ਜਾਂਦੇ। ਡਾਕਟਰ ਨਾਲ ਗੱਲ ਕੀਤੀ ਸੀ, ਡਾਕਟਰ ਸਾਹਿਬ ਕਹਿੰਦੇ ਬਈ ਏਦਾਂ ਕਰਕੇ ਬਈ ਤੈਨੂੰ ਪੈਰਾਲਾਈਜ਼ ਵੀ ਹੋ ਸਕਦਾ ਤੇ ਤੂੰ ਐਮਰਜੈਂਸੀ ਚਲ ਜਾ ਤੇ ਫਿਰ ਤੈਨੂੰ ਉਹ ਦੇਖੂਗੇ ਤੇਰੀ ਬਈ ਮਣਕਿਆਂ ਦੇ ਵਿੱਚ ਵੇਲ ਤਾਂ ਨਹੀਂ ਹੈ ਜਾਂ ਕਿੱਦਾਂ। ਇਹਦੇ ਬਾਰੇ ਕੁਝ ਦੱਸ ਸਕਦੇ ਡਾਕਟਰ? ਗਏ ਤੁਸੀਂ ਐਮਰਜੈਂਸੀ ਗਏ? ਨਹੀਂ ਜਾਣਾ ਜੀ ਹਲੇ। ਨਹੀਂ, ਉਹ ਵੀ ਜ਼ਰੂਰੀ ਹੈ ਜੀ, ਜਾਓ। ਕਿਉਂਕਿ ਕਈ ਚੀਜ਼ਾਂ ਸਰੀਰ ਦੀਆਂ ਇਹੋ ਜਿਹੀਆਂ ਨੇ ਕਿ ਜਿੰਨਾ ਚਿਰ ਅਸੀਂ ਪੂਰੀ ਰਿਪੋਰਟਸ ਨਾ ਡਾਕਟਰ ਲੈ ਲੈਣ ਸਾਰੇ ਟੈਸਟ ਕਰਨ ਤੋਂ ਬਾਅਦ, ਕਈ ਵਾਰੀ ਇਹੋ ਜਿਹੀ ਕੰਪਲੀਕੇਸ਼ਨ ਆਉਂਦੀ ਹੈ। ਜੇ ਤੁਹਾਡੇ ਫੈਮਿਲੀ ਡਾਕਟਰ ਨੇ ਕਿਹਾ ਤੁਸੀਂ ਜਾਓ ਤੇ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ। ਪਰ ਪੁੱਛ ਲੈਂਦੇ ਆ ਜੀ। ਮੈਂ ਉਹ ਪੁੱਛਣਾ ਚਾਹਣਾ ਵੀ ਇਦਾਂ ਕਿਉਂ ਸੌਂਦੇ ਪੈਰ ਏਦਾਂ, ਜਾਂ ਖੜਦਾ ਜਾਂ 10 ਮਿੰਟ ਜਾਂ ਤੁਰਦਾ? 10 ਮਿੰਟ ਤੁਰਨ ਨਾਲ ਜਾਂ ਖੜਨ ਨਾਲ ਪੈਰ ਸੌ ਜਾਂਦੇ ਆ, ਪੈਰਾਲਾਈਜ਼ ਦਾ ਡਰ ਤਾਂ ਨਹੀਂ ਕਿਤੇ? ਜੀ ਪੈਰਾਲਾਈਜ਼ ਨਾਲੋਂ ਇਹਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਕੀਤਾ ਸੀ, ਨਿਊਰੋਪੈਥੀਜ਼ ਬਹੁਤ ਕਾਮਨ ਨੇ। ਕਈ ਵਾਰ ਅਲਕੋਹਲ ਵਗੈਰਾ ਨਾਲ ਉਹਦੇ ਨਾਲ ਵੀ ਸ਼ੁਰੂ ਹੋ ਜਾਂਦਾ, ਜਾਂ ਆਰਸੈਨਿਕ ਦੀ ਵੀ ਪੋਇਜ਼ਨਿੰਗ ਕਈ ਵਾਰ ਲੱਭ ਜਾਂਦੀ ਜੇ। ਬੜੀ ਅਹਿਮ ਜੇ ਕੁਝ ਦਵਾਈਆਂ ਜਿਨ੍ਹਾਂ ਦਾ ਮੈਂ ਪਹਿਲਾਂ ਉਹਦੇ 'ਚ ਜ਼ਿਕਰ ਨਹੀਂ ਕੀਤਾ, ਪ੍ਰੋਗਰਾਮ ਬਹੁਤ ਲੰਬਾ ਹੋ ਜਾਣਾ ਸੀ। ਦੇਸੀ ਦਵਾਈਆਂ ਵਿਚਲਾ ਆਰਸੈਨਿਕ ਬਹੁਤ ਜ਼ਿਆਦਾ ਲੱਭਿਆ ਜਾ ਚੁੱਕਿਆ, ਜਿਹੜਾ ਸਗੋਂ ਗੁਰਦਿਆਂ ਦਾ ਨਾਸ ਮਾਰ ਦਿੰਦਾ। ਇਹੋ ਜਿਹੀਆਂ ਦੇਸੀ ਦਵਾਈਆਂ ਕਾਫੀ ਨੇ ਜਿਨ੍ਹਾਂ ਦੀ ਟੈਸਟਿੰਗ, ਲੈਬ ਟੈਸਟਿੰਗ ਹੋ ਚੁੱਕੀ ਹੈ, ਜਿਨ੍ਹਾਂ ਦੇ ਕਾਰਨ ਸਗੋਂ ਕੁਝ ਦੇਸੀ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਵਿੱਚ ਅਲਕੋਹਲ ਦੀ ਮਾਤਰਾ ਇੰਨੀ ਜ਼ਿਆਦਾ ਜੇ ਕਿ ਬੱਚਿਆਂ ਤੱਕ ਦੇ ਲਿਵਰ ਡੈਮੇਜ ਹੋਏ ਦੇਖੇ ਗਏ ਨੇ। ਸੋ ਕੋਸ਼ਿਸ਼ ਕਰਿਓ ਇਹ ਦੇਸੀ ਦਵਾਈਆਂ ਦੇ ਕੰਟੈਂਟਸ ਪੜ੍ਹੇ ਬਗੈਰ ਪਲੀਜ਼ ਨਾ ਲਿਓ। ਆਰਸੈਨਿਕ ਪੋਇਜ਼ਨਿੰਗ ਬਹੁਤ ਕਾਮਨ ਹੋ ਚੁੱਕੀ ਹੈ ਇਹਨਾਂ ਦੇ ਵਿਚਲੀਆਂ ਦਵਾਈਆਂ ਦੇ ਕਾਰਨ ਜੀ। ਬਹੁਤ ਬਹੁਤ ਧੰਨਵਾਦ ਜੀ, ਚੜ੍ਹਦੀ ਕਲਾ ਰਹੋ। ਤੇ ਤੁਹਾਨੂੰ ਜੇ ਡਾਕਟਰ ਨੇ ਕਿਹਾ ਤੇ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਾਓ ਐਮਰਜੈਂਸੀ। ਦੱਸੋ ਵੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਤਾਂ ਨਹੀਂ? ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਲਈ। ਬਲਰਾਜ ਸਿੰਘ ਜੀ ਆਖਰੀ ਕਾਲਰ ਜੀ, ਤੇ ਬਾਕੀ 10 ਮਿੰਟ ਜਿਹੜੇ ਆਖਰੀ ਰਹਿੰਦੇ ਆ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੇਰਾ ਡਾਕਟਰ ਨੂੰ ਸਵਾਲ ਇਹ ਹੈ ਕਿ 5 ਸਾਲ ਦਾ ਬੱਚਾ ਮੇਲ ਚਾਈਲਡ, ਉਹਦਾ ਅੰਡਰਵੇਟ ਆ ਥੋੜਾ ਜਿਹਾ, ਲੇਕਿਨ ਹਾਈਟ ਉਹਦੀ ਠੀਕ ਹੈ, ਐਕਟਿਵ ਪੂਰਾ। ਉਹ ਐਪੀਟਾਈਟ ਬਹੁਤ ਘੱਟ ਆ, ਜੇ ਰੋਟੀ ਵੀ ਖਾਂਦਾ ਤਾਂ ਰੁੱਖੀ ਖਾਂਦਾ। ਕੁਛ ਕੀਤਾ ਜਾ ਸਕਦਾ? 5 ਸਾਲ ਦਾ ਬੱਚਾ, ਐਪੀਟਾਈਟ ਘੱਟ ਹੈ, ਅੰਡਰਵੇਟ ਹੈ ਜੀ। ਡਾਕਟਰ ਸਾਹਿਬ ਤੁਹਾਡਾ ਮਹਿਕਮਾ ਜੀ, ਉਹ ਆਪੇ ਹੀ ਉਹਨਾਂ ਨੇ ਬਿਮਾਰੀ ਵੀ ਦੱਸ ਕੇ ਆਪੇ ਇਲਾਜ ਵੀ ਦੱਸ ਹੀ ਦਿੱਤਾ ਹੈ, ਕਿਉਂਕਿ ਬੱਚਿਆਂ ਵਿੱਚ ਬਗੈਰ ਸਬਜ਼ੀਆਂ ਦੇ ਤਾਂ ਗੁਜ਼ਾਰਾ ਹੈ ਹੀ ਨਹੀਂ। ਕੱਲੀ ਫੁਲਕਾ ਖਾਣ ਦਾ ਮਤਲਬ ਬਹੁਤ ਸਾਰੀਆਂ ਕਮੀਆਂ, ਬਹੁਤ ਸਾਰੇ ਰਸ ਹਾਜ਼ਮੇ ਦੇ ਘੱਟ, ਗਰੋਥ ਫੈਕਟਰ ਤੱਕ ਤੇ ਵੀ ਉਹ ਫਰਕ ਪਾ ਦਿੰਦੇ ਨੇ। ਸੋ ਸਾਰਾ ਹੀ ਕੁਝ ਉਹਦੇ ਕਰਕੇ ਅੜਿਆ ਪਿਆ। ਕੋਸ਼ਿਸ਼ ਕਰੋ ਜੀ, ਸਬਜ਼ੀਆਂ, ਦਾਲਾਂ, ਫਰੂਟਸ ਇਹ ਜ਼ਿਆਦਾ ਰੱਖੋਗੇ ਤਾਂ ਹੀ ਉਹਦੀ ਗਰੋਥ ਤੁਸੀਂ ਦੇਖੋਗੇ ਬਹੁਤ ਸੋਹਣੀ ਹੋ ਜਾਏਗੀ। ਇਕੱਲੇ ਕਾਰਬੋਹਾਈਡਰੇਟ ਫੁਲਕਿਆਂ ਦੇ ਨਾਲ ਕੁਝ ਵੀ ਹਾਸਲ ਨਹੀਂ ਹੋਣਾ, ਉਹ ਬਿਮਾਰੀ ਹੋਈ ਦੇਣਗੇ। ਸੋ ਇਸ ਕਰਕੇ ਡਾਈਟ ਠੀਕ ਕਰੋ ਤੇ ਉਹਦਾ ਸਾਰਾ ਕੁਝ ਠੀਕ ਹੋ ਜਾਏਗਾ।
ਇਹ ਜਿੰਨੀਆਂ ਕੁ ਅਸੀਂ ਸਬਜ਼ੀਆਂ ਲੈਂਦੇ ਆ ਉਹ ਸਾਡੀਆਂ ਸਗੋਂ ਅੰਤੜੀਆਂ ਦੀ ਵਿੱਚ ਅੰਦਰਲੀ ਵੀ ਗਰੋਥ ਨੂੰ ਠੀਕ ਕਰ ਦਿੰਦੀਆਂ ਨੇ। ਬਹੁਤ ਬਹੁਤ ਧੰਨਵਾਦ, ਚੜ੍ਹਦੀ ਕਲਾ ਚ ਰਹੋ।